वाहिगुरू जी का खालसा वाहिगुरू जी की फतेह। इस सन न्यू सर्कल के वीर जो आप जिन्होंने आखिर की बार कीर्तन सरवण करवा रहे सन, हम मैं बेनती कराँगा सत्कारयोग वीर गुरदेव सिंह जी सर्कल जम्मू जो आप जिन्होंने 6:55 तक 25 मिनट लिए जो है वो शब्द विचारना जुड़नगे। आप सारे के चरणों की बेनती है कि सारा प्रोग्राम जो है सिख मिशनरी कॉलेज जम्मू जोन का यूट्यूब चैनल पर लाइव चल रहा है। आप जी के सारे ग्रुप के लिंक भेज दिता गया है। आप जी कृपा करके जो है अपने अपने जिथे भी वीर भैन हैं उन्होंने जो है उन्होंने प्रोग्राम सरवण करते जरूर बेनती करना। नाल दी नाल सारा प्रोग्राम जो है एक बाणी चैनल पर भी लाइव चल रहा है। सो आप सारिਆਂ ਦੇ जितने भी वीर बाहरों सर्कल तो आए पुंछ तो रजौरी तो कल्याणा तो उन्होंने बेनती है कि जो लिंक जो है वो जरूर जो है शेयर कर दें जो घर बैठ के जो नहीं आ सकते कि करना करके वो लाहा लै सकन। तो हुण मैं बेनती कराँगा वीर गुरदेव सिंह जी जो है शब्द की विचार 25 मिनट लिए जो है आप जी सरवण करवाएंगे। उस उपरंत अगला जो विषय होएगा कि बाहर प्रीत कौर जो है अमृत वेला कल्याणा सर्कल तो होएगा, उन्होंने भी बेनती है कि वो भी जो है दीवान हाल के बैठे रहन। तो मैं हुण बेनती कराँगा वीर गुरदेव सिंह जी को। अगली जो सेवा जो है सत्कारयोग वीर मोहन सिंह जी जो है स्टेज की सेवा नाल बन गए। वाहिगुरू जी का खालसा वाहिगुरू जी की फतेह। वाहिगुरू जी सतनाम वाहिगुरू साहिब जी एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। गुरदाता गुर खिवै घर गुर दीपक ते लोहे अमर पदार्थ नानका मन माने सुख हो। जे सो चंदा उगवै सूरज चढ़े हजार इते चानन होंदे गुर बिन घोर खंदार। हूँ वार वार जाऊं गुर गोपाल मोहे निर्गुण तुम पूर्ण दाते दीनानाथ दयाल। उठत बैठत सोवत जागत जी प्राण धन माल। उठत बैठत सोवत जागत जी प्राण तन माल। दर्शन प्यास बोत मन मेरे नानक दरस लिहा। वाहिगुरु जी बसंत हिंडोल महला चौथा घर दूजा एक ओंकार सतगुर प्रसाद। राम नाम रतन कोठड़ी गढ़ मंदिर एक लोकानी। सतगुर मिले ता खोजिए मिल ज्योति ज्योत समानी। माधो साधु जन देहो मिला देख दर्श पाप सब नासै है पवित्र परम पद पाए रहा। पंच चोर मिल लागे नगरिया राम नाम तन हिरिया।
ਗੁਰਮਤਿ ਖੋਜ ਪਰੇ ਤਬ ਪਕਰੇ, ਤਲ ਸਾਬਤ ਰਾਸ ਉਬਰਿਆ। ਪਾਖੰਡ ਭਰਮ ਉਪਾਵ ਕਰ ਥਾਕੇ, ਰਿਦ ਅੰਤਰ ਮਾਇਆ ਮਾਇਆ। ਪਾਖੰਡ ਭਰਮ ਉਪਾਵ ਕਰ ਥਾਕੇ, ਰਿਦ ਅੰਤਰ ਮਾਇਆ ਮਾਇਆ। ਸਾਧੂ ਪੁਰਖ ਪੁਰਖ ਪਦ ਪਾਇਆ, ਅਗਿਆਨ ਅੰਧੇਰ ਗਵਾਇਆ। ਜਗਨਨਾਥ ਜਗਦੀਸ਼ ਗੁਸਾਈ, ਕਰ ਕਿਰਪਾ ਸਾਧ ਮਿਲਾਵੇ। ਨਾਨਕ ਸ਼ਾਂਤ ਹੋਵੇ ਮਨ ਅੰਤਰ, ਨਿਤ ਹਿਰਦੈ ਹਰ ਗੁਣ ਗਾਵੇ। ਨਾਨਕ ਸ਼ਾਂਤ ਹੋਵੇ ਮਨ ਅੰਤਰ, ਨਿਤ ਹਿਰਦੈ ਹਰ ਗੁਣ ਗਾਵੇ। ਸ਼ਬਦ ਗੁਰੂ ਜ਼ਾਹਿਰਾ ਜ਼ਹੂਰ, ਸਰਬ ਕਲਾ ਭਰਪੂਰ, ਭਗਤ ਵਚਲ ਕਿਰਪਾ ਨਿਧਾਨ, ਵਾਲੀਏ ਕੁਲ ਆਲਮ ਸਰਵਰੇ ਕਾਇਨਾਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦੇ ਅੰਦਰ ਅੰਮ੍ਰਿਤ ਵੇਲੇ ਸਿੱਖ ਮਿਸ਼ਨਰੀ ਕਾਲਜ ਜੰਮੂ ਜ਼ੋਨ ਵੱਲੋਂ ਸਮਾਗਮ 'ਚ ਹਾਜ਼ਰੀਆਂ ਭਰ ਰਹੇ ਅਤ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਆਓ ਕੁਝ ਕੁ ਸਮਾਂ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸਭ ਤੋਂ ਪਹਿਲਾਂ ਗੁਰਮਰਿਆਦਾ ਅਨੁਸਾਰ ਸਾਹਿਬੇ ਕਮਾਲ ਵਰਦੋ ਆਲਮ ਸ਼ਾਹ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਖਾਲਸਾ ਬੇਕੀਨੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਨਾਲ ਸਾਂਝ ਕਰੀਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਮੁਬਾਰਕ ਬਚਨ ਜਿਨ੍ਹਾਂ ਦਾ ਆਪ ਜੀ ਨੇ ਪਾਠ ਸਰਵਨ ਕੀਤਾ ਹੈ, ਬਸੰਤ ਹਿੰਡੋਲ ਰਾਗ ਮਿਸ਼ਰਤ ਰਾਗ ਅਧੀਨ ਚੌਥੇ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਦੂਜੇ ਘਰ 'ਚ ਪਾਵਨ ਪਵਿੱਤਰ ਮੁਬਾਰਕ ਬੋਲ ਗਾਇਨ ਦੀ ਹਦਾਇਤ ਕੀਤੀ ਹੈ। ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ਼ਬਦ ਦਾ ਆਗਾਜ਼ ਸੰਖੇਪ ਮੂਲ ਮੰਤਰ ਦੁਆਰਾ ਕੀਤਾ। ਆਓ ਰਹਾਉ ਦਾ ਬੰਦ ਜੋ ਕੇਂਦਰੀ ਨੁਕਤੇ ਵਜੋਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ, ਉਸ ਤੋਂ ਪਹਿਲਾਂ ਮੰਗਲਾ ਚਰਨ ਜੋ ਹੈ ਉਸ ਦੀ ਵਿਆਖਿਆ ਕਰ ਲਈਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਹਿੰਸੇ ਦਾ ਇੱਕ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਤਾਂ ਕਿ ਸੰਸਾਰਿਕ ਲੋਕਾਈ ਭੁਲੇਖਾ ਨਾ ਖਾ ਜਾਏ, ਕਿਉਂਕਿ ਸਾਰੀ ਸੰਸਾਰ ਸਾਰੀ ਕਾਇਨਾਤ ਦਾ ਰਚਨਹਾਰ ਜੋ ਹੈ ਉਹ ਇੱਕੋ ਇੱਕ ਵਾਹਿਦ ਹਸਤੀ ਹੈ ਜੋ ਸਰਬ ਗੁਣ ਸੰਪੰਨ ਹੈ, ਸਰਬ ਕਲਾ ਸਮਰੱਥ ਹੈ, ਸਰਬ ਗੁਣਾਂ ਦਾ ਮੁਜੱਸਮਾ ਹੈ। ਤਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਬਈ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ, ਜਿਸ ਦੀ ਬਦੌਲਤ ਸਾਡਾ ਜੀਵਨ ਹੈ। ਐਸਾ ਗੁਣਾਂ ਦਾ ਮੁਜੱਸਮਾ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ। ਕਾਮਲ ਮੁਰਸ਼ਦ ਜਿਹੜਾ ਉਹਦੀ ਮਿਹਰਮਤ ਦੁਆਰਾ ਉਹਦੀ ਕਿਰਪਾ ਦੁਆਰਾ ਸਾਨੂੰ ਜੀਵਨ ਦੀ ਅਗਵਾਈ ਗੁਰੂ ਬਖਸ਼ਿਸ਼ ਕਰਦਾ, ਪ੍ਰਭੂ ਪਰਮਾਤਮਾ ਨਾਲ ਸਾਡਾ ਮਿਲਾਪ ਹੁੰਦਾ। ਤਾਂ ਗੁਰੂ ਪਾਤਸ਼ਾਹ ਨੇ ਗੁਰੂ ਪਿਆਰ ਵਾਲਿਓ ਜੋ ਮੁੱਖ ਵਿਚਾਰ ਕੇਂਦਰੀ ਨੁਕਤੇ ਵਜੋਂ ਸਾਡੀ ਝੋਲੀ 'ਚ ਪਾਈ ਹੈ, ਆਓ ਉਸ ਤੋਂ ਸ਼ਬਦ ਵਿਚਾਰ ਦਾ ਆਗਾਜ਼ ਕਰਦੇ ਹਾਂ। ਰਹਾਉ ਦੇ ਬੋਲਨੇ ਮਾਦੋ ਸਾਧੂ ਜਨ ਦੇਖੋ ਮਿਲਾਏ। ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਸਮਝਾ ਰਹੇ ਨੇ ਕਿ ਇਹ ਮੇਰੇ ਮਾਧੋ ਅਰਦਾਸ ਵਜੋਂ
ਸਾਨੂੰ ਵੀ ਅਰਦਾਸ ਕਰਨ ਦਾ ਵੱਲ ਸਿਖਾ ਰਹੇ ਨੇ ਕਿ हे ਅਕਾਲ ਪੁਰਖ ਪ੍ਰਭੂ ਪਰਮਾਤਮਾ ਮਾਧੋ ਮਾਇਆ ਦੇ ਪਤੀ ਪਰਮਾਤਮਾ ਬਖਸ਼ਿਸ਼ ਕਰੋ, ਮੈਨੂੰ ਗੁਰੂ ਨਾਲ ਮਿਲਾ ਦਿਓ, ਕਿਉਂਕਿ ਗੁਰੂ ਹੀ ਜੀਵਨ ਦੀਆਂ ਗੁੰਝਲਾਂ ਨੂੰ ਹੱਲ ਕਰਨ ਵਾਲਾ ਹੈ। ਗੁਰੂ ਹੀ ਜ਼ਿੰਦਗੀ ਦੀ ਰਹੱਸ ਜੋ ਨੇ ਖੋਲ੍ਹਦਾ ਹੈ। ਗੁਰੂ ਹੀ ਜੀਵਨ ਦੀਆਂ ਪਰਤਾਂ ਖੋਲ੍ਹਦਾ ਹੈ, ਤਾਂ ਕਿ ਮਨੁੱਖ ਜਿਸ ਨੂੰ ਮਨੁੱਖਾ ਜਨਮ ਮਿਲਿਆ ਹੈ, ਇਹ ਮਨੁੱਖਾ ਜਨਮ ਅਜਾਈ ਨਾ ਚਲੇ ਜਾਏ। ਮਾਧੋ ਸਾਧੂ ਜਨ ਦੇਖੋ ਮਿਲਾਏ, ਦੇਖਤ ਦਰਸ਼ ਪਾਪ ਸਭ ਲਾਸੈ, ਪਵਿੱਤਰ ਪਰਮ ਪਦ ਪਾਏ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਬਈ ਗੁਰੂ ਜਿਹੜਾ ਹੈ ਉਹਦੇ ਦਰਸ਼ਨ ਦੀਦਾਰ ਨਾਲ ਸਾਰੇ ਪਾਪ ਜਿਹੜੇ ਨੇ ਜਨਮਾਂ ਜਨਮ ਜਨਮਾਂਤਰਾਂ ਦੇ ਪਾਪ, ਕਿਉਂਕਿ ਮਨੁੱਖ ਜਿਹੜਾ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਸਿਆ ਕਾਲਾ ਹੈ। ਕਾਲਾ ਰੰਗ ਜਿਹੜਾ ਹੈ ਇਹਨੂੰ ਜਿਹੜਾ ਚੜਿਆ ਉਗਣਾ ਕਰਕੇ ਇਸ ਨੂੰ ਧੋਣ ਦੀ ਤਾਕਤ, ਧੋਣ ਦੀ ਸਮਰੱਥਾ ਗੁਰੂ ਰੱਖਦਾ ਹੈ। ਤੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਬਈ ਦੇਖਤ ਦਰਸ ਪਾਪ ਸਭ ਨਾਸੈ, ਵੀ ਗੁਰੂ ਦੇ ਦੀਦਾਰ ਕਰਕੇ ਫਿਰ ਮਨੁੱਖ ਜਿਹੜਾ ਹੈ ਸਾਰੇ ਪਾਪਾਂ ਤੋਂ ਨਿਜਾਤ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਤੋਲ। ਐਸਾ ਕਾਮਲ ਮੁਰਸ਼ਦ ਜਿਹੜਾ ਪ੍ਰਭੂ ਨਾਲ ਮਿਲਾਉਣ ਦੀ ਸਮਰੱਥਾ ਰੱਖਦਾ ਹੈ, ਉਹਦੇ ਦੀਦਾਰ, ਉਹਦੇ ਦਰਸ਼ਨ, ਉਹਦੇ ਗੁਰੂ ਬਾਣੀ ਨਾਲ, ਗੁਰੂ ਸ਼ਬਦ ਨਾਲ ਜੁੜਨ ਨਾਲ ਜੀਵਨ ਸਵਰ ਜਾਂਦਾ ਹੈ। ਪਰ ਗੁਰੂ ਪਾਤਸ਼ਾਹ ਨੇ ਸ਼ਰਤ ਲਗਾਈ ਹੈ ਵੀ ਮੁਰਸ਼ਦ ਕਾਮਲ ਚਾਹੀਦਾ ਹੈ। ਜੇ ਮੁਰਸ਼ਦ ਕਾਮਲ ਨਹੀਂ ਫਿਰ ਜੀਵਨ ਦਿਸ਼ਾਹੀਨ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬੜੇ ਸੁੰਦਰ ਬੋਲ ਨੇ, ਮੁਰਸ਼ਦ ਕਾਮਲ ਖਾਮਾ ਬਾਸ਼ਦ ਖਾਮਾ ਕਜ਼ ਕਲਾ ਮਸ਼ਬੂਏ ਹਕ ਆਏ ਦਿਆ। ਕਾਮਲ ਮੁਰਸ਼ਦ ਹੋ ਜਿਹਦੀ ਬਾਣੀ ਵਿੱਚ ਗੁਰਮਤਿ ਦੀ ਸਗੰਧੀ ਹੋਏ, ਗੁਰਮਤਿ ਦੀ ਮਹਿਕ ਹੋਏ, ਤੇ ਉਸ ਮਹਿਕ ਨਾਲ ਸਾਡਾ ਜੀਵਨ ਜਿਹੜਾ ਹੈ ਇਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ, ਗੁੰਝਲਾਂ ਨੇ, ਉਹ ਸਾਰੀਆਂ ਪਰਤਾਂ ਖੁੱਲ੍ਹ ਜਾਣ। ਮਨੁੱਖ ਜਿਹੜਾ ਹੈ ਉਹ ਆਤਮਿਕ ਅਵਸਥਾ ਉੱਚਾ ਮਰਤਬਾ ਪ੍ਰਾਪਤ ਕਰ ਲੇ, ਜਿਸ ਦੀ ਪ੍ਰਾਪਤੀ ਕਰਨਾ ਹੀ ਮਨੁੱਖੀ ਜੀਵਨ ਦਾ ਇੱਕੋ ਇੱਕ ਮਨੋਰਥ ਹੈ। तो गुरु पातशाह बख्शिश करते ने रहाओ दी दूसरी पंक्ति अंदर, देख दरस देखत दरस पाप सब नासै पवित्र परम पद पाए। कि जड़ा वो आत्मक दर्जा है वो सानू प्राप्त हो जाए, क्योंकि मालिक प्रभु ने ये जो सुंदर फलवाड़ी बनाई है, सरजी है, एक बगीचा पेड़ कन करया अमृत नाम तहाँ में फलिया, ऐसा करो विचार ज्ञानी जाते पाई है पद निर्बानी। गुरु पातशाह बख्शिश करते भी ऐसी है ज्ञानवान मनुख, ऐसी विचार जीवन के अंदर लिया जिस विचार के सदके तेरा मुरातबा ऐसा बन जाए कि वासना रहित जीवन तो जी सकें, जिंदगी जिउंदिया बेदाग जीवन जी सकें। बेदाग जीवन ही मनुख नूं इस मनुखा जन्म की सार्थक ढंग दे नाल उपलब्धि जो है वो प्राप्त करने विच सहायक है। तो गुरु प्यार वालियो, गुरु जड़ा है ये कामल मुरशद जड़ा है इसका जिंदगी के अंदर बहुत वड्डा रोल है। जे गुरु जीवन के अंदर नहीं है फिर मनुख जड़ा है बेसुरा बेसवादा, जिवें साजां तो बिना असी कीर्तन नहीं कर सकते, वो आवाज़ नहीं आ सकती, वो रसपीना मुग्ध जिहड़ी स्रोत है वो साडे जीवन च नहीं बनती। बस इस तरीके दे नाल जे गुरु का दामन असी नहीं थमिया, जे गुरु का पल्ला नहीं फड़िया, तो फिर अंधकार जीवन के अंदर पसरिया रहेगा। गुर बिन कोर हंदार, गुरु बिन समझ ना आवे, समझ जिहड़ी है सानू नहीं आ सकती। तो गुरु पातशाह साहिब श्री गुरु रामदास जी महाराज ने बख्शिश करके रहाओ दे बोलने द्वारा ये गल दृढ़ करवाई है कि जीवन थोड़ चिर है, इसनूं सुरक्षित रखने लई
ਗੁਰੂ ਦਾ ਦਾਮਨ ਥੰਮਣ ਦੀ ਲੋੜ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਸੁੰਦਰ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਕਿ ਵੀ ਜਿਵੇਂ ਮਨੁੱਖਾ ਜਨਮ ਕੀਮਤੀ ਮਨੁੱਖਾ ਜਨਮ ਹੈ, ਇਹ ਪੇਕਾ ਘਰ ਹੈ ਤੇ ਪੇਕੇ ਘਰ 'ਚ ਲਾਡਾਂ ਪਾਲਾਂ ਵਿੱਚ ਜਿਹੜੀ ਬੱਚੀ ਹੈ ਉਸ ਦਾ ਜੀਵਨ ਜਿਹੜਾ ਹੈ ਉਹ ਗੁਣ ਨਹੀਂ ਸਿੱਖਦਾ, ਦੈਵੀ ਗੁਣ ਨਹੀਂ ਸਿੱਖਦਾ, ਤੇ ਜਦੋਂ ਸਹੁਰੇ ਘਰ ਜਾਂਦੀ ਹੈ ਫਿਰ ਉਸ ਨੂੰ ਨਮੋਸ਼ੀ ਉਠਾਣੀ ਪੈਂਦੀ ਹੈ। ਭਾਈ ਸਾਹਿਬ ਦੇ ਬੋਲ ਨੇ, ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹ ਸਸੁਰਾਰ ਜਾਏ ਗੁਣਨ ਕੈ ਮਾਨੀਐ। ਕਿ ਵੀ ਜਿਹੜੀ ਬੱਚੀ ਹੈ ਪੇਕੇ ਘਰ ਲਾਡਾਂ ਪਿਆਰਾਂ ਕਰਕੇ ਉਸ ਦਾ ਜੀਵਨ ਜਿਹੜਾ ਹੈ ਉਹ ਬੀਤਦਾ, ਪਰ ਦੈਵੀ ਗੁਣ ਜਿਹੜਾ ਕੁਚੱਜ ਹੈ ਉਹ ਨਹੀਂ ਸਿੱਖ ਸਕਦੀ। ਸੱਜਾ ਜੀਵਨ ਬਣਦਾ ਨਹੀਂ, ਸੱਜ ਜੀਵਨ ਦੇ ਅੰਦਰ ਨਹੀਂ ਆਉਂਦਾ, ਕੁਚੱਜੀ ਬਣੀ ਰਹਿੰਦੀ ਹੈ। ਤੇ ਬਸ ਇਸੇ ਤਰੀਕੇ ਦੇ ਨਾਲ ਇਹ ਮਨੁੱਖਾ ਜਨਮ ਜਿਹੜਾ ਸਾਨੂੰ ਪ੍ਰਾਪਤ ਹੈ, ਜੇ ਜੀਵਨ ਦੇ ਅੰਦਰ ਸੁਚੱਜ ਨਹੀਂ ਸਿੱਖਿਆ ਫਿਰ ਪ੍ਰਭੂ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦੀ। ਦੂਸਰੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੰਜ ਵਿਵਹਾਰ ਲਗ, ਜਾਤ ਹੈ ਪ੍ਰਦੇਸ਼ ਵਿਦੇਸ਼ ਪ੍ਰਾਨੀ। ਵੰਜ ਵਿਵਹਾਰ ਲਗ, ਜਾਤ ਹੈ ਵਿਦੇਸ਼ ਪ੍ਰਾਨੀ। ਸੋਈ ਸਪੂਤ ਲਾਭ ਲਾਭਨ ਕੈ ਆਨੀਐ। ਕੋਈ ਸਪੂਤ ਕਿਹਨੂੰ ਮੰਨਿਆ ਜਾਏ ਜਿਹੜਾ ਜੇ ਬਾਹਰ ਵਿਦੇਸ਼ ਚਲੇ ਗਿਆ ਵਪਾਰ ਕਰਨ ਵੀ, ਪਰ ਜੇ ਉੱਥੇ ਉਹਨੇ ਖੱਟੀ ਕਮਾਈ ਨਹੀਂ ਕੀਤੀ ਫਿਰ ਉਹਦਾ ਵਿਦੇਸ਼ ਜਾਣਾ ਨਿਸਫਲ ਹੈ, ਉਹਦਾ ਵਣਜ ਕਰਨਾ ਵਪਾਰ ਕਰਨਾ ਸਾਰਥਕ ਨਹੀਂ। ਤੀਸਰੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਨੇ ਵੀ, ਜੈਸੇ ਤੋ ਸੰਗਰਾਮ ਸਮੈ ਪਰਦਲ ਮੈਂ ਅਕੇਲੋ ਜਾਏ। ਜੀਤ ਆਏ ਸੋਈ ਸੁਰਾ ਸੋ ਭਟ ਵਖਾਨੀ ਹੈ। ਸੂਰਮਾ ਕਿਹੜਾ ਹੈ? ਸੂਰਮਾ ਹੋਈ ਹੈ ਜਿਹੜਾ ਮੈਦਾਨੇ ਜੰਗ ਰਨ ਭੂਮੀ ਵਿੱਚ ਜਾਂਦਾ ਹੈ, ਇਕੱਲਾ ਜਾਏ ਤੇ ਉੱਥੇ ਜਾ ਕੇ ਜਿੱਤ ਕੇ ਆਏ, ਫਿਰ ਉਸ ਨੂੰ ਸੂਰਮਾ ਮੰਨਿਆ ਜਾ ਸਕਦਾ ਹੈ। ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਇਸੇ ਤਰੀਕੇ ਦੇ ਨਾਲ ਜ਼ਿੰਦਗੀ ਜਿਉਂਦਿਆਂ ਸੂਰਮਾ ਹੋਈ ਹੈ ਜਿਹੜਾ ਪੰਜਾਂ ਨਾਲ ਲੜ ਕੇ ਜੀਵਨ ਸਵਾਰਦਾ ਹੈ। ਤੇ ਗੁਰੂ ਪਾਤਸ਼ਾਹ ਇਹ ਤਿੰਨ ਉਦਾਹਰਣਾਂ ਦੇ ਕੇ ਫਿਰ ਇਹ ਗੱਲ ਸਮਝਾਉਣ ਦਾ ਯਤਨ ਕਰਦੇ ਨੇ। ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਐ। ਬਈ ਇਹ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ ਕੀਮਤੀ ਹੈ। ਇਹ ਅਸ਼ਰਫੁਲ ਮਖਲੂਕਾਤ ਦੀ ਉਪਾਧੀ ਜੇ ਸਾਨੂੰ ਮਿਲੀ ਹੈ, ਕੀਮਤੀ ਮਨੁੱਖਾ ਜਨਮ ਮਿਲਿਆ, ਫਿਰ ਇਸ ਦਾ ਮੁੱਲ ਉਦੋਂ ਹੀ ਪੈਣਾ ਜਦੋਂ ਗੁਰਦੁਆਰ ਪਹਿਚਾਨੀਐ। ਜਦੋਂ ਗੁਰੂ ਦੇ ਦਰ ਤੇ ਪਹੁੰਚ ਕੇ ਅਸੀਂ ਪਹਿਚਾਨ ਕਰਾਂਗੇ ਕਿਸ ਗੱਲ ਦੀ, ਆਪਣੇ ਆਪ ਦੀ, ਆਪਣੀ ਸਵੈ ਪੜਚੋਲ ਕਰਾਂਗੇ ਤੇ ਗੁਰੂ ਦੇ ਲੜ ਲੱਗਾਂਗੇ। ਕਿਉਂਕਿ ਜੀਵਨ ਦਾ ਅਸਲ ਮਨੋਰਥ ਹੈ ਗੁਰੂ ਦੀ ਭਾਲ ਕਰਨਾ। ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਦੀ ਜੋ ਸਾਖੀ ਭਲੀ ਭਾਂਤ ਜਾਣਦੇ ਆ ਕਿ ਜਦੋਂ ਗੁਰੂ ਨਹੀਂ ਸੀ ਜਿੰਨੀ ਦੇਰ ਉਨੀ ਦੇਰ ਉਹਨਾਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪਿਆ, ਪਰ ਜਦੋਂ ਸਾਧ ਨੇ ਅਖੋਤੀ ਸਾਧ ਨੇ ਮਹਿਨਾ ਮਾਰਿਆ ਤੇ ਕਾਮਲ ਮੁਰਸ਼ਿਦ ਮਿਲ ਗਿਆ ਤੇ ਫਿਰ ਉਹੀ ਗੁਰੂ ਪਾਤਸ਼ਾਹ ਜਿਹੜੇ ਗੁਰੂ ਤੋਂ ਸਖਣੇ ਸਨ ਗੁਰੂ ਪਦਵੀ ਪ੍ਰਾਪਤ ਕਰ ਗਏ। ਹੁਣ ਇਸੇ ਤਰੀਕੇ ਦੇ ਨਾਲ ਗੁਰੂ ਜੀ ਦੀ ਪਦਵੀ ਜਿਹੜੀ ਹੈ ਇਹ ਜੀਵਨ ਬਦਲਣ ਵਾਲੀ ਹੈ। ਮੇਰੇ ਮਨ ਗੁਰ 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 ਸਦ ਕਰੀਐ, ਰਤਨ ਜਨਮ ਸਫਲ ਗੁਰ ਪਾਇਆ, ਦਰਸ਼ਨ ਕੋ ਪਰ ਹਰੀਐ। ਤੋ ਗੁਰੂ ਪਿਆਰ ਵਾਲਿਓ, ਅੱਜ ਦੇ ਪਵਿੱਤਰ ਬੋਲਾਂ ਦੁਆਰਾ ਵੀ ਨਿਯਤ ਸਮੇਂ ਵਿੱਚ ਸ਼ਬਦ ਦੀ ਸਮਾਪਤੀ ਕਰਨੀ ਹੈ। ਤੋ ਅੱਜ ਦਾ ਜੋ ਪਾਵਨ ਸ਼ਬਦ ਹੈ ਇਸ ਦੁਆਰਾ ਵੀ ਗੁਰੂ ਪਾਤਸ਼ਾਹ ਨੇ ਇਹ ਗੱਲ ਸਮਝਾਈ ਹੈ ਕਿ ਬਈ ਦਰਸ਼ਨ ਪੇਖਤ ਮੈਂ ਜੀਓ, ਸੁਨ ਕਰ ਬਚਨ ਤੁਮਾਰੇ ਸਤਗੁਰ, ਮਨ ਤਨ ਮੇਰਾ ਠਾਰਤੀਓ। ਮੈਂ ਪ੍ਰਭ ਮਿਲਨ ਪ੍ਰੇਮ ਮਨ ਆਸਾ, ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ। ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ, ਗੁਰੂ ਤੂੰ ਬਲਿਹਾਰ ਜਾਈਏ। ਕਿਉਂ ਰਾਮ? ਕਿਉਂਕਿ ਗੁਰ ਪਾਰਸ
हम लोग मिल कंचन को आराम। आओ शब्द ਦੇ ਬਾਕੀ ਬੋਲ ਜੋ ਇਸੇ ਹੀ ਵਿਚਾਰ ਨੂੰ ਖੋਲ੍ਹਦੇ ਨੇ ਉਹਨਾਂ ਦੀ ਸਮਾਪਤੀ, ਉਹਨਾਂ ਦੀ ਵਿਚਾਰ ਕਰੀਏ ਤਾਂ ਕਿ ਨਿਯਤ ਸਮੇਂ 'ਚ ਸ਼ਬਦ ਵਿਚਾਰ ਨੂੰ ਸਮਾਪਤ ਕਰ ਸਕੀਏ। तो गुरु पातशाह आरंभक बोलना द्वारा समझा रहे हैं। राम नाम रतन कोठड़ी गढ़ मंदिर एक लोकानी। वही प्रभु परमात्मा का नाम श्रेष्ठ आत्मक गुणों का खजाना है, जिहड़ा शरीर रूपी कोठड़ी, शरीर रूपी किले विच, शरीर रूपी मंदिर विच गुप्त रूप विच प्रगट करन दी लोड़ है। गुप्त रूप विच पिया है, ये जिहड़ा है इसनूं प्रगट करना है। गुरु पातशाह इसलिए समझाने भी आस पास विख्या के कुंटा बीच अमृत है पाई रे। बई अंदर प्रभु परमात्मा का नाम रस का कटोरा है, वो अमृत प्रगट करने की लोड़ है। पर उहदे आले दुआले जिहड़े विख ने, विकार ने, उन्होंने उन्होंने अपनी वाड़ लगाई हुई है। आस पास विख्या के कुंटा, चारे पासे जहर रूपी पदार्थों के चश्मे ने, पर बिच प्रभु परमात्मा का नाम अमृत है। ये नाम अमृत गुरु की बख्शिश द्वारा असी प्रगट कर सकते हैं। सतगुरु मिले तो खोजी है, मिल ज्योति जो समानी। गुरु पातशाह गुरु रामदास जी महाराज समझा रहे हैं भी जे कामल मुर्शद मिल जाए, सतगुरु मिले, जीवन के अंदर आ जाए, फिर मनुख इस खजाने की भाल कर सकता है। नहीं तो सारी जिंदगी मनुख गुरु प्यार वाले हो, ये साहिब श्री गुरु ग्रंथ साहब रूपी जो खजाना है ये खोलता ही नहीं, केवल रुमालियां नाल ढक के रखता है, बद तो बद सत्कार करता है इसका, पर जिहड़ा असल सत्कार है वो नहीं करता। इसनूं पढ़ता नहीं, अमली जीवन जिउंदा नहीं, क्योंकि अमल सराणो लेखा देना। तो गुरु पातशाह कहते भी सतगुर मिले तो खोजी है, मिल ज्योति जो समानी। जदों सतगुरु मिल जाए, गुरु नाल साडा राबता बन जाए, तो फिर मनुख जिहड़ा है वो इस लुके हुए खजाने की भाल करना आरंभ कर दिंदा है। फिर मनुख जिहड़ा है वो प्रभु परमात्मा इस दी जोत जिहड़ी है ये लीन हो जाती है। माधो साधु जन देव मिला, देखत दरस पाप सब नासै, पवित्र परम पद पाए। रहो दे बोलों की विचार कर चुके हैं। गुरु पातशाह समझा रहे हैं कि भी दर्शन मालिक प्रभु दे दीदार जीवन दे पाप कट देंदे। भाई विधि चंद जी का जीवन जदों कामल मुर्शद मिलया, वो सुजाखा जीवन बन गया, सिपा सलार बन गए, सिख धर्म के प्रचारक बन गए। इस तरीके के नाल अनगिनत उदाहरणा ने भाई भूमि है, होर अनगिनत उदाहरणा इतिहास के अंदर मिलदियां ने, जिन्हां ने जीवन की बाजी जित लई गुरु नूं मिल के। तो गुरु पातशाह बख्शिश करते हैं, पंच चोर मिल लागे नगरिया, राम नाम तन घिरिया। गुरु पातशाह कहते हैं कि भाई पंज जड़े विकार ने, चोर ने, इन्हां ने शरीर नूं वल्लिया होया। इन हवर पंच हम एक जना क्यों राखें, घर-बार मना, मारे लूटे नीत नीत, किस आगे करी पुकार जना। इन्हां पंजां ने काबू किया होया है। शरीर नगरी विच इन्हां दा राज चल रहा है। राम नाम तन घिरिया, परमात्मा का नाम धन का सरमाया निता प्रति लुट रहे हैं। गुरमत खोज परे त पकड़े, तन साबत रस उभरिया। गुरु पातशाह ने जिन्नी देर गुरु की मत ग्रहण नहीं की, गुरमत हासिल नहीं की, उन्नी वेले इन्हां दी खोज नहीं की जा सकती। जिवें कोई क्राइम करता है संसारिक दुनिया के अंदर, तो उस वक्त बड़े आधुनिक ढंग के नाल सीसी फुटेज के आधार पर जां मोडस अपराधी देखा जाता है, फिर चोरों तक पहुँचा जाता है। हुण गुरु पातशाह कहते भी इस तरीके के नाल ये जिहड़े सरीरक नगरी विच पंज चोर वसे हुए ने, इन्हां नूं पकड़न लई गुरमत खोज परे तब पकड़े। गुरु की मत ग्रहण करन दी लोड़ है, फिर पकड़े जा सकते हैं चोर। फिर ये जिहड़ा साबत जिहड़ा धन है, नाम धन है, इसनूं साबत रखा जा सकता है। फिर
ये धन वो चुरा नहीं सकते, लुट नहीं सकते, सन नहीं लगा सकते। तो गुरु पातशाह कहते हैं भी पाखंड भरम उपाव कर थाके, पाखंड भरम उपाव कर थाके, हृदय अंतर माया माया। शब्द इन्होंने बोलने द्वारा गुरु पातशाह बख्शिश करते हैं जे भेखी धर्म है, जे केवल दिखावे मात्र का धर्म असी जीविया है, बाहरली दिख धर्मी है पर अंदर धर्म वाली गल नहीं है, तो फिर गुरु पातशाह बख्शिश करते हैं भरम जाल विच मनुख सारी जिंदगी भटकता रहता है। फिर वो हृदय अंतर माया माया, ये माया की तृष्णा ने उन्होंने वलिया होंदा है, सारी जिंदगी बाहरों वो धर्मी होने का ढोंग रचांदा है पर अंदर धर्म की गल नहीं, जिस करके प्रभु परमात्मा नालों विथ बन जाती है। तो गुरु पातशाह कहते भी साधु पुरख पुरख पत पाया, अज्ञान खंदेर गवाया। भी पुरख पत प्रभु परमात्मा जड़ा श्रेष्ठ पुरख है, जदों वो जीवन के अंदर आ जाए फिर अज्ञान जड़ा अज्ञानता है, ये अंधेरा जड़ा है, अंधकार जड़ा है, ये फिर ज्ञान विच बदल जाता है, ज्ञान का प्रकाश हो जाता है। तो जदों ज्ञान का प्रकाश हो गया तो फिर गुरु पातशाह भी देखो भाई ज्ञान की आई आंधी, सब उडाली भरम की टाटी, रखे न माया बांधी। फिर जी भरमजाल है, जन्म मरण दुख काटिया, सुख का थान पाया, काटी सिलक भरम मोह की, अपने परम पाया। इसलिए गुरु पातशाह के अंदर गुरु पूछो ता करो विचार, ता प्रभ साचे लगे प्यार। जे प्यार की खेड खेडनी है फिर प्यारे गुरु नूं उदों तू पुछ के कदम धरो, प्यारे गुरु तू पुछ के चलांगे गुरु प्यार वाले हो, फिर शीस ते आरा चल जाएगा, फिर भी मनुख जड़ा है गुरु नूं पिट नहीं देगा, फिर भी उसके मुख चूए मुगना बुखार भी तू ये बोल निकलणगे भी करवत भला ना करवट तेरी, लाग गले सुन बेनती मेरी। तो गुरु पातशाह शब्द आखिरी बोला बख्शिश कर देने में जगन्नाथ जगदीश गोसाई कर कृपा साध मिलावे। अरदास प्रभु परमात्मा के दर ते अरदास करने का ढंग वल सानू सिखा रहे हैं, क्योंकि गुरु परमेश्वर एको जान। गुरु पातशाह ने केवल साढ़े व्यापते प्रभु के दर ते जोदड़ी की है, अरदास की है, सानू बल सिखाया। गुरु पातशाह बख्शिश करते हैं बई नानक पद वर्त के साहिब श्री गुरु रामदास जी महाराज के जगन्नाथ जगत का नाथ, जगदीश जगत का ईश्वर प्रभु परमात्मा, गोसाई धरती का राखा, सारी सिंबलियां वर्त के उस प्रभु परमात्मा जड़ा सर्वगुण संपन्न है उसनों संबोधन किया गया है। कर कृपा साध मिलावे, जिसनों कृपा करके गुरु मिला दे, नानक शांत होवे मने अंतर। हे नानक ये गला उसका मन आत्मक अडोलता विच आ जाता है, सहज विच आ जाता है, संजम विच आ जाता है, सहनशीलता भरिया जीवन जिंदा है, हृदय हर गुण गावे। फिर निता प्रति वो प्रभु परमात्मा के गुण गायन करता है, गुण गायन करदिया प्रभु परमात्मा की बंदगी करदिया प्रभु परमात्मा का चिंतन करदिया वो फिर एकाग्र चित बिरती नाल प्रभु नूं चेतदा है, ताकि जीवन सवर जाए, जीवन का मकसद समझ आए। कामल मुरशद गुरु जिसका आसरा जिसके चरण पकड़े ने ओदी बदौलत असी वो अवस्था प्राप्त कर जाइए, वो मरातबा हासिल कर लीए कि जीवन सवर जाए। जान नानक लीन पेहो गोबिंद स्यो जीव पानी संग पानी, उस अवस्था दे धारणी बन जाइए। गुरु प्यार वालिओ सीमित समय च रह के शब्द विचार करदियां अनगिनत भुल्लां हो जाया करदियां। सत्संगत ते अकाल पुरख वाहिगुरू बख्शण आ रहे बख्श लेना जी, क्योंकि गुरु नानक का जो मिशन है वो तां ही पूरा हो सकता है। जन नानक तूड़ मंगै तिस गुर सिख की, जो आप जपै अवरा नाम जपावै। इन्नियां बेनतियां प्रवान करनियां। बानी अगाध बोध है, भुल्लां बख्श लेना। फतेह नाल सांझ करो जी। वाहिगुरू जी का खालसा वाहिगुरू जी की फतेह। परम सत्कारयोग
आप जी ने सत्कारयोग जी गुरदेव सिंह जी सिख मिशनरी कॉलेज लुधियाना के जम्मू सर्कल के सर्कल इंचार्ज बड़ा पासों गुरु के शब्द विचार सरवण की है। समा बहुत घट सी, इसलिए उन्होंने काफ़ी संखेप में विचार रखना पाया कि मतलब असं जाचक क्योंकि जो नियत समय अनुसार जो विचार करना मुश्किल होता है। तो होने तो बाद बहन हरप्रीत कौर जी जो कि कल्याणा सर्कल के बहन हैं, अमृत वेले के विषय पर 10 मिनट के समय वास्ते सानू विचार सरवण करवाएंगे। आप सारे प्रेम साथ बैठ के सरवण करो जी। वाहिगुरू जी का खालसा, वाहिगुरू जी की फतेह। तन तन साहिब श्री गुरु ग्रंथ साहिब जी की पावन अति पवित्र हजूरी विच विराजमान समूह साध संगत जी, आओ कलगीधर पातशाह जी की बख्शी हुई फतेह प्रवान करो जी। गज के आखो वाहिगुरू जी का खालसा, वाहिगुरू जी की फतेह। मेरे लेक्चर का विषय है अमृत वेला। सिख धर्म विच अमृत वेले की बहुत महानता है। ਜਦੋਂ ਅਸੀਂ ਪੁਰਾਤਨ ਗੁਰਸਿੱਖਾਂ ਦੇ ਜੀਵਨ ਵੱਲ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਇੱਕ ਗੱਲ ਵੇਖਣ ਨੂੰ ਮਿਲਦੀ ਹੈ ਕਿ ਉਹ ਅੰਮ੍ਰਿਤ ਵੇਲੇ ਉੱਠਣ ਦੇ ਨੇਮ ਦੇ ਬੜੇ ਪਾਬੰਦ ਸਨ। ਜੇ ਅੱਜ ਸਾਡੇ ਜੀਵਨ ਵਿੱਚ ਆਤਮਕ ਪੱਖ ਤੋਂ ਗਿਰਾਵਟ ਆ ਰਹੀ ਹੈ ਤਾਂ ਇਸ ਦਾ ਇੱਕ ਕਾਰਨ ਅੰਮ੍ਰਿਤ ਵੇਲੇ ਦੀ ਉਲੰਘਣਾ ਕਰਨਾ ਹੈ। ਜੇ ਅੱਜ ਸਾਡਾ ਮਨ ਗੁਰਬਾਣੀ ਪੜ੍ਹਨ ਜਾਂ ਸੁਣਨ ਵਿੱਚ ਨਹੀਂ ਜੁੜ ਰਿਹਾ ਤਾਂ ਇਸ ਦਾ ਕਾਰਨ ਅੰਮ੍ਰਿਤ ਵੇਲਾ ਖੁੰਝਾ ਦੇਣਾ ਹੀ ਹੈ। श्री गुरु रामदास जी ने गुरसिख के जीवन का जो टाइम टेबल उलिखिया है उस अनुसार अमृत वेले उठना सब तो पहला नेम है। गुरु साहिब जी फरमाते हैं, गुर सतगुर का जो सिख अखाए सो पलके उठ हर नाम ध्यावै, उदम करे पलके प्रभाती इशनान करे अमृतसर नावै, उपदेश गुरु हर हर जप जापै, सब किलविक पाप दोख लह जावै। सिख धर्म के महान विद्वान ते उच्चे सुच्चे प्रचारक भाई गुरदास जी ने गुरु साहिबान के उपरोक्त विचारां नूं अपनियां वारां विच दर्ज करदियां इसकी व्याख्या इस तरह की है। गुरसिख भलके उठकर अमृत वेले सरन हवंदा, गुर के वचन उचार कै धर्म साल दी सुरत करंदा, साध संगत विच जाए कै गुरबाणी दे प्रीत सुनंदा। उपरोक्त विचार तो यह सट्टा निकलता है कि गुरु साहिब केवल उस व्यक्ति नूं ही अपना सिख मनण लई तैयार हैं जो सवेरे सवेरे अमृत वेले उठ के इशनान करते ते गुरु साहिब की सिफत सलाह करते हैं। इसलिए जिस भी मनुख ने अपने आप नूं सिख अखवाना है उस वास्ते अमृत वेले उठना ते सिफत सलाह करनी उतनी ही जरूरी है जिन्नी कि पंजां ककारां दी रहत रखनी। अमृत वेला ऐसा समा है ਜਦੋਂ ਮਨੁੱਖ ਦਾ ਮਨ ਇਕਾਗਰ ਹੁੰਦਾ ਹੈ ਤੇ ਪਰਮਾਤਮਾ ਦੀ ਯਾਦ ਵਿੱਚ ਸਹਿਜੇ ਹੀ ਜੁੜ ਸਕਦਾ ਹੈ। ਫਿਰ ਜਿਵੇਂ ਜਿਵੇਂ ਦਿਨ ਨਿਕਲਦਾ ਹੈ ਮਨ ਦੀ ਬਿਰਤੀ ਵੀ ਖਿਲਰਨ ਲੱਗ ਜਾਂਦੀ ਹੈ। ਮਨ ਕਈ ਪਾਸੇ ਭਟਕਣਾ ਸ਼ੁਰੂ ਕਰ ਦਿੰਦਾ ਹੈ। ਮਨੁੱਖ ਦੁਨੀਆ ਦੇ ਕੰਮ ਧੰਦਿਆਂ ਵਿੱਚ ਐਸਾ ਖਚਿਤ ਹੋ ਜਾਂਦਾ ਹੈ ਕਿ ਉਸ ਤੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ। ਦਿਨ ਚੜੇ ਭੁੱਖ ਅਤੇ ਤੇਹ ਦਾ ਵੀ ਚਮਕਣਾ ਹੋਇਆ। ਇਸ ਤਰ੍ਹਾਂ ਖਾਣ ਪੀਣ ਦਾ ਰੁਝੇਵਾ ਵੀ ਕੁਦਰਤੀ ਗੱਲ ਹੈ। सारा दिन मनु कामकार करता है जिस नाल उसनूं थकावट भी हो जाती है। सो सारे समय रात का सुत्या नूं ही बीत जाता है। सो सिर्फ अमृत वेला ही ऐसा समा है जो मनुख का मन इकागर होके परमात्मा दी याद विच जुड़ सकता है। श्री गुरु नानक साहिब जी कहते हैं, सवाही साला जिनी ध्याया इक मन सही पूरे शाह, वक्ते ऊपर लड़ मुए दूजे बहुतेरा, मन कियामत खिंडियां बहुत पए असगा, गोते खाहे ना निकले। भाव जो मनुख सवेरे अमृत वेले उठ के प्रभु की सिफत सलाह करते ते एक मन होके प्रभु नूं सिमरते हैं ते इस तरह अपने मन नाल जंग करते हुए आलस तो बाहर निकल के बंदगी का आहार करते हैं। असल विच ओही मनुख पूरे शाह हैं। जदों अमृत वेले का यह अभ्यास पक्का हो जाए तो अठे पहर परमात्मा की याद मन विच टिकी रहती है।
ਅੰਮ੍ਰਿਤ ਵੇਲੇ ਦੀ ਕੀਤੀ ਇਸ ਕਮਾਈ ਦਾ ਸਦਕਾ ਮਨੁੱਖ ਦੁਨੀਆ ਦੇ ਧੰਦਿਆਂ ਤੇ ਹੱਲਿਆਂ ਤੋਂ ਬਚਦਾ ਹੋਇਆ ਆਤਮਕ ਅਡੋਲਤਾ ਵਿੱਚ ਜਾ ਟਿਕਦਾ ਹੈ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ, ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ, ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਜੋ ਵਿਥ ਜੀਵ ਦੀ ਪਰਮਾਤਮਾ ਨਾਲ ਬਣੀ ਹੋਈ ਹੈ ਉਹ ਕਿਸੇ ਪੁੰਨ ਦਾਨ ਕਰਨ ਨਾਲ ਨਹੀਂ ਮਿਟ ਸਕਦੀ। ਜੇ ਕੋਈ ਮਨੁੱਖ ਮਾਇਕ ਭੇਟਾ ਪੇਸ਼ ਕਰਕੇ ਇਸ ਵਿਥ ਨੂੰ ਮਿਟਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਹ ਆਪਣੇ ਮਨੋਰਥ ਵਿੱਚ ਸਫਲ ਨਹੀਂ ਹੋ ਸਕਦਾ, ਕਿਉਂਕਿ ਦਾਤਾਂ ਤਾਂ ਸਾਰੀਆਂ ਉਸ ਪਰਮਾਤਮਾ ਦੀਆਂ ਹੀ ਦਿੱਤੀਆਂ ਹੋਈਆਂ ਹਨ। ਵਿਥ ਮਿਟਾਉਣ ਦਾ ਇੱਕੋ ਇੱਕ ਵਸੀਲਾ ਹੈ, ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਤੇ ਉਸ ਦਾ ਨਾਮ ਸਿਮਰਨ ਕਰਨਾ। ਜੇ ਕੋਈ ਮਨੁੱਖ ਐਸੀ ਕਾਰ ਕਰਦਾ ਹੈ ਤਾਂ ਉਸ ਤੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ, ਉਸ ਨੂੰ ਪ੍ਰਭੂ ਵੱਲੋਂ ਪ੍ਰੇਮ ਬਟੋਲਾ ਮਿਲਦਾ ਹੈ, ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਾਰਿਆਂ ਵਿੱਚ ਵਸਦਾ ਵੇਖਦਾ ਹੈ। ਗੁਰੂ ਨਾਨਕ ਦੇਵ ਜੀ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਜਪਜੀ ਸਾਹਿਬ ਵਿੱਚ ਇਸ ਤਰ੍ਹਾਂ ਬਖਾਨ ਕੀਤਾ ਹੈ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਜੋ ਜੀਵ ਅੰਮ੍ਰਿਤ ਵੇਲੇ ਨੂੰ ਨਹੀਂ ਸੰਭਾਲਦੇ ਉਹ ਆਲਸੀ ਹੁੰਦੇ ਹਨ। ਉਹਨਾਂ ਦਾ ਮਨ ਗੁਰਬਾਣੀ ਪੜਨ ਜਾਂ ਸੁਣਨ ਵਿੱਚ ਜੁੜ ਹੀ ਨਹੀਂ ਸਕਦਾ, ਕਿਉਂਕਿ ਜੇ ਮਨ ਹੀ ਨਾ ਜੁੜਿਆ ਤਾਂ ਰਸਤਾ ਕਿੱਥੋਂ ਆਣਾ ਹੋਇਆ। ਗੁਰੂ ਅਰਜਨ ਦੇਵ ਜੀ ਨੇ ਵੀ ਮਾਨਸਿਕ ਅਤੇ ਸਰੀਰਿਕ ਦੋਹਾਂ ਦੁੱਖਾਂ ਦਾ ਇਲਾਜ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਸਿਫਤ ਸਲਾਹ ਕਰਨ ਨੂੰ ਹੀ ਦੱਸਿਆ ਹੈ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਚਲਾਗੇ ਉਠ ਨਾਮ ਜਪ, ਨਿਸਬਾਸੁਰ ਆਰਾਧ, ਕਾढ़ा तुझे ना ब्याह पई, नानक मिटे उपाद। ਅੰਮ੍ਰਿਤ ਵੇਲੇ ਦਾ ਨਜ਼ਾਰਾ ਕੁਦਰਤੀ ਤੌਰ ਤੇ ਐਸਾ ਹੁੰਦਾ ਹੈ ਕਿ ਮਨ ਦੀ ਇਕਾਗਰਤਾ ਆਪਣੇ ਆਪ ਹੀ ਬਣ ਜਾਂਦੀ ਹੈ। ਐਸੇ ਸਮੇਂ ਜਦੋਂ ਚਿੜੀਆਂ ਆਦਿ ਪੰਛੀ ਚਹਿਕਦੇ ਹਨ, ਮਨੁੱਖ ਦੀ ਆਵਾਜਾਈ ਜਾਂ ਆਮ ਰੌਲਾ ਗੋਲਾ ਨਹੀਂ ਹੁੰਦਾ, ਉਸ ਸਮੇਂ ਪੰਛੀਆਂ ਦਾ ਚਹਿਕਣਾ ਵੀ ਮਨ ਨੂੰ ਸੁਹਾਵਣਾ ਲੱਗਦਾ ਹੈ। ਕੁਦਰਤ ਵੱਲੋਂ ਇਹਨਾਂ ਪੰਛੀਆਂ ਰਾਹੀਂ ਮਨੁੱਖ ਨੂੰ ਇਹ ਪ੍ਰੇਰਨਾ ਦਿੱਤੀ ਜਾਂਦੀ ਹੈ ਕਿ ਪੋਹ ਫੁਟਾਲੇ ਦਾ ਸਮਾਂ ਸੁੱਤੇ ਰਹਿਣ ਦਾ ਨਹੀਂ ਹੈ, ਇਹ ਸਮਾਂ ਪਰਮਾਤਮਾ ਦੀ ਯਾਦ ਵਿੱਚ ਜੁੜਨ ਦਾ ਹੈ। ਇਸ ਸਮੇਂ ਰੱਬੀ ਪਿਆਰ ਦੇ ਤਰੰਗ ਮਨੁੱਖ ਦੇ ਮਨ ਵਿੱਚ ਉੱਠ ਸਕਦੇ ਹਨ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਚਿੜੀ ਚਹਿਕੀ ਪੋਹ ਫੁਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮ ਰੰਗ। ਜਿਵੇਂ ਤਰੇਲ ਭਿੱਜੀ ਰਾਤ ਨੂੰ ਆਕਾਸ਼ ਵਿੱਚ ਤਾਰੇ ਢਲਗਾ ਮਾਰਦੇ ਹਨ, ਉਸੇ ਤਰ੍ਹਾਂ ਪ੍ਰਭੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਹਿਰਦੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਦਾ ਅਭਿਆਸ ਕਰਦੇ ਹਨ। ਇਸ ਅਭਿਆਸ ਸਦਕਾ ਉਹਨਾਂ ਅੰਦਰ ਐਸੇ ਆਤਮਕ ਗੁਣ ਲਿਸ਼ਕਾ ਮਾਰਦੇ ਹਨ ਕਿ ਵਿਕਾਰਾਂ ਦੇ ਹੱਲੇ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੇ। ਸ਼੍ਰੀ ਗੁਰੂ ਰਾਮਦਾਸ ਜੀ ਕਹਿੰਦੇ ਹਨ, ਪਿੰਨੀ ਰਣੜੀਏ ਚਮਕਿਨ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੈ, ਨਾਮ ਸਿਮਰੈ ਅੰਦਿਨੋ, ਚਰਨ ਕਮਲ ਧਿਆਨ ਹਿਰਦੈ, ਪ੍ਰਭ ਬਿਸਰ ਨਾਹੀ ਇੱਕ ਖਿਨੋ। ਜਿਵੇਂ ਹਰ ਇੱਕ ਫਸਲ ਦੇ ਬੀਜਣ ਦਾ ਸਮਾਂ ਵੱਖੋ ਵੱਖਰਾ ਹੁੰਦਾ ਹੈ ਤੇ ਜੇ ਫਸਲ ਠੀਕ ਸਮੇਂ ਸਿਰ ਨਾ ਬੀਜੀ ਜਾਏ ਤਾਂ ਕਿਸਾਨ ਨੂੰ ਉਸ ਦਾ ਪੂਰਾ ਲਾਭ ਨਹੀਂ ਹੋ ਸਕਦਾ। ਉਸੇ ਤਰ੍ਹਾਂ ਨਾਮ ਦੇ ਬੀਜਣ ਦਾ ਉੱਤਮ ਸਮਾਂ ਅੰਮ੍ਰਿਤ ਵੇਲਾ ਹੀ ਹੈ। ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਇਹ ਨਾਮ ਬੀਜ ਇਤਨਾ ਪ੍ਰਫੁੱਲਿਤ ਹੁੰਦਾ ਹੈ ਕਿ ਮਨੁੱਖ ਨੂੰ ਆਤਮਿਕ ਜੀਵਨ ਦਾ ਤੋਟਾ ਨਹੀਂ ਆਉਂਦਾ। ਗੁਰੂ ਸਾਹਿਬ ਕਹਿੰਦੇ ਹਨ, ਹਰ ਤਨ ਰਤਨ ਜਵੇਹਰ ਮਾਨਕ, ਹਰ ਤਨ ਨਾਲ ਅੰਮ੍ਰਿਤ ਵੇਲਾ ਵਤੈ, ਹਰ ਭਗਤੀ ਹਰ ਲਿਵਲਾਈ, ਹਰ ਤਨ ਅੰਮ੍ਰਿਤ ਵੇਲਾ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁਟੇ ਨਾਹੀ, ਹਲਤ ਪਲਤ ਹਰ ਤਨੈ ਕੀ, ਭਗਤਾ ਕੋ ਮਿਲੀ ਵਡਿਆਈ। ਭਗਤ ਫਰੀਦ ਜੀ ਵੀ ਮਨੁੱਖ ਨੂੰ ਅੰਮ੍ਰਿਤ ਵੇਲੇ ਉੱਠਣ ਵਾਸਤੇ ਪ੍ਰੇਰਨਾ ਦਿੰਦੇ ਹੋਏ ਕਹਿੰਦੇ ਹਨ ਕਿ ਜੋ ਮਨੁੱਖ ਅੰਮ੍ਰਿਤ ਵੇਲੇ ਨੂੰ ਨਹੀਂ ਸੰਭਾਲਦਾ ਉਹ ਜਿਉਂਦਿਆਂ ਵਿੱਚ ਗਿਣਿਆ ਹੀ ਨਹੀਂ ਜਾ ਸਕਦਾ, ਕਿਉਂਕਿ ਐਸਾ ਮਨੁੱਖ ਮਰਿਆ ਹੋਇਆ ਹੀ ਸਮਝਣਾ ਚਾਹੀਦਾ ਹੈ। ਐਸਾ ਮਨੁੱਖ ਵੇਖਣ ਨੂੰ ਤਾਂ ਜਿਉਂਦਾ ਹੈ ਪਰ ਅਸਲ ਵਿੱਚ ਉਸਨੇ ਆਤਮਕ ਮੌਤ ਸਹੇੜੀ ਹੋਈ ਹੈ। ਐਸਾ ਮਨੁੱਖ ਮਰਿਆ ਹੋਇਆ ਹੀ ਸਮਝਣਾ ਚਾਹੀਦਾ ਹੈ। ਭਗਤ ਫਰੀਦ ਜੀ ਕਹਿੰਦੇ ਹਨ ਕਿ ਐਸਾ ਮਨੁੱਖ ਬੇਸ਼ੱਕ ਪਰਮਾਤਮਾ ਨੂੰ ਭੁਲਾ ਬੈਠਾ ਹੈ ਪਰ ਪਰਮਾਤਮਾ ਦਾ ਮਨੁੱਖ ਦੇ ਕੀਤੇ ਹੋਏ ਚੰਗੇ ਬੁਰੇ ਅਮਲਾਂ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਹੈ। ਭਗਤ ਸਾਹਿਬ ਫਰਮਾਉਂਦੇ ਹਨ, ਫਰੀਦਾ ਪਿਛਲ ਰਾਤ ਨਾ ਜਾਗਿਓ, ਜਿਵਦੜੋ ਮੁਹਿਓ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਜੀਵ ਰੂਪੀ ਪਪੀਹਾ ਪ੍ਰਭੂ ਦੇ ਦਰ ਤੇ ਅਰਜ਼ੋਈ ਕਰਦਾ ਹੈ
ਤਾਂ ਪਰਮਾਤਮਾ ਦੇ ਦਰ ਤੇ ਉਸ ਦੀ ਅਰਦਾਸ ਜ਼ਰੂਰ ਸੁਣੀ ਜਾਂਦੀ ਹੈ। ਪ੍ਰਭੂ ਵੱਲੋਂ ਗੁਰੂ ਰੂਪੀ ਬਦਲ ਨੂੰ ਹੁਕਮ ਹੁੰਦਾ ਹੈ ਕਿ ਇਸ ਜੀਵ ਪਪੀਹੇ ਉੱਤੇ ਮਿਹਰ ਕਰੋ ਤੇ ਨਾਮ ਅੰਮ੍ਰਿਤ ਜਲ ਦੀ ਪਰਖਾ ਕਰੋ। ਜਦੋਂ ਜੀਵ ਰੂਪੀ ਪਪੀਹੇ ਨੂੰ ਅੰਮ੍ਰਿਤ ਜਲ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਹ ਤ੍ਰਿਪਤ ਹੋ ਜਾਂਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਵਰਸੋਂ ਕੀ ਪਾਤਾਰ। ਭਾਈ ਗੁਰਦਾਸ ਜੀ ਨੇ ਵੀ ਸਿਫਤ ਸਲਾਹ ਕਰਨ ਦਾ ਉੱਤਮ ਵੇਲਾ ਅੰਮ੍ਰਿਤ ਵੇਲਾ ਹੀ ਦੱਸਿਆ ਹੈ। ਭਾਈ ਸਾਹਿਬ ਕਹਿੰਦੇ ਹਨ, ਸਿਫਤ ਸਲਾਹਨ ਅੰਮ੍ਰਿਤ ਵੇਲਾ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੋ ਮਨੁੱਖ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਤੇ ਸਾਵਧਾਨ ਹੋ ਕੇ ਪ੍ਰਭੂ ਦੇ ਨਾਮ ਸਿਮਰਨ ਦਾ ਅਭਿਆਸ ਕਰਦੇ ਹਨ, ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਂਦਾ ਹਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ, ਕੁਰਬਾਨੀ ਤਿਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹਿੰਦੇ, ਕੁਰਬਾਨੀ ਤਿਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਣਾ ਵੰਦੇ, ਕੁਰਬਾਨੀ ਤਿਨਾ ਗੁਰਸਿੱਖਾਂ ਹੋਏ ਇੱਕ ਮਨ ਗੁਰੂ ਜਾਪ ਜਪੰਦੇ। ਸੋ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਸਮਝੀਏ ਤੇ ਅੰਮ੍ਰਿਤ ਵੇਲੇ ਉੱਠਣ ਦੇ ਨੇਮ ਨੂੰ ਆਪਣੇ ਜੀਵਨ ਵਿੱਚ ਪੱਕਾ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਹਰਪ੍ਰੀਤ ਕੌਰ ਜੀ ਵੱਲੋਂ ਅੰਮ੍ਰਿਤ ਵੇਲੇ ਦੇ ਵਿਸ਼ੇ ਤੇ ਗੁਰਮਤਿ ਸਿਧਾਂਤਾਂ ਅੰਦਰ ਤਿਆਰ ਕੀਤਾ ਹੋਇਆ ਜੋ ਵਿਸ਼ਾ ਆਪ ਜੀ ਨੇ ਬੜੇ ਥੋੜੇ ਸਮੇਂ 10 ਮਿੰਟ ਦੇ ਸਮੇਂ ਵਿੱਚ ਸਰਵਣ ਕੀਤਾ ਹੈ। ਅਸੀਂ ਸਾਰੇ ਯਤਨ ਕਰੀਏ ਅੰਮ੍ਰਿਤ ਵੇਲਾ ਸਿੱਖ ਦੇ ਜੀਵਨ ਦੀ ਥੰਮੀ ਹੈ, ਇਸ ਨੂੰ ਸੰਭਾਲੀਏ। ਹੁਣ ਇਹਨਾਂ ਤੋਂ ਬਾਅਦ ਭੈਣ ਬਲਜੀਤ ਕੌਰ ਜੀ ਜੋ ਸਾਡੇ ਜੰਮੂ ਦਾ ਜੋ ਰਾਣੀ ਤਲਾਬ ਸਰਕਲ ਹੈ ਉਸ ਦੇ ਇੰਚਾਰਜ ਹਨ, ਉਹ 15 ਮਿੰਟ ਦੇ ਸਮੇਂ ਵਾਸਤੇ ਸਾਨੂੰ ਲੈਕਚਰ ਸਰਵਣ ਕਰਾਉਣਗੇ। ਸਿੱਖ ਧਰਮ ਵਿੱਚ ਬੀਬੀਆਂ ਦਾ ਯੋਗਦਾਨ। ਆਓ ਭੈਣ ਬਲਜੀਤ ਕੌਰ ਜੀ ਵੱਲੋਂ ਵਿਚਾਰ ਸਰਵਣ ਕਰੋ ਜੀ। ਫੋਟੋਗ੍ਰਾਫਰ ਵੀਰ ਜੀ ਦੇ ਚਰਨਾਂ ਬੇਨਤੀ ਹੈ ਕਿ ਸੰਗਤ ਤੇ ਬੁਲਾਰੇ ਵਿੱਚ ਤਾਲਮੇਲ ਰੁਕਾਵਟ ਬਣਨ ਦਾ ਉਹ ਕਾਰਨ ਨਾ ਬਣਨ ਤੋਂ ਸੁਚੇਤ ਹੋ ਕੇ ਆਪਣੇ ਕਿਰਿਆ ਨਿਭਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਰ ਰਹੇ ਸਤਸੰਗੀ ਜਨੋ, ਗੁਰੂ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਵਿਸ਼ਾ ਹੈ ਸਿੱਖ ਬੀਬੀਆਂ ਦਾ ਇਤਿਹਾਸ ਵਿੱਚ ਕੀ ਯੋਗਦਾਨ ਸੀ। ਜਦੋਂ ਅਸੀਂ ਅਰਦਾਸ ਵਿੱਚ ਸੁਣਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਤਾਂ ਉਦੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਸਿੱਖ ਔਰਤ ਦਾ ਸਨਮਾਨ ਕਿੰਨਾ ਸਾਵਾਂ, ਪੱਧਰਾ ਤੇ ਨਿਵੇਕਲਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਮਾਜਿਕ, ਆਰਥਿਕ ਤੇ ਭਾਈਚਾਰਕ ਵਿਤਕਰਿਆਂ ਉੱਤੇ ਵਿਰੋਧ ਕਰਨਾ ਸ਼ੁਰੂ ਕੀਤਾ ਤੇ ਨਾਲ ਹੀ ਇਸਤਰੀ ਜਾਤੀ ਦੀ ਦੁਰਦਸ਼ਾ ਵੇਖ ਕੇ ਤੇ ਉਹਨਾਂ ਨੇ ਇੱਕ ਹਾਂ ਦਾ ਨਾਰਾ ਮਾਰਿਆ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਤੇ ਲੋਕਾਂ ਨੂੰ ਸਮਝਾਇਆ ਕਿ ਜਿਹੜੀ ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਹੈ ਉਸ ਨੂੰ ਮਾੜਾ ਕਿਉਂ ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ, ਗੁਰੂ ਸਾਹਿਬਾਂ ਨੇ ਜਿੰਨੀ ਨਾਮ ਧਿਆਇਆ ਗੇ ਮਸ਼ੱਕਤ ਘਾਲ ਕਹਿ ਕੇ ਔਰਤ ਤੇ ਮਰਦ ਦਾ ਭਿੰਨ ਭੇਦ ਹੀ ਖਤਮ ਕਰ ਦਿੱਤਾ। ਗੁਰੂ ਸਾਹਿਬਾਂ ਨੇ ਤੇ ਔਰਤ ਦੇ ਗੁਣਾਂ ਨੂੰ ਪ੍ਰਭੂ ਪ੍ਰਾਪਤੀ ਦਾ ਸਾਧਨ ਤੱਕ ਕਹਿ ਦਿੱਤਾ। ਜੇ ਗੁਰੂ ਸਾਹਿਬਾਂ ਨੇ ਔਰਤ ਨੂੰ ਇੰਨਾ ਸਨਮਾਨ ਦਿੱਤਾ ਤੇ ਸਿੱਖ ਇਤਿਹਾਸ ਅੰਦਰ ਫਿਰ ਉਹ ਮੱਲਾਂ ਸਿੱਖ ਇਸਤਰੀਆਂ ਨੇ ਵੀ ਮਾਰੀਆਂ ਜਿਨ੍ਹਾਂ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ। ਜਦੋਂ ਮੀਰ ਮਨੂੰ ਵੇਲੇ ਸਿੱਖਾਂ ਤੇ ਜ਼ੁਲਮ ਹੋਣੇ ਸ਼ੁਰੂ ਹੋਏ ਤਾਂ ਸਿੱਖ ਔਰਤਾਂ ਤੇ ਬੀਬੀਆਂ ਨੂੰ ਘਰਾਂ ਵਿੱਚੋਂ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਡੱਕਿਆ ਗਿਆ। ਉੱਥੇ ਸਿੱਖ ਬੀਬੀਆਂ ਨੂੰ ਸਵਾ ਮਨ ਪਿਸਣਾ ਪਿਆ, ਖੰਨੀ ਰੋਟੀ ਤੇ ਗੁਜ਼ਾਰਾ ਕਰਨਾ ਪਿਆ। ਉਹਨਾਂ ਦੀ ਝੋਲੀਆਂ ਵਿੱਚੋਂ ਦੁੱਧ ਪੀਂਦੇ ਬੱਚੇ ਖੋਹ ਕੇ
ਉਹਨਾਂ ਦੇ ਸਾਹਮਣੇ ਕਤਲ ਕੀਤੇ ਗਏ, ਉਹਨਾਂ ਦੇ ਪੇਟ ਚਾਕ ਕਰਕੇ, ਉਹਨਾਂ ਦੀਆਂ ਆਂਦਰਾਂ ਬਾਹਰ ਕੱਢ ਕੇ ਉਹਨਾਂ ਦੇ ਗਲਾਂ ਵਿੱਚ ਪਾਈਆਂ ਗਈਆਂ, ਉਹਨਾਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਉਹਨਾਂ ਦੀਆਂ ਟੋਕਰੀਆਂ ਭਰੀਆਂ ਗਈਆਂ, ਉਹਨਾਂ ਦੀਆਂ ਝੋਲੀਆਂ ਭਰੀਆਂ ਗਈਆਂ। ਪਰ ਉਹਨਾਂ ਗੁਰੂ ਸ਼ੇਰ ਬੱਚਿਆਂ ਨੇ ਇੱਕ ਵਾਰੀ ਵੀ ਗੁਰੂ ਸਿਧਾਂਤਾਂ ਨੂੰ ਪਿੱਠ ਨਹੀਂ ਦਿੱਤੀ, ਗੁਰੂ ਤੋਂ ਮੂੰਹ ਨਹੀਂ ਮੋੜਿਆ। ਉਹ ਫਿਰ ਵੀ ਸ਼ਾਮ ਨੂੰ ਅਰਦਾਸ ਕਰਦੀਆਂ, ਵਾਹਿਗੁਰੂ ਤੇਰੇ ਭਾਣੇ ਵਿੱਚ ਦਿਨ ਸੁੱਖ ਦਾ ਬਤੀਤ ਹੋਇਆ ਤੇ ਰਾਤ ਸੁੱਖ ਦੀ ਬਤੀਤ ਹੋਵੇ। ਕੋਈ ਵੀ ਸਿੰਘ ਬੱਚੀ ਅਜਿਹੀ ਨਹੀਂ ਸੀ ਗੁਰੂ ਦੀ ਜਿਸ ਨੇ ਇਹ ਕਿਹਾ ਹੋਵੇ ਕਿ ਮੈਂ ਸਿੱਖ ਧਰਮ ਤੋਂ ਬਾਗੀ ਹਾਂ ਜਾਂ ਮੁਨਕਰ ਹਾਂ। ਜਦੋਂ ਸਿੰਘਾਂ ਨੂੰ ਆਪਣੀ ਹੋਂਦ ਬਚਾਉਣ ਵਾਸਤੇ ਜੰਗਲਾਂ, ਬੇਲਿਆਂ, ਝੱਲਾਂ ਦਾ ਸਹਾਰਾ ਲੈਣਾ ਪਿਆ ਤਾਂ ਵੀ ਸਿੱਖ ਬੀਬੀਆਂ ਨੇ ਆਪਣਾ ਬਖੂਬੀ ਯੋਗਦਾਨ ਨਿਭਾਇਆ। ਉਹ ਸਾਰਾ ਦਿਨ ਚੱਕੀ ਪੀਂਦੀਆਂ, ਪ੍ਰਸ਼ਾਦੇ ਤਿਆਰ ਕਰਦੀਆਂ ਤੇ ਉਹਨਾਂ ਸਿੰਘਾਂ ਤਾਈਂ ਪਹੁੰਚਾਉਂਦੀਆਂ। ਭਾਵੇਂ ਉਸ ਵੇਲੇ ਇੰਨਾ ਵਿਖੜਾ ਪੈਂਦਾ ਸੀ ਜਿਸ ਵਿੱਚ ਭਾਵੇਂ ਉਹਨਾਂ ਨੂੰ ਆਪਣਾ ਆਪ ਕਟਵਾਉਣਾ ਪਿਆ, ਭਾਵੇਂ ਪਤੀ ਸ਼ਹੀਦ ਕਰਵਾਉਣੇ ਪਏ, ਭਾਵੇਂ ਬੱਚੇ ਸ਼ਹੀਦ ਕਰਾਉਣੇ ਪਏ, ਪਰ ਉਹਨਾਂ ਨੇ ਸਿੱਖ ਧਰਮ ਤੋਂ ਮੂੰਹ ਨਾ ਮੋੜਿਆ। ਇਸੇ ਵੇਲੇ ਭਾਈ ਤਾਰੂ ਸਿੰਘ ਦੀ ਮਾਂ ਤੇ ਭੈਣ ਇਸੀ ਸੇਵਾ ਨਿਭਾਉਂਦਿਆਂ ਹੋਇਆਂ ਭਾਵੇਂ ਉਹਨਾਂ ਨੂੰ ਆਪਣੇ ਨੌਜਵਾਨ ਵੀਰ ਦਾ ਖੋਪਰ ਉਤਰਵਾਉਣਾ ਪਿਆ, ਪਰ ਉਹਨਾਂ ਨੇ ਸਾਰੀਆਂ ਸੇਵਾਵਾਂ ਜਾਰੀ ਰੱਖੀਆਂ। ਗੁਰੂ ਸਾਹਿਬਾਂ ਨੇ ਸਿਰਫ ਜ਼ੁਬਾਨੀ ਕਲਾਮੀ ਹੀ ਔਰਤ ਨੂੰ ਸਨਮਾਨ ਨਹੀਂ ਦਿੱਤਾ, ਸਗੋਂ ਉਹਨਾਂ ਨੂੰ ਯੋਗ ਸੇਵਾਵਾਂ ਵੀ ਦਿੱਤੀਆਂ ਤੇ ਉਹਨਾਂ ਨੂੰ ਬੜੇ ਹੀ ਜ਼ਿੰਮੇਵਾਰੀ ਨਾਲ ਔਰਤਾਂ ਨੇ ਨਿਭਾਇਆ। ਮਾਤਾ ਖੀਵੀ ਜੀ ਨੂੰ ਉਹਨਾਂ ਨੇ ਲੰਗਰ ਦੀ ਪ੍ਰਬੰਧਕ ਦਾ ਪ੍ਰਬੰਧ ਦਿੱਤਾ ਤੇ ਜਿਸ ਨੂੰ ਮਾਤਾ ਖੀਵੀ ਜੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਉਹਨਾਂ ਨੂੰ ਨਿਭਾਇਆ ਤੇ ਇੰਨੀ ਕਰੜੀ ਘਾਲ ਉਹਨਾਂ ਨੇ ਗੁਰੂ ਦਰਬਾਰ ਵਿੱਚ ਕਾਲੀ, ਜਿਸ ਕਰਕੇ ਉਹਨਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਵਿੱਚ ਦਰਜ ਹੋ ਗਿਆ। ਕਹਿੰਦੇ ਹਨ ਕਿ ਮਾਤਾ ਖੀਵੀ ਜੀ ਜਿੱਥੇ ਗੁਰੂ ਘਰ ਵਿੱਚ ਸੇਵਾ ਨਿਭਾਉਂਦੇ ਸਨ ਤੇ ਉਹ ਆਪਣੇ ਅੰਤਮ ਸਮਾਸਾਂ ਤੱਕ ਉਹਨਾਂ ਨੇ ਲੰਗਰ ਦੀ ਸੇਵਾ ਨਿਭਾਈ। ਉੱਥੇ ਆਪਣੇ ਪੁੱਤਰਾਂ ਨੂੰ ਆਪਣੀ ਕਿਰਤ ਕਰਕੇ ਨਿਰਵਾਹ ਕਰਨ ਲਈ ਪ੍ਰੇਰਨਾ ਕਰਦੇ, ਆਪਣੀ ਬੱਚੀਆਂ ਨੂੰ ਗੁਰਮਤਿ ਅਨੁਸਾਰੀ ਜੀਵਨ ਜਿਉਣ ਲਈ ਉਹਨਾਂ ਨੇ ਤਿਆਰ ਕੀਤਾ। ਇਸੇ ਲਈ ਬੀਬੀ ਅਮਰੋ ਜੋ ਗੁਰੂ ਅਮਰਦਾਸ ਜੀ ਦੇ ਪਿੰਡ ਬਾਸਰਕੇ ਵਿਖੇ ਉਹਨਾਂ ਦੇ ਛੋਟੇ ਭਰਾ ਮਾਨਕ ਚੰਦ ਦੇ ਪੁੱਤਰ ਜੱਸੂ ਨੂੰ ਵਿਆਹੀ ਹੋਈ ਸੀ, ਜਦੋਂ ਉਹ ਆਪਣੇ ਸਹੁਰੇ ਘਰ ਵਿੱਚ ਅੰਮ੍ਰਿਤ ਵੇਲਾ ਸਾਂਭਦੀ ਤਾਂ ਮਾਨੋ ਸਾਰਾ ਜਿਹੜਾ ਵਾਤਾਵਰਨ ਇਲਾਹੀ ਕਰ ਦਿੰਦੇ। ਇੱਕ ਦਿਨ ਗੁਰੂ ਅਮਰਦਾਸ ਜੀ ਨੇ ਉਹਨਾਂ ਕੋਲੋਂ ਸ਼ਬਦ ਸੁਣਿਆ। ਬੀਬੀ ਜੀ ਬੜੀ ਮਿੱਠੀ ਆਵਾਜ਼ ਵਿੱਚ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਸਨ। ਉਹ ਸ਼ਬਦ ਗਾਇਨ ਕਰ ਰਹੇ ਸਨ, ਕਰਨੀ ਕਾਗਦ ਮਨ ਮਸਵਾਨੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੋ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਵਿਸਰਤ ਤੇਰੇ ਗੁਣ ਗਲਿਆ। ਜਦੋਂ ਗੁਰੂ ਅਮਰਦਾਸ ਜੀ ਨੇ ਇਹ ਸ਼ਬਦ ਸੁਣਿਆ ਤੇ ਉਹਨਾਂ ਨੂੰ ਇੰਜ ਲੱਗਾ ਮਾਨੋ ਮੇਰੇ ਮਨ ਦੀ ਦਸ਼ਾ ਹੀ ਬਿਆਨ ਕੀਤੀ ਹੋਵੇ ਤੇ ਗੁਰੂ ਸਾਹਿਬ ਫਿਰ ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਅੰਗਦ ਦੇ ਦਰਬਾਰ ਪਹੁੰਚੇ ਤੇ ਉੱਥੇ ਅਜਿਹੀ ਘਾਲ ਨਾ ਘਾਲੀ ਕਿ ਫਿਰ ਉਹ ਸਿੱਖ ਧਰਮ ਦੇ ਤੀਜੇ ਪਾਤਸ਼ਾਹ ਹੋ ਨਿਬੜੇ। ਇਹ ਸਾਰੀ ਦੇਣ ਬੀਬੀ ਅਮਰੋ ਜੀ ਦੀ ਸੀ। ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਦੀ ਸਿੱਖ ਧਰਮ ਵਿੱਚ ਇੱਕ ਵਿਸ਼ੇਸ਼ ਸ਼ਖਸੀਅਤ ਹਨ। ਉਹ ਗੁਰੂ ਪੁੱਤਰੀ ਹਨ, ਗੁਰੂ ਪਤਨੀ ਹਨ, ਗੁਰੂ ਮਾਂ ਹਨ, ਗੁਰੂ ਦਾਦੀ ਹਨ, ਗੁਰੂ ਪੜਦਾਦੀ ਹਨ। ਬੜਾ ਸੇਵਾ ਤੇ ਸਿਮਰਨ ਵਾਲਾ ਸੁਭਾਅ ਸੀ ਉਹਨਾਂ ਦਾ। ਉਹ ਹਮੇਸ਼ਾ ਭਗਤੀ ਵਿੱਚ ਲੀਨ ਰਹਿੰਦੇ। ਕਿਸੇ ਨੇ ਠੀਕ ਕਿਹਾ ਕਿ ਇੰਜ ਲੱਗਦਾ ਸੀ ਕਿ ਜਿਵੇਂ ਭਗਤੀ ਸਰੀਰ ਦਾ ਰੂਪ ਧਾਰ ਕੇ ਗੁਰੂ ਘਰ ਆ ਗਈ ਹੋਵੇ। ਬੀਬੀ ਭਾਨੀ ਜੀ ਬੜੇ ਹੀ ਸਾਦਾ ਸੁਭਾਅ ਦੇ ਸਨ। ਜਦੋਂ ਭਾਈ ਜੇਠਾ ਜੀ ਨਾਲ, ਜੋ ਪਹਿਲੇ ਬਾਅਦ ਵਿੱਚ ਗੁਰੂ ਰਾਮਦਾਸ ਜੀ ਬਣੇ, ਭਾਈ ਜੇਠਾ ਜੀ ਨਾਲ ਜਦੋਂ ਉਹਨਾਂ ਦਾ ਆਨੰਦ ਕਾਰਜ ਹੋਇਆ ਤਾਂ ਉਹਨਾਂ ਦੀ ਸਾਦਗੀ ਵੇਖਣ ਵਾਲੀ ਸੀ। ਮੈਂ ਕਾਲਫ ਉਹਨਾਂ ਬਾਰੇ ਲਿਖਦਾ ਹੈ ਕਿ ਇੱਕ ਦਿਨ ਜਦੋਂ ਵਿਆਹ ਤੋਂ ਕੁਝ ਦਿਨਾਂ ਬਾਅਦ ਕਿਸੇ ਸਿੰਘ ਨੇ ਵੇਖਿਆ ਕਿ ਬੀਬੀ ਜੀ ਇੰਨੇ ਸਾਦੇ ਕੱਪੜਿਆਂ ਵਿੱਚ ਲੰਗਰ ਦੀ ਸੇਵਾ ਨਿਭਾ ਰਹੇ ਹਨ ਤਾਂ ਉਹਨਾਂ ਨੇ, ਕੁਝ ਗੁਰਸਿੱਖਾਂ ਨੇ ਉਹਨਾਂ ਨੂੰ ਵਧੀਆ ਕੱਪੜੇ ਤੇ ਗਹਿਣੇ ਭੇਟ ਕੀਤੇ। ਪਰ ਮਾਤਾ ਜੀ ਨੇ ਇਹ ਕਹਿ ਕੇ ਲੈਣੋਂ ਨਾ ਕਰ ਦਿੱਤੀ ਕਿ ਗੁਰੂ ਘਰ ਵਿੱਚ ਲੰਗਰ ਵਿੱਚ ਤੋੜ ਨਾ ਆਏ, ਪੈਸੇ ਦੀ ਠੀਕ ਵਰਤੋਂ ਹੋਵੇ, ਲੰਗਰ ਵਿੱਚ ਤੋੜ ਨਾ ਆਵੇ ਤੇ ਆਏ ਗਏ ਦੀ ਸੇਵਾ ਪੂਰੀ ਹੋਵੇ। ਇੱਥੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਬੀਬੀ ਭਾਨੀ ਜੀ ਕਿੰਨੇ ਸਾਦਗੀ ਵਾਲੇ ਜੀਵਨ ਜਿਉਂਦੇ ਸਨ। ਉਹ ਕਦੀ ਵੀ ਕਿਸੇ ਨੂੰ ਅਸੀਸ ਦਿੰਦੇ ਤੇ ਧੀਆਂ ਪੁੱਤਰਾਂ ਦੀ ਨਹੀਂ ਦਿੰਦੇ, ਸਗੋਂ ਸੇਵਾ ਤੇ ਸਿਮਰਨ ਦੀ ਅਸੀਸ ਦਿੰਦੇ। ਉਹਨਾਂ ਦੀ ਅਸੀਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਅੰਦਰ ਅੰਕਿਤ ਕਰ ਦਿੱਤਾ ਹੈ। ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। हे ਪੁੱਤਰ,
ਤੈਨੂੰ ਮਾਂ ਦੀ ਅਸੀਸ ਹੈ ਕਿ ਤੈਨੂੰ ਇੱਕ ਅੱਖ ਚਮਕਣ ਜਿੰਨੇ ਫੌਜ ਵਿੱਚ ਵੀ ਪਰਮਾਤਮਾ ਦਾ ਨਾਮ ਨਾ ਭੁੱਲੇ ਤੇ ਤੂੰ ਸਦਾ ਉਸ ਪਰਮਾਤਮਾ ਦਾ ਨਾਮ ਜਪਦਾ ਰਹੇ। ਜੇ ਅੱਜ ਵੀ ਸਾਡੀਆਂ ਮਾਵਾਂ ਬੀਬੀ ਭਾਨੀ ਵਰਗੀ ਅਸੀਸ ਆਪਣੇ ਬੱਚਿਆਂ ਨੂੰ ਦੇਣ ਤਾਂ ਸਿੱਖ ਕੌਮ ਵਿੱਚ ਅਜਿਹਾ ਕੋਈ ਨੌਜਵਾਨ ਨਹੀਂ ਹੋਵੇਗਾ ਜਿਸ ਨੂੰ ਸੇਵਾ ਤੇ ਸਿਮਰਨ ਦੇ ਅਰਥ ਫੜ ਕੇ ਸਮਝਾਉਣੇ ਪੈਣ। ਕਿਉਂਕਿ ਜਿਵੇਂ ਘੁਮਿਆਰ ਇੱਕ ਮਿੱਟੀ ਤੋਂ ਇੱਕ ਸੁੰਦਰ ਭਾਂਡਾ ਕੱਢ ਦਿੰਦਾ ਹੈ, ਥੋੜਾ ਪੁਚਕਾਰ ਕੇ, ਥੋੜਾ ਪਿਆਰ ਕੇ, ਡਾਂਟ ਕੇ, ਇੱਕ ਮਾਂ ਵੀ ਉਸੇ ਤਰ੍ਹਾਂ ਆਪਣੇ ਬੱਚੇ ਦਾ ਜਿਹੜਾ ਆਚਰਣ ਕਰ ਸਕਦੀ ਹੈ, ਜੀਵਨ ਨੂੰ ਬਣਾ ਸਕਦੀ ਹੈ, ਉਸਦੇ ਅੰਦਰ ਉਹਦੀ ਆਤਮਾ ਨੂੰ ਵੀ ਸ਼ੁੱਧ ਕਰ ਸਕਦੀ ਹੈ, ਬਸ਼ਰਤੇ ਕਿ ਉਹ ਮਾਂ ਆਪ ਵੀ ਗੁਰਮਤਿ ਦੇ ਗੁਣਾਂ ਦੇ ਧਾਰਨੀ ਹੋਵੇ। ਰਸਕਨ ਨੂੰ ਕਿਸੇ ਨੇ ਪੁੱਛਿਆ ਕਿ ਤੈਨੂੰ ਪੂਰੀ ਬਾਈਬਲ ਯਾਦ ਕਿਵੇਂ ਹੋ ਗਈ, ਤਾਂ ਉਸਨੇ ਕਿਹਾ ਕਿ ਮੇਰੀ ਮਾਂ ਨੇ ਸੋਟੀਆਂ ਮਾਰ-ਮਾਰ ਕੇ ਮੇਰੀ ਚਮੜੀ ਵਿੱਚ ਵਾੜ ਦਿੱਤੀ ਹੈ। ਤੇ ਅੱਜ ਸਾਨੂੰ ਸੋਟੀਆਂ ਮਾਰਨ ਦੀ ਲੋੜ ਨਹੀਂ, ਬਸ ਸਦਾ ਭਜੋ ਜਗਦੀਸ਼ ਦਾ ਥਾਪੜਾ ਦੇਣ ਦੀ ਲੋੜ ਹੈ ਤੇ ਜੀਵਨ ਖੁਦ ਬਖੁਦ ਬਦਲ ਜਾਏਗਾ। ਸਿੱਖ ਇਤਿਹਾਸ ਦੀ ਇੱਕ ਮਹਾਨ ਲਿਖਾਰੀ ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਹਨ, ਉਹ ਹੈ ਬੀਬੀ ਰੂਪ ਕੌਰ। ਗੁਰੂ ਹਰ ਰਾਏ ਜੀ ਕੂੜੇ ਤੇ ਪਈ ਹੋਈ ਬੱਚੀ ਨੂੰ ਜਦੋਂ ਚੁੱਕ ਕੇ ਘਰ ਲੈ ਆਏ, ਜਿਸ ਨੂੰ ਕੁਰੂਪ ਸਮਝ ਕੇ ਉਸਦੇ ਮਾਪਿਆਂ ਨੇ ਉਹਨੂੰ ਬਾਹਰ ਸੁੱਟ ਦਿੱਤਾ ਸੀ, ਤੇ ਗੁਰੂ ਹਰ ਰਾਏ ਸਾਹਿਬ ਜੀ ਨੇ ਉਹਨਾਂ ਦਾ ਨਾਮ ਰੂਪ ਕੌਰ ਰੱਖਿਆ। ਆਪਣੇ ਬੱਚਿਆਂ ਨਾਲ ਉਹਨਾਂ ਦੀ ਪਰਵਰਿਸ਼ ਕੀਤੀ ਤੇ ਉਹ ਇੰਨੀ ਸਿਆਣੀ ਤੇ ਸੁਲਝੀ ਹੋਈ ਨੌਜਵਾਨ ਨਿਕਲੀ ਕਿ ਉਸਨੇ ਅਜਿਹਾ ਕੰਮ ਕੀਤਾ ਜੋ ਸਿੱਖ ਇਤਿਹਾਸ ਵਿੱਚ ਕਿਸੇ ਬੀਬੀ ਨੇ ਪਹਿਲੇ ਨਹੀਂ ਸੀ ਕੀਤਾ ਸੀ। ਉਹ ਗੁਰੂ ਸਾਹਿਬ ਸੰਗਤ ਨਾਲ ਜੋ ਗੱਲਬਾਤ ਕਰਦੇ, ਜੋ ਸਵਾਲ ਜਵਾਬ ਕਰਦੇ, ਬੀਬੀ ਰੂਪ ਕੌਰ ਉਹਨਾਂ ਨੂੰ ਲਿਖ ਲੈਂਦੀ। ਭਾਵੇਂ ਉਹ ਆਪਣੇ ਜੀਵਨ ਵਿੱਚ ਵਿਚਾਰਨ ਲਈ ਲਿਖਦੇ, ਪਰ ਅੱਜ ਵੀ ਉਹ 300 ਸਾਲ ਬਾਅਦ ਵੀ ਉਹ ਲਿਖਤਾਂ ਸਾਡੀ ਕੌਮ ਨੂੰ ਅਗਵਾਈ ਦੇ ਰਹੀਆਂ ਹਨ। ਗੁਰੂ ਸਾਹਿਬਾਂ ਨੇ ਪ੍ਰਚਾਰਕ ਵੀ ਬੀਬੀਆਂ ਨੂੰ ਥਾਪਿਆ। ਜਦੋਂ ਗੁਰੂ ਜੀ ਨੇ ਮੰਜੀਆਂ ਥਾਪੀਆਂ ਤਾਂ 3 ਬੀਬੀਆਂ ਨੂੰ, ਬੀਬੀ ਮੱਥੋ ਮੁਰਾਰੀ, ਮਾਈ ਭਾਗੋ ਤੇ ਮਾਈ ਸੇਵਾ, ਤਿੰਨਾਂ ਨੂੰ ਮੰਜੀਆਂ ਥਾਪੀਆਂ, ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਪ੍ਰਚਾਰ ਦੀ ਸੇਵਾ ਨੂੰ ਨਿਭਾਇਆ। ਬੀਬੀ ਭਾਗ ਕੌਰ ਨੇ ਤਾਂ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਜਦੋਂ ਖਿਦਰਾਨੇ ਦੀ ਢਾਬ ਤੇ ਬੈਠ ਕੇ ਗੁਰੂ ਸਾਹਿਬ ਮੁਕਤਸਰ ਦੀ ਜੰਗ ਨੂੰ ਦੇਖ ਰਹੇ ਸਨ, ਜਿਸ ਵਿੱਚ 40 ਮੁਕਤੇ ਸ਼ਹੀਦ ਹੋਏ, ਜਦੋਂ ਮਾਤਾ ਭਾਗੋ ਨੂੰ ਜੰਗ ਕਰਦਿਆਂ ਵੇਖਿਆ ਤੇ ਗੁਰੂ ਜੀ ਨੂੰ ਬੜੀ ਤਸੱਲੀ ਹੋਈ ਕਿ ਜਿਸ ਕੌਮ ਦੀਆਂ ਔਰਤਾਂ ਆਪਣੀ ਰੱਖਿਆ ਕਰਨ ਦੇ ਕਾਬਿਲ ਹੋ ਜਾਣ ਤੇ ਉਹ ਕੌਮ ਫਿਰ ਕਦੀ ਮਰ ਨਹੀਂ ਸਕਦੀ। ਸਾਨੂੰ ਮਾਈ ਭਾਗੋ ਦੀ ਸੇਧ ਲੈਣੀ ਚਾਹੀਦੀ ਹੈ ਕਿ ਅੱਜ ਦੀਆਂ ਬੱਚੀਆਂ ਅੰਮ੍ਰਿਤ ਛਕਣ ਤੋਂ ਵੀ ਗਰੇਜ ਕਰਦੀਆਂ ਹਨ, ਸ਼ਸਤਰ ਚਲਾਉਣਾ ਤਾਂ ਦੂਰ ਦੀ ਗੱਲ ਹੈ। ਮਾਤਾ ਗੁਜਰੀ ਜੀ ਸਾਡੇ ਕੌਮ ਦੇ ਜਿਹੜੇ ਪਹਿਲੇ ਸਿੱਖ ਸ਼ਹੀਦ ਹਨ। ਉਹ ਇੱਕ ਸ਼ਹੀਦ ਪਤੀ ਦੀ ਪਤਨੀ, ਇੱਕ ਸ਼ਹੀਦ ਪੁੱਤਰ ਦੀ ਮਾਂ ਤੇ ਪੋਤਿਆਂ ਦੀ ਦਾਤੀ ਹੈ। ਮਾਤਾ ਗੁਜਰੀ ਦਾ ਸਬਰ ਤੇ ਸਿਦਕ ਵੇਖਣ ਵਾਲਾ ਹੈ। ਮਾਤਾ ਗੁਜਰੀ ਦਾ ਆਨੰਦ ਕਾਰਜ ਤੋਂ 32 ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਦੀ ਔਲਾਦ ਹੋਈ, ਇਸ ਮਰਦ ਅਗੰਬੜੇ ਗੁਰੂ ਗੋਬਿੰਦ ਸਿੰਘ ਜੀ ਦੀ। ਪਰ ਮਜਾਲ ਹੀ ਹੈ 32 ਸਾਲਾਂ ਵਿੱਚ ਉਹਨਾਂ ਦਾ ਧਿਆਨ ਕਿਤੇ ਹੋਰ ਭਟਕਿਆ ਹੋਵੇ। ਗੁਰੂ ਤੇ ਅਟੁੱਟ ਭਰੋਸਾ ਰਿਹਾ। ਤੇ ਅੱਜ ਦੀਆਂ ਮਾਵਾਂ ਨਾਲ ਕੰਪੇਅਰ ਕਰੀਏ, 2 ਸਾਲ ਕਿਸੇ ਦੇ ਘਰ ਅਗਰ ਔਲਾਦ ਨਾ ਹੋਵੇ ਤਾਂ ਉਹ ਕੋਈ ਦਰ, ਕੋਈ ਬਾਬਾ, ਕੋਈ ਡੇਰਾ ਨਹੀਂ ਛੱਡਦੀਆਂ। ਸਾਨੂੰ ਇਥੋਂ ਸਬਰ ਤੇ ਸਿਦਕ ਦੀ ਸੇਧ ਲੈਣੀ ਚਾਹੀਦੀ ਹੈ। ਉਹਨਾਂ ਨੇ ਆਪਣੇ ਪੋਤਰਿਆਂ ਨੂੰ ਅਜਿਹੀਆਂ ਸਿੱਖਿਆਵਾਂ ਦਿੱਤੀਆਂ ਕਿ ਛੋਟੀ-ਛੋਟੀ ਉਮਰ ਵਿੱਚ ਵੀ ਉਹ ਨੀਹਾਂ ਵਿੱਚ ਚਿਣੇ ਗਏ, ਸੂਬੇ ਦੇ ਅੱਗੇ ਹਾਰ ਨਹੀਂ ਮੰਨੀ ਉਹਨਾਂ ਨੇ। ਤੇ ਅਜਿਹੀਆਂ ਦਾਦੀਆਂ ਮਾਤਾ ਗੁਜਰੀ ਕੋਲੋਂ ਸੇਧ ਲੈਣੀ ਬਣਦੀ ਹੈ। ਅੱਜ ਦੀਆਂ ਦਾਦੀਆਂ ਘੰਟਿਆਂ ਬੱਧੀ ਸੀਰੀਅਲ ਦੇਖਦੀਆਂ ਤੇ ਘੰਟਿਆਂ ਬੱਧੀ ਫਿਰ ਉਹਨਾਂ ਦੀਆਂ ਗੱਲਾਂ ਕਰਦੀਆਂ ਹਨ। ਉਹਨਾਂ ਨੂੰ ਅੱਜ ਸਾਖੀਆਂ ਯਾਦ ਤੱਕ ਨਹੀਂ ਰਹੀਆਂ। ਜੇ ਮਾਤਾ ਗੁਜਰੀ ਦੇ ਜੀਵਨ ਤੋਂ ਸੇਧ ਲੈ ਕੇ ਅੱਜ ਗੁਰਮਤਿ ਦੇ ਧਾਰਨੀ ਮਾਂ ਹੋ ਜਾਵੇ ਤੇ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਦਾ ਭਵਿੱਖ ਉਜਲਾ ਹੋ ਜਾਵੇਗਾ। ਇਸ ਤੋਂ ਬਾਅਦ ਜੇ ਗੱਲ ਕਰੀਏ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ, ਜਿਨ੍ਹਾਂ ਨੇ ਬੜੇ ਹੀ ਬਿਖੜੇ ਪੈਂਡੇ ਵਿੱਚ 40 ਸਾਲ ਤੱਕ ਸਿੱਖ ਕੌਮ ਦੀ ਅਗਵਾਈ ਕੀਤੀ। ਉਹਨਾਂ ਨੇ ਤੱਤ ਅਤੇ ਬੰਦਈ ਖਾਲਸੇ ਦਾ ਝਗੜਾ ਨਿਪਟਾਇਆ ਤਾਂ ਕਿ ਖਾਲਸਾ ਵਿੱਚ ਦਫਾੜ ਨਾ ਹੋ ਜਾਵੇ। ਉਹਨਾਂ ਦੇ ਨਾਂ ਦੇ 8 ਹੁਕਮਨਾਮੇ ਮਿਲਦੇ ਹਨ ਮਾਤਾ ਸਾਹਿਬ ਕੌਰ ਜੀ ਦੇ, ਜਿਨ੍ਹਾਂ ਵਿੱਚ ਉਹਨਾਂ ਨੇ ਆਪਣੇ ਖਾਲਸੇ ਨੂੰ ਬੜੇ ਪਿਆਰ ਨਾਲ ਤੁਸੀਂ ਮੇਰੇ ਪੁੱਤਰ ਫਰਜ਼ੰਦ ਹੋ ਲਿਖਦੇ ਸਨ। ਮਾਤਾ ਸਾਹਿਬ ਕੌਰ ਜੀ ਦਾ ਉੱਚਾ ਸੁੱਚਾ ਆਚਰਣ ਅੱਜ ਖਾਲਸੇ ਵਿੱਚ ਵੀ ਉਂਝ ਹੀ ਪ੍ਰਵੇਸ਼ ਕੀਤਾ। ਜੇ ਖਾਲਸੇ ਵਿੱਚ ਦ੍ਰਿੜਤਾ ਤੇ ਕੁਰਬਾਨੀ ਦਾ ਜਜ਼ਬਾ ਗੁਰੂ ਗੋਬਿੰਦ ਸਿੰਘ ਪਿਤਾ ਤੋਂ ਆਇਆ
ਤਾਂ ਮਾਤਾ ਦਾ ਉੱਚਾ ਸੁੱਚਾ ਆਚਰਣ ਵੀ ਖਾਲਸੇ ਵਿੱਚ ਪ੍ਰਵੇਸ਼ ਕੀਤਾ। ਤਾਂ ਹੀ ਕਾਜੀ ਨੂਰ ਮੁਹੰਮਦ ਲਿਖਦਾ ਹੈ ਕਿ ਸਿੱਖਾਂ ਵਿੱਚ ਵੀ ਵਿਚਾਰਤਾ ਨਹੀਂ ਹੈ। ਇਹ ਦੁਸ਼ਮਣ ਦੀ ਮਾਂ ਤੇ ਬੇਟੀ ਨੂੰ ਵੀ ਆਪਣੀ ਮਾਂ ਬੇਟੀ ਸਮਝਦੇ ਹਨ। ਜੇ ਸਿੱਖ ਇਤਿਹਾਸ ਦੀ ਸਭ ਤੋਂ ਅਖੀਰਲੀ ਰਾਣੀ ਮਹਾਰਾਣੀ ਜਿੰਦਾਂ ਦੀ ਗੱਲ ਕਰੀਏ ਤੇ ਉਸ ਦਾ ਭਰੋਸਾ ਵੀ ਦੇਖਣਯੋਗ ਹੈ। ਮਹਾਰਾਣੀ ਜਿੰਦਾਂ ਤੇ ਕਿਹੜਾ ਜ਼ੁਲਮ ਹੈ ਜੋ ਅੰਗਰੇਜ਼ ਸਰਕਾਰ ਨੇ ਨਹੀਂ ਢਾਇਆ। ਉਸ ਦਾ ਘਰ ਖੋਇਆ, ਬੱਚਾ ਖੋਇਆ ਤੇ ਪੂਰਾ ਪੰਜਾਬ ਉਹਦੇ ਕੋਲੋਂ ਖੋ ਲਿਆ, ਉਹਦੇ ਗਹਿਣੇ ਖੋਲੇ, ਉਹਦੀ ਪੈਨਸ਼ਨ ਤੱਕ ਬੰਦ ਕਰ ਦਿੱਤੀ ਤੇ ਉਸ ਨੂੰ ਪੰਜਾਬ ਤੋਂ ਦੂਰ ਕੱਢ ਕੇ ਚੁਨਾਰ ਦੇ ਕਿਲੇ 'ਚ ਕੈਦ ਕਰ ਦਿੱਤਾ। ਪੁੱਤਰ ਵਿਜੋਗ ਵਿੱਚ ਰੋ ਰੋ ਕੇ ਅੰਨੀ ਹੋ ਗਈ ਉਹ ਮਾਂ। ਪਰ ਮਜਾਲ ਹੈ ਕਿ ਗੁਰੂ ਦਾ ਪਿਆਰ ਉਹਦੇ ਅੰਦਰੋਂ ਘੱਟ ਹੋ ਸਕਿਆ ਹੋਵੇ। ਸਿੱਖੀ ਦਾ ਜਜ਼ਬਾ ਉਹਦੇ ਅੰਦਰ ਉਂਝ ਹੀ ਪ੍ਰਵੇਸ਼ ਰਿਹਾ। ਜਦੋਂ ਉਹ ਦਲੀਪ ਸਿੰਘ ਨੂੰ ਨੇਪਾਲ ਵਿੱਚੋਂ ਜਾ ਕੇ ਮਿਲੀ ਹੈ ਤੇ ਉਸ ਨੇ ਜਦੋਂ ਦਲੀਪ ਸਿੰਘ ਦੇ ਸਿਰ ਤੇ ਹੱਥ ਫੇਰਿਆ ਤੇ ਉਹ ਕਹਿ ਉੱਠੀ ਕਿ ਤੂੰ ਮੇਰਾ ਦਲੀਪ ਨਹੀਂ ਹੋ ਸਕਦਾ, ਕਿਉਂਕਿ ਉਹਦੇ ਸਿਰ ਉੱਤੇ ਕੇਸ ਨਹੀਂ ਸਨ। ਹਾਲੇ ਕਿ ਇੰਨੀ ਦੇਰ ਬਾਅਦ ਮਾਂ ਮਿਲੀ ਤੇ ਉਸ ਨੂੰ ਪਿਆਰ ਆਉਣਾ ਚਾਹੀਦਾ ਸੀ, ਪਰ ਉਸਨੇ ਸਿੱਖੀ ਨਾ ਵੇਖ ਕੇ ਉਹ ਕਰਲਾ ਉੱਠੀ ਕਿ ਮੇਰਾ ਰਾਜ ਭਾਗ ਤੇ ਗਿਆ, ਪਰ ਮੇਰੇ ਘਰ ਗੁਰੂ ਦੀ ਸਿੱਖੀ ਵੀ ਨਹੀਂ ਰਹੀ। ਉਹਨੇ ਆਪਣੇ ਪੁੱਤਰ ਨੂੰ ਦੋ ਗੱਲਾਂ ਕਹੀਆਂ ਕਿ ਤੂੰ ਸ਼ੇਰ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ, ਤੇਰੇ ਕੋਲੋਂ ਰਾਜ ਧੋਖੇ ਨਾਲ ਖੋਇਆ ਗਿਆ ਹੈ। ਉਹਨੇ ਇੰਨੀ ਮਜ਼ਬੂਤੀ ਨਾਲ ਇਹ ਗੱਲ ਕਹੀ ਕਿ ਬੱਚਾ ਉਸੇ ਵੇਲੇ ਉਸਦੇ ਪੈਰਾਂ ਵਿੱਚ ਪਿਆ ਤੇ ਉਸਨੇ ਪ੍ਰਣ ਕੀਤਾ ਕਿ ਮਾਂ, ਮੈਂ ਰਾਜ ਭਾਗ ਤੇ ਵਾਪਸ ਨਹੀਂ ਦਵਾ ਸਕਦਾ, ਪਰ ਮੈਂ ਤੇਰੀ ਨਾਨਕ ਦੀ ਸਿੱਖੀ ਮੈਂ ਆਪਣੇ ਘਰ ਫਿਰ ਵਾਪਸ ਲੈ ਆਵਾਂਗਾ। ਤੇ ਬਹੁਤ ਜਲਦੀ ਫਿਰ ਮਹਾਰਾਜਾ ਦਲੀਪ ਸਿੰਘ ਸਿੱਖ ਸੱਜ ਗਿਆ, ਅੰਮ੍ਰਿਤਧਾਰੀ ਸਿੱਖ ਸੱਜਿਆ। ਉਸ ਦੀ ਟਿਊਟਰ ਲੇਡੀ ਲੋਗਨ ਨੂੰ ਇਹ ਹਾਰ ਮੰਨਦਿਆਂ ਕਹਿਣਾ ਪਿਆ ਕਿ ਮਹਾਰਾਣੀ ਜਿੰਦਾਂ ਵਿੱਚ ਉਹ ਹੈ ਜਿਸ ਨੇ ਮੇਰੀ ਕਈ ਸਾਲਾਂ ਦੀ ਅੰਗਰੇਜ਼ੀ ਪਰਵਰਿਸ਼ ਤੇ ਈਸਾਈਅਤ ਤੇ ਵਾਤਾਵਰਣ ਤੇ ਹੁੰਜਾ ਫੇਰ ਦਿੱਤਾ। ਅਗਰ ਅੰਗਰੇਜ਼ ਡਰਦਾ ਸੀ ਸਿੱਖ ਰਾਜ ਵਿੱਚ ਤਾਂ ਸਿਰਫ ਮਹਾਰਾਣੀ ਜਿੰਦਾਂ ਕੋਲੋਂ ਡਰਦਾ ਸੀ। ਉਸ ਨੂੰ ਪੰਜਾਬ ਵੀ ਨਹੀਂ ਰੱਖਦੇ ਸੀ ਕਿ ਬਗਾਵਤ ਨਾ ਹੋ ਜਾਏ ਤੇ ਉਹਨੂੰ ਇੰਗਲੈਂਡ ਵੀ ਲੈ ਕੇ ਨਹੀਂ ਸਨ ਜਾਂਦੇ ਤਾਂ ਕਿ ਉਹ ਪੁੱਤਰ ਨੂੰ ਬਦਲ ਨਾ ਦੇਵੇ। ਇਹੋ ਜਿਹੀ ਸੀ ਮਹਾਰਾਣੀ ਜਿੰਦਾਂ। ਅੱਜ ਸਾਡੇ ਕਿੰਨੇ ਬੱਚੇ ਪਤਿਤ ਹੋ ਰਹੇ ਨੇ, ਕਿੰਨੇ ਬੱਚੇ ਗੁਰੂ ਘਰਾਂ ਤੋਂ ਟੁੱਟ ਕੇ ਦੂਰ ਜਾ ਰਹੇ ਨੇ, ਗੁਰੂ ਤੋਂ ਬਾਣੀ ਨਹੀਂ ਪੜ੍ਹਦੇ। ਕੋਈ ਹੈ ਅਜਿਹੀ ਮਾਂ ਜੋ ਆਵਾਜ਼ ਮਾਰੇ ਤੇ ਇਹਨਾਂ ਪਤਿਤ ਬੱਚਿਆਂ ਨੂੰ ਫਿਰ ਆਪਣੇ ਧਰਮ ਵੱਲ ਮੋੜ ਕੇ ਲੈ ਆਵੇ। ਇਸ ਲਈ ਸਾਨੂੰ ਇਹ ਮਹਾਰਾਣੀ ਜਿੰਦਾਂ ਤੋਂ ਸਿੱਖਣ ਦੀ ਲੋੜ ਹੈ ਕਿ ਕਿੰਨੇ ਕਸ਼ਟਾਂ ਦੇ ਬਾਵਜੂਦ ਵੀ ਉਹਦੇ ਅੰਦਰੋਂ ਸਿੱਖੀ ਦਾ ਪਿਆਰ ਘੱਟ ਨਹੀਂ ਕੀਤਾ ਗਿਆ। ਸੋ ਮੇਰੀ ਉਹ ਸਤਿਕਾਰਯੋਗ ਭੈਣੋ, ਬੜਾ ਵਾਹਿਗੁਰੂ ਨੇ, ਪਰਮਾਤਮਾ ਨੇ ਜਾਂ ਗੁਰੂ ਸਾਹਿਬਾਂ ਨੇ ਸਾਨੂੰ ਬੜਾ ਸਨਮਾਨ ਦਿੱਤਾ। ਉਸ ਸਨਮਾਨ ਨੂੰ ਬਰਕਰਾਰ ਰੱਖੀਏ। ਅੱਜ ਸਾਡੇ ਅੱਗੇ ਬੜੀ ਵੱਡੀ ਚੇਤਾਵਨੀ ਹੈ। ਸਾਡੇ ਬੱਚੇ ਸਿੱਖੀ ਧਰਮ ਤੋਂ ਦੂਰ ਹੋ ਰਹੇ ਨੇ, ਸਿੱਖ ਧਰਮ ਨੂੰ ਤਲਾਂਜਲੀ ਦੇ ਨੇ, ਗੁਰਬਾਣੀ ਨਹੀਂ ਪੜ੍ਹਦੇ, ਪਤਿਤ ਹੋ ਰਹੇ ਨੇ। ਅੱਜ ਗੁਰੂ ਦੇ ਨਾਂ ਤੇ ਚੱਲ ਰਹੇ ਸਕੂਲਾਂ ਕਾਲਜਾਂ ਵਿੱਚੋਂ ਵੀ ਸਿੱਖੀ ਸਿਧਾਂਤਾਂ ਦੀ ਕੋਈ ਗੱਲ ਨਹੀਂ ਨਿਕਲਦੀ। ਉੱਥੇ ਬਿਊਟੀ ਕੰਪੀਟੀਸ਼ਨ ਤਾਂ ਹੋ ਰਹੇ ਨੇ, ਮਹਿੰਦੀ ਦੇ ਮੁਕਾਬਲੇ ਹੋ ਰਹੇ ਨੇ, ਰੰਗੋਲੀ ਮੁਕਾਬਲੇ ਤਾਂ ਹੋ ਰਹੇ ਨੇ, ਪਰ ਸਿੱਖੀ ਸਿਧਾਂਤਾਂ ਦਾ ਕੋਈ ਮੁਕਾਬਲਾ ਨਹੀਂ ਕੀਤਾ ਜਾਂਦਾ। ਉੱਥੇ ਸਿੱਖੀ ਸਿਧਾਂਤਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਸੋ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਮੋੜਨ ਲਈ ਅਸੀਂ ਚੇਤੰਨ ਹੋਈਏ, ਆਪਣੇ ਫਰਜ਼ ਨੂੰ ਪਹਿਚਾਨੀਏ। ਜੇ ਅਸੀਂ ਆਪ ਗੁਰਮਤਿ ਦੇ ਧਾਰਨੀ ਹੋ ਜਾਵਾਂਗੇ ਤੇ ਸਾਡੇ ਬੱਚੇ ਆਪਣੇ ਆਪ ਜੁੜਨੇ ਸ਼ੁਰੂ ਹੋ ਜਾਣਗੇ। ਸਾਡੇ ਵਿੱਚ ਹੀ ਕਮੀ ਹੈ। ਸਾਨੂੰ ਗੁਰੂ ਦੁਆਰਾ ਦਿੱਤੀ ਹੋਈ ਮੱਤ ਦੇ ਅਨੁਸਾਰ ਬਾਹਰੀ ਸ਼ਿੰਗਾਰ ਛੱਡ ਕੇ ਗੁਣਾਂ ਦਾ ਸ਼ਿੰਗਾਰ ਕਰਨਾ ਪਵੇਗਾ, ਤਾਂ ਹੀ ਆਪਣੇ ਸਿੱਖ ਕੌਮ ਦਾ ਕੁਝ ਸਵਾਰ ਸਕਾਂਗੀਆਂ। ਤੇ ਗੁਰੂ ਸਾਹਿਬਾਂ ਵੱਲੋਂ ਮਨਮੁਖ ਮੈਲੀ ਕਾਮਣ ਕੁਲੱਖਣੀ ਕੁਨਾਰਾ ਨਹੀਂ ਅਖਵਾਵਾਂਗੀਆਂ, ਸਗੋਂ ਗੁਰੂ ਦੀਆਂ ਵਰਸੋਈਆਂ ਹੋਈਆਂ ਅਤ ਸਿਆਲਿਓਂ ਸੁੰਦਰੀ ਸ਼ੋਭਾਵੰਤੀ ਨਾਰ ਅਖਵਾਵਾਂਗੇ। ਤੇ ਫਿਰ ਜਿਸ ਦਿਨ ਅਸੀਂ ਇਸ ਤਰ੍ਹਾਂ ਦੀਆਂ ਔਰਤਾਂ ਬਣ ਗਈਆਂ, ਗੁਰੂ ਦੇ ਕਹਿਣੇ ਮੁਤਾਬਕ ਆਪਣੇ ਅੰਦਰ ਸਦਗੁਣਾਂ ਨੂੰ ਧਾਰਨ ਕਰ ਲਿਆ,
ਤੇ ਜਿੱਥੇ ਅਸੀਂ ਸਿੱਖ ਕੌਮ ਨੂੰ ਦਾ ਰਾਹ ਰੁਸ਼ਨਾਵਾਂਗੇ, ਬੱਚਿਆਂ ਆਪਣੇ ਘਰਾਂ ਵਿੱਚ ਗੁਰਮਤ ਦੀ ਰੋਸ਼ਨੀ ਲੈ ਕੇ ਆਵਾਂਗੇ, ਬੱਚਿਆਂ ਨੂੰ ਇਸ ਪਾਸੇ ਜੋੜਨ ਲੱਗ ਪਾਵਾਂਗੇ, ਤਾਂ ਫਿਰ ਜਿੱਥੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਉੱਥੇ ਆਪਣਾ ਲੋਕ ਪਰਲੋਕ ਵੀ ਸੁਖੀ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭੈਣ ਬਲਜੀਤ ਕੌਰ ਜੀ, ਜੋ ਕਿ ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਰਾਣੀ ਤਲਾਬ ਦੇ ਇੰਚਾਰਜ ਹਨ। ਉਹਨਾਂ ਨੇ ਬੜਾ ਮਹੱਤਵਪੂਰਨ ਵਿਸ਼ਾ ਜੋ ਸਿੱਖ ਧਰਮ ਵਿੱਚ ਇਸਤਰੀਆਂ ਦਾ ਸਥਾਨ, ਉਹਨਾਂ ਦਾ ਯੋਗਦਾਨ ਸਾਨੂੰ ਸਰਵਣ ਕਰਵਾਇਆ ਹੈ। ਉਹਨਾਂ ਦਾ ਬਹੁਤ ਧੰਨਵਾਦ ਹੈ। ਉਹਨਾਂ ਤੋਂ ਬਾਅਦ ਇੱਕ ਕਵਿਤਾ ਅਸੀਂ ਸਰਵਣ ਕਰਨੀ ਹੈ। ਦੋ ਬੱਚੀਆਂ ਹਨ, ਅਮਨਦੀਪ ਕੌਰ ਅਤੇ ਮਿਲਨਪ੍ਰੀਤ ਕੌਰ, ਜੋ ਕਿ ਸਰਕਲ ਜੰਮੂ ਤੋਂ ਹਨ। ਉਹਨਾਂ ਦੀ ਕਵਿਤਾ ਦਾ ਵਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ। ਆਓ ਪ੍ਰੇਮ ਸਹਿਤ ਬੈਠ ਕੇ ਕਵਿਤਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਕਵਿਤਾ ਦਾ ਸਰਲੇਖ ਹੈ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ। ਰੱਬ ਦੇ ਪੁਜਾਰੀ ਉਸ ਭੋਲਿਆਂ ਦੀ ਪੂਜਾ ਕਰੋ, ਐਦੂ ਚੰਗਾ ਦੀਵਾ ਤੁਸੀਂ ਬਾਲੋ ਸ਼ਮਸ਼ਾਨ ਤੇ। ਰੱਬ ਦੇ ਪੁਜਾਰੀ ਉਸ ਭੋਲਿਆਂ ਦੀ ਪੂਜਾ ਕਰੋ, ਐਦੂ ਚੰਗਾ ਦੀਵਾ ਤੁਸੀਂ ਬਾਲੋ ਸ਼ਮਸ਼ਾਨ ਤੇ। ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ, ਵੱਟਾਂ ਨਾਲ ਲਗਾਓ ਪੰਥ ਖਾਲਸੀ ਦੀ ਸ਼ਾਨ ਤੇ। ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ, ਵੱਟਾਂ ਨਾਲ ਲਗਾਓ ਪੰਥ ਖਾਲਸੀ ਦੀ ਸ਼ਾਨ ਤੇ। ਰੱਬ ਦੇ ਪੁਜਾਰੀ ਉਸ ਭੋਲਿਆਂ ਦੀ ਪੂਜਾ ਕਰੋ, ਐਦੂ ਚੰਗਾ ਦੀਵਾ ਤੁਸੀਂ ਬਾਲੋ ਸ਼ਮਸ਼ਾਨ ਤੇ। ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ, ਵੱਟਾਂ ਨਾਲ ਲਗਾਓ ਪੰਥ ਖਾਲਸੇ ਦੀ ਸ਼ਾਨ ਤੇ। ਖਾਲਸੇ ਦਾ ਇੱਕੋ ਇੱਕ ਹਾਜ਼ਰਾ ਹਜ਼ੂਰ ਗੁਰੂ, ਜਿਸ ਦੀ ਇਹ ਮਹਿਮਾ ਤਿੰਨਾਂ ਲੋਕਾਂ ਦੀ ਜ਼ੁਬਾਨ ਤੇ। 10ਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਥਾਪਿਆ ਏ, ਆਪ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਸਥਾਨ ਤੇ। ਫਿਰ ਵੀ ਕੋਈ ਇੰਨੇ ਬੋਲੇ ਮੂਰਖਾਂ ਦੇ ਟੋਲੇ, ਛੱਡ ਸਮਾਂ ਨੂੰ ਟੇਕਦੇ ਨੇ ਮੱਥੇ ਸ਼ਮਾਦਾਨ ਤੇ। ਐਵੇਂ ਲੋਕੀ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਾਨ ਤੇ। ਐਵੇਂ ਲੋਕੀ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਾਨ ਤੇ। ਗੁਰੂ ਬਿਨਾ ਗਤ ਨੀ ਜੇ ਲਾਜ ਨੀ ਜੇ ਪਤ ਨੀ ਜੇ, ਜ਼ਿੰਦਗੀ ਦਾ ਤਤ ਨੀ ਜੇ ਸਤ ਜਾਣੋ ਪਿਆਰਿਓ। ਪੀੜਤਾਂ ਦੀ ਪੀੜ ਹਰ ਤਲੀ ਉੱਤੇ ਸੀਸ ਕਰੇ, ਸੇਵਕਾਂ ਲਈ ਜੂਝ ਮਰੇ ਐਸਾ ਗੁਰੂ ਤਾਰਿਓ। ਗੁਰੂ ਜਿਹੜਾ ਨੂਰ ਦੇਵੇ ਜਿੰਦ ਨੂੰ ਸਰੂਰ ਦੇਵੇ, ਖਿੰਗਰਾਂ ਨੂੰ ਬੂਰ ਦੇਵੇ ਉਹਨਾਂ ਨਾ ਵਿਸਾਰਿਓ। ਗੁਰੂ ਜਿਹੜਾ ਨੂਰ ਦੇਵੇ ਜਿੰਦ ਨੂੰ ਸਰੂਰ ਦੇਵੇ, ਖਿੰਗਰਾਂ ਨੂੰ ਬੂਰ ਦੇਵੇ ਉਹਨਾਂ ਨਾ ਵਿਸਾਰਿਓ। ਐਸਾ ਗੁਰੂ 10ਵੇਂ ਹਜ਼ੂਰ ਸਾਨੂੰ ਬਖਸ਼ਿਆ ਏ, ਰੱਖੀ ਭਰੋਸਾ ਕਿਉਂ ਨਾ ਸੱਚੇ ਸੁਲਤਾਨ ਤੇ। ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਾਨ ਤੇ। ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਾਨ ਤੇ। ਮੈਨੂੰ ਜਦੋਂ ਦਾਤਰੀ ਦੇ ਵਾਂਗ ਸਾਨੂੰ ਵੱਢਦਾ ਸੀ, ਉਦੋਂ ਕਿਹੜਾ ਗੁਰੂ ਸਾਡੇ ਦੁੱਖਾਂ ਦਾ ਭਾਈਵਾਲ ਸੀ। ਬੀਟੀ ਦੀਆਂ ਡਾਂਗਾਂ ਤੇ ਗੋਲੀਆਂ ਦੇ ਮੀਂਹ ਵੇਲੇ, ਕਿਹੜਾ ਇਹਨਾਂ ਦੰਬੀਆਂ ਪਖੰਡੀਆਂ ਚੋਂ ਨਾਲ ਸੀ। ਬੀਟੀ ਦੀਆਂ ਡਾਂਗਾਂ ਤੇ ਗੋਲੀਆਂ ਦੇ ਮੀਂਹ ਵੇਲੇ, ਕਿਹੜਾ ਇਹਨਾਂ ਦੰਬੀਆਂ ਪਖੰਡੀਆਂ ਚੋਂ ਨਾਲ ਸੀ। ਚਰਖੜੀਆਂ ਦੇ ਚੜੇ ਸੀ, ਜੰਡਾਂ ਨਾਲ ਸੜੇ ਸੀ, ਪੱਠੀਆਂ 'ਚ ਕੜੇ ਸੀ, ਕਿਸ ਦਾ ਕਮਾਲ ਸੀ। ਚਰਖੜੀਆਂ ਤੇ ਚੜੇ ਸੀ, ਜੰਡਾਂ ਨਾਲ
ਚੋਕੜੀ ਚੰਡਾਲਾਂ ਦੀ ਬਾਣੀ ਦੇ ਰਸੀਲੇ ਸਿੰਘ ਸਾਰੀਆਂ ਨੇ ਹੱਥੀਆਂ ਤੇ ਗੋਲੀਆਂ ਚਲਾਉਂਦੀ ਰਹੀ ਝੁੰਡਲੀ ਕਲਾਲਾਂ ਦੀ ਬਾਣੀ ਦੇ ਰਸੀਲੇ ਸਿੰਘ ਸਾਰੀਆਂ ਨੇ ਹੱਥੀਆਂ ਤੇ ਗੋਲੀਆਂ ਚਲਾਉਂਦੀ ਰਹੀ ਝੁੰਡਲੀ ਕਲਾਲਾਂ ਦੀ ਸਿੱਖੀ ਦੇ ਪਤੰਗਿਆਂ ਦੇ ਨਸ਼ੇ ਨੂੰ ਨਾ ਰੋਕ ਸਕੀ ਨਰਕਤਾਏ ਟੋਲੀ ਵਿਦੇਸ਼ ਦੀ ਦਲਾਲਾਂ ਦੀ 16 ਗੋਲੀਆਂ ਨੂੰ ਖਾ ਕੇ ਵੀ ਨਾ ਭੁੱਖ ਲੱਤੀ ਕੌਮ ਦੇ ਸ਼ਹੀਦ ਮਾਤਾ ਗੁਜਰੀ ਦੇ ਲਾਲਾਂ ਦੀ 16 ਗੋਲੀਆਂ ਨੂੰ ਖਾ ਕੇ ਵੀ ਨਾ ਭੁੱਖ ਲੱਤੀ ਕੌਮ ਦੇ ਸ਼ਹੀਦ ਮਾਤਾ ਗੁਜਰੀ ਦੇ ਲਾਲਾਂ ਦੀ ਕੌਮ ਦੇ ਸ਼ਹੀਦ ਇਤਿਹਾਸ ਨੂੰ ਦੁਹਰਾ ਕੇ ਫਿਰ ਚਾੜ ਗਏ ਨੇ ਸੁਹਾ ਰੰਗ ਕੇਸਰੀ ਨਿਸ਼ਾਨ ਤੇ ਐਵੇਂ ਲੋਕੀ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ ਐਵੇਂ ਲੋਕੀ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ ਆ ਗਿਆ ਜ਼ਮਾਨਾ ਫਿਰ ਕੂੜਤੀ ਗੁਸਤ ਵਾਲਾ ਮੇਲੇ ਲੱਗੇ ਰਹਿੰਦੇ ਟੰਗਾਵਾਂ ਦੀ ਦੁਕਾਨ ਤੇ ਕਾਮ ਦੀ ਵਪਾਰੀ ਗੁਰੂ ਮਾਇਆ ਦੀ ਪੁਜਾਰੀ ਡੰਗ ਮਾਰਦੇ ਨੇ ਸੱਪਾਂ ਵਾਂਗੂ ਸੇਵਕਾਂ ਦੀ ਜਾਨ ਤੇ ਕਾਮ ਦੀ ਵਪਾਰੀ ਗੁਰੂ ਮਾਇਆ ਦੇ ਪੁਜਾਰੀ ਡੰਗ ਮਾਰਦੇ ਨੇ ਸੱਪਾਂ ਵਾਂਗੂ ਸੇਵਕਾਂ ਦੀ ਜਾਨ ਤੇ ਸੇਵਕਾਂ ਦੇ ਅੱਗੇ ਅੱਗੇ ਦਾਸੀਆਂ ਦੇ ਪਿੱਛੇ ਪਿੱਛੇ ਨੱਚਦੇ ਸ਼ਰਾਬੀ ਗੁਰੂ ਤਬਲੇ ਦੀ ਤਾਣ ਤੇ ਸਾੜਨੇ ਨੇ ਪੈਣੇ ਸਾਨੂੰ ਫਿਰ ਇਹ ਮਸੰਦ ਲੋਕੋ ਮਾਰਦੇ ਨੇ ਚੋਟ ਜਿਹੜੇ ਗੁਰੂ ਸਿੱਖੀ ਦੇ ਨਿਸ਼ਾਨ ਤੇ ਸਾੜਨੇ ਨੇ ਪੈਣੇ ਸਾਨੂੰ ਫਿਰ ਇਹ ਮਸੰਦ ਲੋਕੋ ਮਾਰਦੇ ਨੇ ਚੋਟ ਜਿਹੜੇ ਗੁਰੂ ਸਿੱਖੀ ਦੇ ਨਿਸ਼ਾਨ ਤੇ ਜਾਣਦਾ ਹੈ ਜਗ ਸਾਰਾ ਸਿੱਖੀ ਦੇ ਆਸ਼ਿਕਾਂ ਨੂੰ ਲੱਖ ਵਾਰੀ ਜੰਗ ਜਿੱਤੇ ਜੰਗ ਦੀ ਮੈਦਾਨ ਤੇ ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਾਨ ਤੇ ਜਾਣਦਾ ਏ ਜਗ ਸਾਰਾ ਸਿੱਖੀ ਦੇ ਆਸ਼ਿਕਾਂ ਨੂੰ ਲੱਖ ਵਾਰੀ ਜੰਗ ਜਿੱਤੇ ਜੰਗ ਦੇ ਮੈਦਾਨ ਤੇ ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜ਼ੀਜ਼ ਭੈਣਾਂ ਪਾਸੋਂ ਆਪ ਜੀ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਸ਼ੇਸ਼ਤਾ ਮਹਾਨਤਾ ਦੇ ਵਿਸ਼ੇ ਉੱਪਰ ਕਵੀ ਦੀ ਕਮਾਲ ਦੀ ਰਚਨਾ ਆਪ ਜੀ ਨੇ ਸਰਵਣ ਕੀਤੀ ਹੈ। ਹਰ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਐਸਾ ਹੈ ਜਦ ਦਰ ਆਵਤ ਜਾਤ ਕੋ ਹਟ ਕੇ ਨਾ ਹੀ ਕੋਏ। ਇੱਥੇ ਕਿਸੇ ਨੂੰ ਕੋਈ ਰੁਕਾਵਟ ਨਹੀਂ ਹੈ। ਹਰ ਮਜ਼ਹਬ, ਹਰ ਦੇਸ਼, ਹਰ ਧਰਮ ਦਾ, ਹਰ ਜ਼ਾਤ ਦਾ ਮਨੁੱਖ ਆ ਸਕਦਾ ਹੈ, ਬੈਠ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਗਿਆਨ ਦਾ ਲਾਭ ਪ੍ਰਾਪਤ ਕਰ ਸਕਦਾ ਹੈ, ਪੰਗਤ ਵਿੱਚ ਬੈਠ ਕੇ ਲੰਗਰ ਛਕ ਸਕਦਾ ਹੈ। ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਐਸੇ ਗੁਰੂ ਕੇ ਦਰ ਨੂੰ ਛੱਡ ਕੇ ਅਸੀਂ ਭਟਕ ਜਾਈਏ, ਇਹ ਸਿੱਖਾਂ ਦੀ ਬਦਕਿਸਮਤੀ ਹੈ। ਆਓ ਇਹਨਾਂ ਅਜ਼ੀਜ਼ ਭੈਣਾਂ ਪਾਸੋਂ ਅਸੀਂ ਉਤਸ਼ਾਹ ਲੈ ਕੇ ਆਪਣੇ ਮਨ ਅੰਦਰ ਆਪਣੇ ਸਤਿਗੁਰੂ ਪਦ ਪ੍ਰਤੀ ਦ੍ਰਿੜਤਾ ਉਤਪੰਨ ਕਰੀਏ। ਹੁਣ ਇਹਨਾਂ ਤੋਂ ਬਾਅਦ 15 ਮਿੰਟ ਦੇ ਸਮੇਂ ਵਾਸਤੇ ਸਤਿਕਾਰਯੋਗ ਵੀਰ ਹਰਜੀਤ ਸਿੰਘ ਜੀ ਲਸਵਾੜੇ ਵਾਲੇ, ਜੋ ਕਿ ਜੰਮੂ ਸਰਕਲ ਨਾਲ ਸੰਬੰਧਿਤ ਹਨ, ਉਹ ਪ੍ਰੋਫੈਸਰ ਸਾਹਿਬ ਸਿੰਘ ਦੀ ਜੀਵਨੀ, ਜਿਸ ਨੂੰ ਵਰਣਨ ਕਰਨ ਵਾਸਤੇ ਬਹੁਤ ਲੰਬਾ ਸਮਾਂ ਚਾਹੀਦਾ ਹੈ, ਸੀਮਤ ਸਮੇਂ 15 ਮਿੰਟ ਦੇ ਸਮੇਂ ਵਿੱਚ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਵੀਰ ਹਰਜੀਤ ਸਿੰਘ ਜੀ ਲਸਵਾੜੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀ ਨੂੰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਵੇਂ ਵੀਰ ਜੀ ਨੇ ਹੁਕਮ ਕੀਤਾ ਹੈ ਕਿ ਮਿੱਥੇ ਸੀਮਤ ਸਮੇਂ ਵਿੱਚ 15 ਮਿੰਟ ਦੇ ਸਮੇਂ ਵਿੱਚ ਪੰਥ ਦੇ ਮਹਾਨ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਜੀ ਡਾਕਟਰ ਆਫ ਲਿਟਰੇਚਰ ਉਹਨਾਂ ਦੇ ਜੀਵਨ ਤੇ ਕੁਝ ਵਿਚਾਰ ਸੰਗਤਾਂ ਦੀ ਸੇਵਾ ਵਿੱਚ ਰੱਖੇ ਜਾਣ। ਅਸੀਂ ਮਹਾਨ ਸ਼ਬਦ ਵਰਤਿਆ ਹੈ ਕਿ ਮਹਾਨ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਜੀ। ਇਹ ਮਹਾਨ ਇਸ ਕਰਕੇ ਅਸੀਂ ਕਿਹਾ ਹੈ, ਇਹਨਾਂ ਦੀ ਜੋ ਦੇਣ ਕੌਮ ਪੰਥ ਪ੍ਰਤੀ ਹੈ ਅਸਲ ਵਿੱਚ ਮਹਾਨ ਹੈ, ਜਿਨ੍ਹਾਂ ਵਿੱਚੋਂ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਵਿਆਕਰਨ ਦੇ ਆਧਾਰ ਤੇ ਅਰਥ ਕਰਕੇ ਟੀਕਾ ਕਰਨਾ ਤੇ ਇਸ ਨੂੰ ਨਾਮ ਦਿੱਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ। 10 ਭਾਗਾਂ ਦੇ ਵਿੱਚ ਸਾਡੇ ਜਿੰਨੇ ਮਿਸ਼ਨਰੀ ਵੀਰ ਹਨ ਜਾਂ ਹੋਰ ਵੀ ਸੰਗਤਾਂ ਚੋਂ ਕਈਆਂ ਵੀਰਾਂ ਨੇ ਆਪਣੇ ਘਰ ਦਾ ਸ਼ਿੰਗਾਰ ਬਣਾਇਆ ਹੈ 10 ਭਾਗਾਂ ਨੂੰ। ਇਸ ਤੋਂ ਇਲਾਵਾ ਘੱਟੋ ਘੱਟ ਕੋਈ 30 ਬੁੱਕਸ ਜੋ ਗੁਰਬਾਣੀ ਦੇ ਆਧਾਰ ਤੇ ਜਾਂ ਇਤਿਹਾਸ ਦੇ ਆਧਾਰ ਤੇ ਅਤੇ ਗੁਰੂ ਸਾਹਿਬਾਨਾਂ ਜੀ ਦੀ ਜੀਵਨ ਵਿਰਤਾਂਤ, ਭੱਟਾਂ ਦੇ ਸਵਈਏ ਅਲੱਗ ਤੋਂ ਟੀਕੇ ਵੀ, ਸਿੱਧ ਗੋਸ਼ਟ, ਭਗਤ ਕਬੀਰ ਜੀ ਦੇ ਸ਼ਲੋਕ, ਭਗਤ ਫਰੀਦ ਜੀ ਦੇ ਅਨੇਕਾਂ ਇਹੋ ਜਿਹੀਆਂ ਰਚਨਾਵਾਂ ਹਨ, ਸਿਮਰਨ ਦੀਆਂ ਬਰਕਤਾਂ ਤੇ ਹੋਰ ਲੇਖ, ਸਿੱਖ ਸਿਦਕ ਨਾ ਹਾਰੇ, ਇਹੋ ਜਿਹੀਆਂ ਬਹੁਤ ਹੀ ਚਾਨਣ ਮੁਨਾਰਾ ਹਨ ਇਹ ਕਿਤਾਬਾਂ। ਇਹ ਉਹਨਾਂ ਦਾ ਕੰਮ, ਕਹਿਣ ਨੂੰ ਤਾਂ ਸਿਰਫ ਅੱਧੇ ਕੁ ਮਿੰਟ ਵਿੱਚ ਇਹ ਗੱਲਾਂ ਕਹੀਆਂ ਗਈਆਂ ਹਨ, ਇਹਨਾਂ ਦੀ ਜੋ ਸੇਵਾਵਾਂ ਹਨ, ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਸਾਰੀ ਜ਼ਿੰਦਗੀ ਆਪਾਂ ਕਹਿ ਸਕਦੇ ਹਾਂ ਤਨ, ਮਨ ਅਤੇ ਧਨ ਇਸ ਕਾਰਜ ਲਈ ਲੱਗਾ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ, ਵਿਦਵਾਨਾਂ ਲਈ, ਆਉਣ ਵਾਲੇ ਉਹਨਾਂ ਗੁਰਸਿੱਖਾਂ ਲਈ ਜੋ ਗੁਰਬਾਣੀ ਨਾਲ ਪਿਆਰ, ਗੁਰਬਾਣੀ ਪੜ੍ਹਨਾ ਵਿਚਾਰਨ ਦੀ ਸ਼ੌਕ ਰੱਖਦੇ ਹਨ, ਦਿਲਚਸਪੀ ਰੱਖਦੇ ਹਨ, ਉਹਨਾਂ ਲਈ ਇੱਕ ਰੈਡੀ ਰੈਕਨਰ ਹੈ। ਕਿਤੇ ਕਿਸੇ ਤੁਕ ਦੀ ਸਮਝ ਨਾ ਆਵੇ, ਪਤਾ ਨਾ ਲੱਗੇ, ਆਪਾਂ ਨੈੱਟ 'ਚ ਫਟਾਫਟ ਦੇਖ ਲੈਂਦੇ ਹਾਂ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਇਸ ਬਾਰੇ ਕੀ ਵਿਚਾਰ ਹਨ। ਤੋ ਇੱਥੋਂ ਥੋੜਾ ਅੱਗੇ ਜਾਣ ਤੋਂ ਪਹਿਲਾਂ ਇਹ ਜ਼ਰੂਰੀ ਹੋਵੇਗਾ ਕਿ ਇਹਨਾਂ ਦਾ ਜੋ ਪਿਛੋਕੜ ਹੈ, ਪਰਿਵਾਰਕ ਪਿਛੋਕੜ, ਉਹਦੇ ਤੇ 2 ਮਿੰਟ ਲਈ ਵਿਚਾਰ ਕੀਤੀ ਜਾਵੇ। ਪਹਿਲਾਂ ਬੇਸਿਕਲੀ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਨਮ 16 ਫਰਵਰੀ 1892 ਨੂੰ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਹੈ। ਪਿਤਾ ਜੀ ਦਾ ਨਾਮ ਹੈ ਹੀਰਾ ਨੰਦ, ਮਾਤਾ ਜੀ ਦਾ ਨਾਮ ਹੈ ਜਮਨਾ ਪੇਕਾ ਨਾਮ। ਹਿੰਦੂ ਮਤ ਵਿੱਚ ਪਹਿਲਾਂ ਵਿਆਹ ਤੋਂ ਬਾਅਦ ਬੀਬੀਆਂ ਦਾ ਨਾਮ ਵੀ ਬਦਲਿਆ ਜਾਂਦਾ ਸੀ ਤੇ ਵਿਆਹ ਤੋਂ ਬਾਅਦ ਦਾ ਨਾਮ ਹੈ ਨਿਹਾਲ ਦੇਈ। ਬੜੀ ਗਰੀਬੀ ਵਿੱਚ ਇੱਕ ਛੋਟੀ ਜਿਹੀ ਹੱਟੀ ਕਰਦੇ ਸਨ ਇਹਨਾਂ ਦੇ ਪਿਤਾ ਜੀ, ਲਾਗਲੇ ਪਿੰਡ ਵਿੱਚ। ਉੱਥੇ ਪਿੰਡ ਹੈ ਇਹਨਾਂ ਦਾ, ਇੱਕ ਛੋਟਾ ਜਿਹਾ ਪਿੰਡ ਹੈ ਫਤਿਹਵਾਲੀ, ਜ਼ਿਲ੍ਹਾ ਸਿਆਲਕੋਟ, ਜੋ ਹੁਣ ਪਾਕਿਸਤਾਨ ਵਿੱਚ ਹੈ, ਤਹਿਸੀਲ ਪਸਰੂਰ ਹੈ। ਬਚਪਨ ਦਾ ਇਹਨਾਂ ਦਾ ਨਾਮ ਹੈ ਨੱਥੂ ਰਾਮ। ਇਹ ਸਫ਼ਰ ਜੋ ਨੱਥੂ ਰਾਮ ਤੋਂ ਲੈ ਕੇ ਸਾਹਿਬ ਸਿੰਘ, ਫਿਰ ਪ੍ਰੋਫੈਸਰ ਸਾਹਿਬ ਸਿੰਘ ਤੇ ਫਿਰ ਪ੍ਰੋਫੈਸਰ ਸਾਹਿਬ ਸਿੰਘ ਡਾਕਟਰ ਆਫ ਲਿਟਰੇਚਰ, ਇਹ ਇਹਨਾਂ ਦੀ ਜ਼ਿੰਦਗੀ ਦਾ ਸਫ਼ਰ ਹੈ। ਇਹਨਾਂ ਦੇ ਪਿਤਾ ਜੀ ਦੀ 45 ਸਾਲ ਆਯੂ ਸੀ ਜਿਸ ਵੇਲੇ ਪ੍ਰੋਫੈਸਰ ਸਾਹਿਬ ਦਾ ਜਨਮ ਹੋਇਆ। ਕਹਿੰਦੇ ਹਨ ਇਹਨਾਂ ਤੋਂ ਪਹਿਲੇ ਜੋ ਬੱਚੇ ਜਨਮਦੇ ਰਹੇ ਉਹ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਜਾਂਦੇ ਰਹੇ, ਮੌਤ ਹੋ ਜਾਂਦੀ ਰਹੀ ਉਹਨਾਂ ਦੀ। ਤੇ ਜਿਵੇਂ ਹਿੰਦੂ ਮਿੱਥ ਹੁੰਦਾ ਹੈ ਕਿ ਇਹ ਜੇ ਬੱਚਾ ਜਨਮਿਆ ਹੈ ਇਹਦੇ ਨੱਕ ਦੇ ਵਿੱਚ ਨੱਥ ਪਾ ਦਿਓ, ਕੋਈ ਰਿੰਗ ਵਗੈਰਾ ਪਾ ਦਿਓ ਕਿ ਸ਼ਾਇਦ ਇਹ ਬਚ ਜਾਵੇ। ਉਹ ਨੱਥ ਪਾਣ ਕਰਕੇ ਨਾਮ ਵੀ ਹੋ ਗਿਆ ਨੱਥੂ ਰਾਮ। ਅੱਤ ਗਰੀਬੀ ਸੀ। 1902 ਦੇ ਵਿੱਚ ਇਹਨਾਂ ਨੇ ਪਿੰਡ ਦੇ ਸਕੂਲ ਵਿੱਚੋਂ ਹੀ ਪ੍ਰਾਇਮਰੀ ਸਿੱਖਿਆ ਹਾਸਲ ਕੀਤੀ। ਕਿਸੇ ਪੰਡਤ ਤੋਂ ਸੰਸਕ੍ਰਿਤ ਸਿੱਖ ਲਈ, ਬੜੀ ਮੁਹਾਰਤ ਹਾਸਲ ਕਰ ਲਈ ਸੰਸਕ੍ਰਿਤ ਵਿੱਚ। ਇੱਥੋਂ ਤੱਕ ਕਿ ਜਦੋਂ ਲੇਟਰ ਸਟੇਜ ਤੇ ਕਾਲਜ ਵਿੱਚ ਪ੍ਰੋਫੈਸਰ ਦੀ ਨੌਕਰੀ ਮਿਲੀ ਤੇ ਐਜ਼ ਸੰਸਕ੍ਰਿਤ ਦੇ ਪ੍ਰੋਫੈਸਰ ਨਾਲ ਐਡੀਸ਼ਨਲ ਚਾਰਜ ਗੁਰਬਾਣੀ ਵਿਚਾਰਦਾ ਸੀ। 8ਵੀਂ ਕਲਾਸ ਵੀ ਉੱਥੋਂ ਲਾ ਕੇ ਇੱਕ ਸਕੂਲ 'ਚ ਕਰ ਲਈ, ਅੱਬਲ ਆਏ। ਉਸ ਵੇਲੇ ਸਰਕਾਰ ਨੇ 6 ਰੁਪਏ ਮਹੀਨਾ ਸਕਾਲਰਸ਼ਿਪ ਅਵਾਰਡ ਕੀਤਾ ਪ੍ਰੋਫੈਸਰ ਸਾਹਿਬ ਨੂੰ। ਇੰਨੇ ਸੁਪਰ ਇੰਟੈਲੀਜੈਂਟ ਸੀ। ਰਾਵਲਪਿੰਡੀ ਜੋ ਸਬ ਡਿਵੀਜ਼ਨ ਸੀ ਪੂਰਾ, ਉਸ ਦੇ ਵਿੱਚੋਂ ਅੱਬਲ ਆਏ ਸਨ।
ਹੁਣ ਹਿੰਦੂ ਪਰਿਵਾਰ ਵਿੱਚ ਹੋਣ ਕਰਕੇ ਜੇ 13 ਕੁ ਸਾਲ ਦੀ ਉਮਰ ਹੋਈ ਤੇ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਦੀ ਸ਼ਾਦੀ ਕਰਵਾ ਦਿੱਤੀ ਬੀਬੀ ਦੁਰਗਾ ਦੇਵੀ ਜੀ ਨਾਲ ਹਿੰਦੂ ਰੀਤੀ ਅਨੁਸਾਰ ਹੀ। 13 ਸਾਲ ਦੀ ਉਮਰ 'ਚ ਸ਼ਾਦੀ ਹੋਈ, ਜਿਵੇਂ ਹਿੰਦੂਆਂ 'ਚ ਪਹਿਲੇ ਹੁੰਦਾ ਸੀ ਕਿ ਮੁਕਲਾਵਾ 2-4 ਸਾਲ ਬਾਅਦ ਵਿੱਚ ਹੁੰਦਾ ਸੀ। ਇਹਨਾਂ ਦੀ ਸੰਤਾਨ ਹੈ, 5 ਬੇਟੇ ਹਨ ਪਹਿਲੀ ਮੈਰਿਜ 'ਚੋਂ, 2 ਬੇਟੀਆਂ। ਦੂਸਰੀ ਸ਼ਾਦੀ ਇਹਨਾਂ ਨੇ 40 ਸਾਲ ਦੀ ਉਮਰ 'ਚ ਕੀਤੀ, ਪਹਿਲੀ ਜਦੋਂ ਸਿੰਘਣੀ ਚੜ੍ਹਾਈ ਕਰ ਗਈ ਗੁਰਸਿੱਖਾਂ ਦੇ ਕਹਿਣ ਤੇ। ਉਸ ਵਿੱਚੋਂ 2 ਬੇਟੇ 1 ਬੇਟੀ ਹੈ, ਜਿਨ੍ਹਾਂ ਵਿੱਚੋਂ ਇੱਕ ਬੇਟਾ ਹੈ ਇਹਨਾਂ ਦਾ ਅੱਖਾਂ ਦੇ ਮਾਹਿਰ ਸਪੈਸ਼ਲਿਸਟ ਡਾਕਟਰ ਦਲਜੀਤ ਸਿੰਘ ਜੀ, ਅੰਮ੍ਰਿਤਸਰ ਦੇ ਵਿੱਚ ਸੇਵਾ ਨਿਭਾਉਂਦੇ ਰਹੇ ਹਨ। ਜਵਾਈ ਹਨ ਇਹਨਾਂ ਦੇ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰਦਾਰ ਪ੍ਰੀਤਮ ਸਿੰਘ ਜੀ, ਹੈੱਡ ਆਫ ਦ ਡਿਪਾਰਟਮੈਂਟ ਰਹੇ ਹਨ ਗੁਰੂ ਨਾਨਕ ਅਧਿਐਨ ਵਿਭਾਗ ਦੇ। 8ਵੀਂ ਤੋਂ ਬਾਅਦ ਇਹਨਾਂ ਕੋਲ ਪੈਸਾ ਹੀ ਨਹੀਂ ਸੀ ਕਿ 10ਵੀਂ ਦਾ ਦਾਖਲਾ ਭਰ ਲੈਣ। ਇਹਨਾਂ ਦੀ ਇੱਕ ਵਿਧਵਾ ਭੂਆ ਜੀ ਇਹਨਾਂ ਕੋਲ ਰਹਿੰਦੇ ਸਨ, ਉਹਨਾਂ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਕਿਸੇ ਪਿੰਡ ਦੇ ਸ਼ਾਹੂਕਾਰ ਤੋਂ ਪੈਸੇ ਲੈ ਕੇ 10ਵੀਂ ਦਾ ਇਹਨਾਂ ਦਾ ਦਾਖਲਾ ਭਰਿਆ। 10ਵੀਂ ਵਿੱਚੋਂ ਵੀ ਅੱਵਲ ਰਹੇ ਪੂਰੀ ਸਬ ਡਿਵੀਜ਼ਨ 'ਚੋਂ। ਸਰਕਾਰ ਦੀ ਤਰਫੋਂ ਵੀ ਸਕਾਲਰਸ਼ਿਪ ਲਗਾ, ਸ਼੍ਰੋਮਣੀ ਕਮੇਟੀ ਦੀ ਤਰਫੋਂ ਵੀ, ਚੀਫ ਖਾਲਸਾ ਦੀਵਾਨ ਦੀ ਤਰਫੋਂ ਵੀ। ਹੁਣ ਸਮਾਂ ਬੜਾ ਸੀਮਿਤ ਹੈ, ਬਿਲਕੁਲ ਸ਼ਾਰਟਕਟ ਹੀ ਕਰਨਾ ਪਵੇਗਾ। ਇੱਕ ਪ੍ਰਾਈਵੇਟ ਕਾਲਜ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਇਹਨਾਂ ਨੇ BA ਤੋਂ ਪਹਿਲਾਂ ਦੀਆਂ 2 ਕਲਾਸਾਂ ਕੀਤੀਆਂ, ਉਸ ਵੇਲੇ FA ਕਹਿੰਦੇ ਸਨ। ਡਿਗਰੀ ਕਾਲਜ ਲਾਹੌਰ ਵਿੱਚੋਂ 1915 ਦੇ ਵਿੱਚ ਇਹਨਾਂ ਨੇ BA ਪਾਸ ਕੀਤੀ। ਹੁਣ ਸਵਾਲ ਇੱਥੇ ਇਹ ਉੱਠਦਾ ਹੈ ਕਿ ਇਹ ਨੱਥੂ ਰਾਮ ਜੀ ਸਾਹਿਬ ਸਿੰਘ ਜੀ ਬਣ ਕਿਵੇਂ ਗਏ, ਤੇ ਜਦੋਂ ਸਾਹਿਬ ਸਿੰਘ ਬਣ ਗਏ ਤੇ ਪ੍ਰੋਫੈਸਰ ਸਾਹਿਬ ਸਿੰਘ ਕਿਵੇਂ ਬਣ ਗਏ? ਇਹ ਤਾਂ ਹਾਲਾ ਸਿੰਘ ਕਿਵੇਂ ਬਣਦੇ ਹਨ? ਬਚਪਨ ਵਿੱਚ ਹੀ ਕਹਿੰਦੇ ਹਨ ਇਹਨਾਂ ਦੇ ਪਿੰਡ ਦੇ ਲਾਗੇ ਇੱਕ ਪਿੰਡ ਸੀ ਢੇ ਪਿੰਡ, ਉੱਥੋਂ ਦੇ ਸਿੱਖ ਨੌਜਵਾਨ, ਅੰਗਰੇਜ਼ੀ ਸਮਾਂ ਸੀ ਕਿਉਂਕਿ 1849 ਦੇ ਵਿੱਚ ਤਾਂ ਰਾਜ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਖਤਮ ਹੋ ਗਿਆ ਸੀ। ਯੂਨੀਅਨ ਜੈਕ ਲਾਹੌਰ ਦੇ ਕਿਲੇ ਤੇ ਝੁਲਾਇਆ ਜਾ ਚੁੱਕਿਆ ਸੀ। ਅੰਗਰੇਜ਼ੀ ਰਾਜ ਵਿੱਚ ਵੀ ਸਿੱਖ ਫੌਜੀ ਜੋ ਸਨ ਪੂਰੀ ਰਹਿਣੀ ਬਹਿਣੇ ਸਾਬਤ ਸੂਰਤ ਵਾਲੇ ਅੰਮ੍ਰਿਤਧਾਰੀ ਹੁੰਦੇ ਸਨ ਫੌਜ ਵਿੱਚ। ਅੱਜ ਦੀ ਤਰ੍ਹਾਂ ਨਹੀਂ, ਕੋਈ ਵਿਰਲੇ ਹੀ ਗੁਰਮੁਖ ਸੱਜਣ ਹਨ ਜੋ ਸਹੀ ਸਰੂਪ ਵਿੱਚ ਹੋਣਗੇ, ਅਦਰਵਾਈਜ਼ ਕੋਨੇ ਮੋਨੇ ਹੀ ਹੁੰਦੇ ਨੇ, ਦਸਤਾਰਾਂ ਚਾਹੇ ਬੰਨੀਆਂ ਹੁੰਦੀਆਂ ਹਨ। ਪਰ ਉਸ ਵੇਲੇ ਅੰਗਰੇਜ਼ ਚਾਹੇ ਅਸੀਂ ਕਹਿੰਦੇ ਹਾਂ ਜ਼ੁਲਮ ਕਰਦੇ ਸੀ, ਪਰ ਇੱਕ ਪੱਕਾ ਨਿਯਮ ਸੀ, ਜਿਹੜਾ ਫੌਜ ਵਿੱਚ ਭਰਤੀ ਹੋਏ ਪਹਿਲਾਂ ਅੰਮ੍ਰਿਤ ਛਕੇਗਾ ਕਿ ਦਾੜਾ ਕੇਸ ਪੂਰੇ ਸਾਬਤ ਰੱਖੇਗਾ। ਇਹਨਾਂ ਫੌਜੀਆਂ ਨੂੰ ਦੇਖ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਜਨਮ ਵਿੱਚ ਹੀ, ਜਿਹੜੇ ਅਜੇ ਨੱਥੂ ਰਾਮ ਹੀ ਸਨ, ਇਹਨਾਂ ਦੇ ਮਨ ਵਿੱਚ ਇਹ ਭਾਵਨਾ ਪੈਦਾ ਹੋ ਗਈ ਕਿ ਇਹ ਮੈਨੂੰ ਸੋਹਣੇ ਕਿਉਂ ਲੱਗਦੇ ਨੇ। ਆਪਣੇ ਆਪ ਨੂੰ ਸਵਾਲ ਕਰਦੇ ਹਨ ਕਿ ਦੂਸਰੇ ਹਿੰਦੂ ਜਾਂ ਮੁਸਲਮਾਨ ਨੌਜਵਾਨ ਉਹ ਵੀ ਫੌਜ ਵਿੱਚ ਨੂੰ ਸੋਹਣੇ ਕਿਉਂ ਨਹੀਂ ਲੱਗਦੇ, ਇਹ ਮੈਨੂੰ ਜੱਚਦੇ ਕਿਉਂ ਹਨ? ਆਪਣਾ ਮਨ ਹੀ ਇਹਨਾਂ ਦਾ ਜਵਾਬ ਦਿੰਦਾ ਸੀ ਕਿ ਜੱਚਦੇ ਤਾਂ ਹਨ, ਇਹ ਗੁਰੂ ਦੇ ਸਿੱਖ ਹਨ, ਇਹਨਾਂ ਦੇ ਸਿਰਾਂ ਤੇ ਕੇਸ ਹਨ, ਇਹਨਾਂ ਦੇ ਚਿਹਰੇ ਤੇ ਦਾੜੇ ਹਨ, ਇਸ ਕਰਕੇ ਇਹ ਗੁਰਸਿੱਖ ਇਹ ਸੋਹਣੇ ਲੱਗਦੇ ਹਨ। ਉਸੇ ਦਿਨ ਤੋਂ ਮਨ ਬਣਾ ਲਿਆ ਕਿ ਹੁਣ ਕੇਸ ਨਹੀਂ ਕਟਾਉਣੇ। ਇਹ ਨੱਥੂ ਰਾਮ ਜੀ ਹੁਣ ਉਸ ਮਾਰਗ ਤੇ ਚੱਲ ਰਹੇ ਹਨ। ਸਬੱਬ ਬਣਦਾ ਹੈ ਇਹਨਾਂ ਦਾ ਇੱਕ ਰਿਸ਼ਤੇਦਾਰ ਸਾਥੀ ਤੁਲਸੀ ਰਾਮ, ਉਹ ਵੀ ਬਿਲਕੁਲ ਇਹਨਾਂ ਦੀ ਤਰ੍ਹਾਂ ਸਿੱਖਾਂ ਪ੍ਰਤੀ, ਸਿੱਖ ਧਰਮ ਪ੍ਰਤੀ ਪਿਆਰ ਜਾਗਿਆ। ਹਰ ਚੀਜ਼ ਵਿੱਚ ਸਬੱਬ ਬਣਦਾ ਹੈ। ਹੁਣ ਇਹਨਾਂ ਨੇ ਵਿਚਾਰ ਕੀਤਾ, ਹੁਣ ਗੁਸਤਾਖੀ ਮਾਫ, ਜਿੱਥੇ ਕਿਤੇ ਸਮਾਂ ਮੁੱਕ ਗਿਆ ਇੱਥੇ ਸਮਾਪਤ ਕਰ ਦਿੱਤਾ ਜਾਏਗਾ। ਮੈਂ ਕੋਸ਼ਿਸ਼ ਕਰਾਂਗਾ ਇਹਨਾਂ ਸੀਮਿਤ ਸਮੇਂ ਵਿੱਚ ਹੀ ਕਰਨ ਦੀ, ਪਰ ਇਹਦੀ ਹਰ ਇੱਕ ਕੜੀ ਇਵੇਂ ਲੱਗਦਾ ਹੈ ਕਿ ਜ਼ਰੂਰ ਸੰਗਤਾਂ ਨੂੰ ਦੱਸ ਦਿੱਤੀ ਜਾਵੇ। ਮਨ 'ਚ ਮੈਂ ਉਛਾਲ ਜਿਹਾ ਆਉਂਦਾ ਹੈ ਕਿ ਕੋਈ ਐਸਾ ਪੱਖ ਇਹਨਾਂ ਦੇ ਜੀਵਨ ਦਾ ਰਹਿ ਨਾ ਜਾਏ। ਇੰਨੀ ਮਹਾਨ ਹਸਤੀ ਹਨ ਪ੍ਰੋਫੈਸਰ ਸਾਹਿਬ ਸਿੰਘ ਜੀ। ਤੇ ਮਨ ਵਿੱਚ ਦੋਵੇਂ ਇਹਨਾਂ ਦਾ ਦੋਸਤ ਤੁਲਸੀ ਰਾਮ ਤੇ ਵਿਚਾਰ ਕਰਦੇ ਹਨ ਕਿ ਜੇ ਆਪਾਂ ਸਿੰਘ ਸੱਜ ਗਏ ਤੇ ਆਪਣਾ ਨਾਮ ਕੀ ਹੋਏਗਾ, ਨਾਮ ਕੀ ਹੋਏਗਾ? ਜਿੰਨੀ ਕੋ ਵਾਕਫੀਅਤ ਸੀ ਇਹਨਾਂ ਨੇ ਕਿ ਸਿੱਖ ਧਰਮ ਵਿੱਚ ਨਾਮ ਕਿਵੇਂ ਰੱਖਦੇ ਹਨ, ਪ੍ਰੋਫੈਸਰ ਸਾਹਿਬ ਨੇ ਆਪਣਾ ਨਾਮ ਆਪ ਹੀ ਤਜਵੀਜ਼ ਕਰ ਲਿਆ ਕਿ ਮੈਂ ਸਾਹਿਬ ਸਿੰਘ ਰੱਖਾਂਗਾ ਆਪਣਾ ਨਾਮ। ਤੇ ਤੁਲਸੀ ਰਾਮ ਨੇ ਵੀ ਆਪਣਾ ਨਾਮ ਤਜਵੀਜ਼ ਕਰ ਲਿਆ ਜਗਜੋਤ ਸਿੰਘ। ਦੋਵਾਂ ਨੇ ਨਾਮ ਕਰ ਲਿਆ। ਹੁਣ ਇਹਨਾਂ ਨੂੰ ਸੀ ਕਿ ਆਪਾਂ ਅੰਮ੍ਰਿਤ ਛਕ ਕੇ ਸਿੰਘ ਕਿਵੇਂ ਬਣੀਏ। ਸਤਿਗੁਰੂ ਨੇ ਕਿਰਪਾ ਕੀਤੀ। ਇਹਨਾਂ ਦਾ ਇੱਕ ਰਿਸ਼ਤੇਦਾਰ ਪ੍ਰੋਫੈਸਰ ਸਾਹਿਬ ਦਾ, ਨੱਥੂ ਰਾਮ ਹੋਰਾਂ ਦਾ, ਉਹ ਕਿਸੇ ਟਾਈਮ ਸਾਧੂ ਬਣ ਗਿਆ, ਕੋਨਾ ਮੋਨਾ ਜਿਹਾ ਹੋ ਕੇ ਕੁਟੀਆ ਵਿੱਚ ਰਹਿੰਦਾ ਸੀ। ਕਿਸੇ ਗੁਰਸਿੱਖ ਸੱਜਣ ਨਾਲ ਮਿਲਾਪ ਹੋਇਆ, ਸਿੱਖ ਬਣ ਗਿਆ, ਸਿੰਘ ਸੱਜ ਗਿਆ, ਨਾਮ ਰੱਖ ਲਿਆ ਧਰਮ ਸਿੰਘ। ਪਹਿਲਾ ਨਾਮ ਸੀ ਮਹਾਰਾਜ।
ਪ੍ਰੋਫੈਸਰ ਸਾਹਿਬ 8ਵੀਂ ਪੜ੍ਹਦੇ ਜਦੋਂ ਛੁੱਟੀਆਂ 'ਚ ਆਪਣੇ ਘਰ ਆਏ, ਕਿਸੇ ਨੇ ਬਾਹਰੋਂ ਦਰਵਾਜ਼ਾ ਨਾਕ ਕੀਤਾ, ਇਹਨਾਂ ਦਰਵਾਜ਼ਾ ਖੋਲ੍ਹਿਆ, ਇਹਨਾਂ ਪਹਿਚਾਣ ਲਿਆ, ਕਹਿੰਦੇ ਤੁਸੀਂ ਮਹਾਰਾਜ ਹੀ ਤਾਂ ਨਹੀਂ ਹੋ। ਇਹ ਕਹਿਣ ਲੱਗੇ ਉਹ ਮਹਾਰਾਜ ਮਰ ਗਿਆ ਹੈ, ਮੇਰਾ ਨਾਮ ਧਰਮ ਸਿੰਘ ਹੈ। ਪੂਰੇ ਅੰਮ੍ਰਿਤਧਾਰੀ 5 ਕਕਾਰੀ ਬਾਣੇ ਵਿੱਚ ਸਨ। ਇਹ ਉਹਨਾਂ ਦੇ ਚਰਨੀ ਡੱਗੇ, ਕਹਿਣ ਲੱਗੇ ਜੇ ਸਾਨੂੰ ਅੰਮ੍ਰਿਤ ਛਕਾ ਦਿਓ ਤੇ। ਇਹਨਾਂ ਕਿਹਾ ਹੋ ਜਾਊਗਾ ਕੰਮ, ਇਹ ਵੀ ਤੁਸੀਂ ਆਪਣਾ ਮਨ ਪੱਕਾ ਕਰੋ। ਕਹਿੰਦੇ ਪੂਰਾ ਪੱਕਾ ਹੈ, ਅੰਮ੍ਰਿਤ ਛਕਣਾ ਹੈ। ਜਿਵੇਂ ਹੁਣ ਸਾਡੇ ਸਿੱਖ ਮਿਸ਼ਨਰੀ ਕਾਲਜ ਦੇ ਵੀਰ ਉਪਰਾਲਾ ਕਰਕੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਆਪਾਂ ਕਰਾਉਂਦੇ ਹਾਂ ਸੰਸਥਾ ਦੀ ਤਰਫੋਂ, ਇਵੇਂ ਉਸ ਵੇਲੇ ਅੰਗਰੇਜ਼ਾਂ ਦੇ ਟਾਈਮ ਸਿੰਘ ਸਭਾ ਲਹਿਰ ਜ਼ੋਰ ਪਕੜ ਰਹੀ ਸੀ। ਲਾਗਲੇ ਪਿੰਡ ਦੇ ਇੱਕ ਮਜ਼ਾਰ ਸੀ, ਇੱਥੋਂ ਵੀ ਇੱਕ ਆਪਾਂ ਸਬਕ ਲੈ ਸਕਦੇ ਹਾਂ। ਕਿਸੇ ਮੁਸਲਮਾਨ ਪੀਰ ਦੀ ਮਜ਼ਾਰ ਸੀ, ਉੱਥੇ ਲੱਗਾ ਮੇਲਾ। ਹਰ ਸਾਲ ਮੇਲੇ ਤੇ ਸਿੰਘ ਸਭਾ ਲਹਿਰ ਦੇ ਵੀਰ ਦੀਵਾਨ ਵੀ ਕਰਦੇ ਸੀ ਤੇ ਅੰਮ੍ਰਿਤ ਸੰਚਾਰ ਵੀ ਕਰਦੇ ਸੀ, ਸੰਗਤਾਂ ਦੇ ਇਕੱਠ ਨੂੰ ਅਵੇਲ ਕਰਦੇ ਸੀ। ਇਹ ਧਰਮ ਸਿੰਘ ਹੋਰ ਜੋ ਮਹਾਰਾਜ ਤੋਂ ਧਰਮ ਸਿੰਘ ਬਣੇ, ਇਹਨਾਂ ਦੋਹਾਂ ਬੱਚਿਆਂ ਨੂੰ ਲੈ ਕੇ ਉੱਥੇ ਚਲੇ ਗਏ। ਜੋ 5 ਸਿੰਘਾਂ ਦਾ ਜਥੇਦਾਰ ਸੀ ਉਹਨੇ ਮਨਾ ਕਰ ਦਿੱਤਾ ਕਿ ਇਹਨਾਂ ਦੇ ਕੇਸ ਭਰਪੂਰ ਨਹੀਂ ਹਨ, ਅੰਮ੍ਰਿਤ ਨਹੀਂ ਛਕਾਉਣਾ। ਪਰ ਦ੍ਰਿੜ ਇਰਾਦਾ ਸੀ, ਪੈਰੀਂ ਪੈ ਗਏ, ਮਿੰਨਤਾਂ ਕਰਨ ਲੱਗੇ। ਧਰਮ ਸਿੰਘ ਦੇ ਵੀ ਕਹਿਣ ਤੇ ਇਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ। ਜਦੋਂ ਨਾਮ ਤਬਦੀਲ ਕਰਨ ਦੀ ਵਾਰੀ ਆਈ, ਫਿਰ ਬੇਨਤੀ ਕਰਨ ਲੱਗੇ ਕਿ ਜੋ ਨਾਮ ਅਸੀਂ ਤਜਵੀਜ਼ ਕੀਤੇ ਹਨ, ਇਹੀ ਪ੍ਰਵਾਨਗੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰੀ ਵਿੱਚ ਲੈ ਕੇ ਦਿੱਤੀ ਜਾਵੇ। ਤੇ ਇਹੀ ਨਾਮ ਉਹਨਾਂ ਦੇ ਤਜਵੀਜ਼ ਕੀਤੇ ਗਏ। ਇੱਥੋਂ ਹੁਣ ਨੱਥੂ ਰਾਮ ਜੀ ਬਣ ਗਏ ਹਨ ਸਾਹਿਬ ਸਿੰਘ। BA ਕਰਕੇ ਕਾਲਜ ਵਿੱਚ ਜਦੋਂ ਨੌਕਰੀ ਮਿਲ ਜਾਂਦੀ ਹੈ ਤੇ ਬਣ ਜਾਂਦੇ ਹਨ ਪ੍ਰੋਫੈਸਰ ਸਾਹਿਬ ਸਿੰਘ। 1971 ਦੇ ਵਿੱਚ ਇਹਨਾਂ ਦੇ ਕੀਤੇ ਕੰਮਾਂ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਰਕਾਰ ਦੀ ਤਰਫੋਂ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਜਦੋਂ ਇਹਨਾਂ ਨੂੰ ਅਵਾਰਡ ਕੀਤੀ ਜਾਂਦੀ ਹੈ, ਉਦੋਂ ਬਣ ਜਾਂਦੇ ਹਨ ਪ੍ਰੋਫੈਸਰ ਸਾਹਿਬ ਸਿੰਘ ਡਾਕਟਰ ਆਫ ਲਿਟਰੇਚਰ। ਹੁਣ ਇੱਥੇ ਇੱਕ ਸਵਾਲ ਉੱਠੇਗਾ ਕਿ ਸਿੰਘ ਵੀ ਸੱਜ ਗਏ, ਤੇ ਇਹ ਜਿਹੜਾ ਕੰਮ ਵਿਆਕਰਨ ਦਾ ਹੈ, ਇਹ ਇਹਨਾਂ ਤੋਂ ਕਦੋਂ, ਇਸ ਦੀ ਲਾਗ ਕਦੋਂ ਲੱਗੀ? ਇੱਕ ਆਰੀਆ ਸਮਾਜੀ ਸਾਧੂ ਨੇ, ਇਹਨਾਂ ਦੇ ਪਿੰਡ ਬਰਾਤ ਆਏ, ਆਰੀਆ ਸਮਾਜੀ ਸਾਧੂ ਆਇਆ ਹੋਇਆ ਸੀ। ਆਰੀਆ ਸਮਾਜੀ ਆਮ ਕਰਕੇ ਸ਼ੁਰੂ ਤੋਂ ਹੀ ਸਿੱਖਾਂ ਦੇ ਦੁਸ਼ਮਣ ਹੀ ਰਹੇ ਹਨ। ਕ੍ਰਿਟਿਸਿਜ਼ਮ ਦੇ ਵਿੱਚ ਬੜੇ ਮਾਹਿਰ ਹਨ। ਗੁਰੂਆਂ ਪ੍ਰਤੀ ਅਪਸ਼ਬਦ ਬੋਲਦੇ ਹਨ, ਭਗਤਾਂ ਪ੍ਰਤੀ, ਗੁਰਬਾਣੀ ਪ੍ਰਤੀ ਅਪਸ਼ਬਦ ਸ਼ੁਰੂ ਤੋਂ ਬੋਲਦੇ ਆਏ ਹਨ। ਮਾਹੌਲ ਖਰਾਬ ਕਰਨ ਦੇ ਵੀ ਜ਼ਿੰਮੇਵਾਰ ਅਕਸਰ ਅਰਥ ਐਸੇ ਕਰ ਜਾਣੇ ਹਨ ਜੋ ਰਹਿੰਦੀ ਦੁਨੀਆ ਤੱਕ ਜਦੋਂ ਇਹਦੇ ਤੇ ਕੋਈ ਭੰਬਲ ਭੂਸਾ ਨਹੀਂ ਰਹੇਗਾ। ਵਿਆਕਰਨ ਤੇ ਕੰਮ ਉਦੋਂ ਤੋਂ ਹੀ ਸ਼ੁਰੂ ਕਰ ਦਿੱਤਾ। 1915 ਦੇ ਬਾਅਦ 2-4 ਸਾਲ ਦੇ ਬਾਅਦ ਸਮਾਂ ਬੜਾ ਔਖਾ ਆ ਗਿਆ ਪੰਥ ਤੇ। 1921 ਦੇ ਵਿੱਚ ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ਵਾਪਰ ਗਿਆ। 22-23 ਨੂੰ ਸਾਕਾ ਗੁਰੂ ਕਾ ਬਾਗ, ਸਾਕਾ ਗੰਗਸਰ ਜੈਤੋ। ਹੁਣ ਇੱਕ ਪਾਸੇ ਮਹਾਨ ਵਿਦਵਾਨ ਹਨ, ਰਿਸਰਚ ਖੋਜੀ ਹਨ, ਦੂਜੇ ਪਾਸੇ ਅੰਗਰੇਜ਼ਾਂ ਦੀ ਤਰਫੋਂ ਇਹ ਖਾੜਕੂ ਗਰਦਾਨ ਦਿੱਤੇ ਗਏ। ਇਹਨਾਂ ਨੇ ਮੂਹਰਲੀ ਕਤਾਰ ਵਿੱਚ ਹੋ ਕੇ ਕਈ ਵਾਰ ਮੋਰਚਿਆਂ ਵਿੱਚ ਗ੍ਰਿਫਤਾਰ ਹੋਏ। ਸਮੇਂ ਦੇ ਕਦਰਦਾਨ ਇੰਨੇ ਕਿ ਉੱਥੇ ਰਹਿੰਦਿਆਂ ਜੇਲ੍ਹ ਵਿੱਚ ਵੀ ਸੈਂਚੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮੰਗਾ ਕੇ ਵਿਆਕਰਨ ਤੇ ਸਟੱਡੀ ਕਰਦੇ ਰਹੇ। ਪੂਰਾ ਇੱਕ ਜੋ ਟਾਰਗੇਟ ਇਹਨਾਂ ਮਿੱਥਿਆ ਸੀ ਕਿ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਆਕਰਨ ਦੇ ਆਧਾਰ ਤੇ ਤਰਜਮਾ ਕਰਨਾ ਹੈ। ਇਹ ਕੰਮ ਇਹਨਾਂ ਨਾਲੋਂ ਨਾਲ ਰੱਖਿਆ। 1920-21 ਦੇ ਵਿੱਚ ਜੇਲ੍ਹ ਵਿੱਚ ਹੁੰਦਿਆਂ ਹੀ ਇਹਨਾਂ ਨੂੰ ਪਾਇਲਸ ਬਵਾਸੀਰ ਦੀ ਤਕਲੀਫ ਹੋ ਗਈ ਤੇ 29 ਅਕਤੂਬਰ 1977 ਨੂੰ ਇਸ ਸੰਸਾਰ ਨੂੰ ਅਲਵਿਦਾ ਕਿਹਾ ਹੈ। ਇਹਨਾਂ ਨੇ ਲਗਭਗ 50 ਸਾਲ ਆਪਣੇ ਇਸ ਬਿਮਾਰ ਸਰੀਰ ਨੂੰ ਹੀ ਚਲਾਉਂਦੇ ਰਹੇ। ਇਹ ਸਾਨੂੰ ਜੋ ਦਾਤ ਬਖਸ਼ੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਪਣ 10 ਹਿੱਸਿਆਂ ਵਿੱਚ ਜੋ ਹੈ। ਇੱਥੇ ਆਪਾਂ ਬਸ ਇੱਕ ਪੁਆਇੰਟ ਨੋਟ ਕਰੀਏ, ਸਮਾਂ ਮੇਰਾ ਹੋਣ ਵਾਲਾ ਹੈ। ਮੈਦਾਨੇ ਜੰਗ ਵਿੱਚ ਕੋਈ ਸ਼ਸਤਰਾਂ ਦੇ ਬਾਰ ਸਹਿ ਕੇ ਜੋ ਸਾਡੇ ਗੁਰਸਿੱਖ ਯੋਧੇ ਜਰਨੈਲ ਸ਼ਹੀਦ ਹੁੰਦੇ ਰਹੇ ਹਨ, ਅਸੀਂ ਸ਼ਹੀਦ ਤਾਂ ਕਹਿੰਦੇ ਹਾਂ ਆਪਣੇ ਉਸ ਮਕਸਦ ਲਈ ਤਨ, ਮਨ ਅਤੇ ਧਨ ਗੁਰੂ ਲੇਖੇ ਲਾਉਂਦੇ ਹਨ, ਅਸੀਂ ਕਹਿੰਦੇ ਹਾਂ ਸ਼ਹੀਦ। ਇੱਥੇ ਤਾਂ ਇਹਨਾਂ ਨੇ, ਮੈਂ ਪਹਿਲਾਂ ਬੇਨਤੀ ਕਰ ਦਿੱਤੀ ਕਿ ਲਗਭਗ 50 ਸਾਲ ਪੂਰੇ ਇੱਕ ਬਿਮਾਰ ਸਰੀਰ, ਕਮਜ਼ੋਰ, ਪਾਇਲਸ ਦੀ ਵਜ੍ਹਾ ਨਾਲ ਐਕਸੈਸ ਬਲੀਡਿੰਗ ਹੋਣ ਨਾਲ ਅਤ ਕਮਜ਼ੋਰ ਹੋ ਚੁੱਕੇ ਹਨ। ਇਹਨੂੰ ਟੋਰਿਆ ਉਹਨਾਂ ਨੇ 50-52 ਸਾਲ ਬਿਮਾਰ ਸਰੀਰ ਨੂੰ। ਇਹ ਤਨ ਅਰਪਣ ਕੀਤਾ। ਮਨ ਜਦੋਂ ਬਣਦਾ ਹੈ ਤੇ ਤਨ ਅਰਪਣ ਹੁੰਦਾ ਹੈ। ਹੁਣ ਮੈਂ ਤਨ ਅਰਪਣ ਦੀ ਬਸ ਇੱਕ ਮਿਸਾਲ ਸਵਾ ਕੇ, ਕਿਉਂਕਿ ਬਹੁਤ ਹੀ ਸਮਾਂ ਘੱਟ ਹੈ, ਲਗਭਗ ਹੋ ਗਿਆ। ਧਨ ਦਾ ਮੈਂ ਇੱਕ ਹੀ ਐਗਜ਼ਾਮਪਲ ਇਹਨਾਂ ਦੇ ਜੀਵਨ ਦੀ ਦੇ ਕੇ ਆਪ ਜੀ ਨੂੰ
ਮੈਂ ਪ੍ਰਤੱਖ ਸਬੂਤ ਦੇਵਾਂ। ਪੰਜਾਬ ਐਜੂਕੇਸ਼ਨ ਬੋਰਡ ਨੇ ਉਸ ਵੇਲੇ ਜਦੋਂ ਇਹ ਪਤਾ ਲੱਗਿਆ ਕਿ ਵਿਆਕਰਨ ਦੇ ਪੂਰੇ ਮਾਹਿਰ ਹਨ, ਉਹਨਾਂ ਨੇ ਇਹਨਾਂ ਦੇ ਜਵਾਈ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਜੋ HOD ਸਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹਨਾਂ ਹੱਥ ਮੈਸੇਜ ਭੇਜਿਆ ਕਿ ਪ੍ਰੋਫੈਸਰ ਸਾਹਿਬ ਨੂੰ ਕਹੋ ਸਾਨੂੰ ਵਿਆਕਰਨ ਤੇ ਇੱਕ ਸੈੱਟ ਬਣਾ ਦੇਣ ਪੂਰਾ ਕਿਤਾਬਾਂ ਦਾ, ਤੇ 20,000 ਰੁਪਇਆ ਦੇਵਾਂਗੇ ਜੀ। ਅੱਜ ਤੋਂ 80 ਸਾਲ ਪਹਿਲਾਂ ਜਾਂ 90 ਸਾਲ ਪਹਿਲਾਂ ਯੂ ਜਸਟ ਇਮੇਜਿਨ ਸਾਧ ਸੰਗਤ ਜੀ ਕਿ 20,000 ਦੀ ਵੈਲਿਊ ਕਿਤਨੀ ਹੋਈ ਹੋਣੀ। ਇਹਨਾਂ ਦੇ ਜਵਾਈ ਇਹਨਾਂ ਪਾਸ ਪਟਿਆਲੇ ਗਏ, ਬੇਨਤੀ ਕੀਤੀ ਕਿ ਜੇ ਤੁਸੀਂ ਵਿਆਕਰਨ ਦਾ ਸੈੱਟ ਤਿਆਰ ਕਰ ਦਿਓ ਤੇ ਰੁਪਈਆ 20,000 ਸਰਕਾਰ ਦੇਵੇਗੀ। ਇਹਨਾਂ ਕਿਹਾ ਗੁਸਤਾਖੀ ਮਾਫ, ਇਸ ਦੇ ਵਿੱਚ ਲੱਗੇਗਾ ਸਮਾਂ, ਤੇ ਸਮਾਂ ਮੈਂ ਬਚਨ ਕਰ ਚੁੱਕਾ ਹਾਂ ਆਪਣੇ ਪੰਥ ਨਾਲੇ, ਸਮਾਂ ਰਾਖਵਾਂ ਹੀ ਗੁਰੂ ਪੰਥ ਲਈ ਹੈ। ਮੈਂ ਵਿਆਕਰਨ ਦੇ ਆਧਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਪਣ ਤਿਆਰ ਕਰਨਾ ਹੈ। ਇਹ ਪੈਸੇ ਲੈ ਕੇ ਵਿਆਕਰਨ ਦੇ ਸੈੱਟ ਤਿਆਰ ਕਰਨ ਵਾਲੇ ਹੋਰ ਬਥੇਰੇ ਮਿਲ ਜਾਣਗੇ, ਮੈਂ ਆਪਣੇ ਗੁਰੂ ਨਾਲ ਧੋਖਾ ਨਹੀਂ ਕਰ ਸਕਦਾ। ਉਸ ਵੇਲੇ ਦਾ 20,000 ਹੁਣ ਕਰੋੜਾਂ ਅਰਬਾਂ ਵਿੱਚ ਉਹਨਾਂ ਦੇ ਜਨਰੇਸ਼ਨਸ ਅੱਗੇ ਹੁੰਦੀਆਂ। ਇਹ ਇੱਕ ਪੱਕਾ ਪ੍ਰਤੱਖ ਸਬੂਤ ਹੈ ਕਿ ਧਨ ਵੀ ਨਾ ਅਰਪਣ ਕਰ ਦਿੱਤਾ। ਮੋਹ ਮਾਇਆ ਕਿਵੇਂ ਅਰਪਣ ਕੀਤੀ? ਆਪਣੇ ਛੋਟੇ ਭਾਈ ਜੋ ਸਿੰਘ ਸੱਜ ਸਰਦਾਰ ਲਾਭ ਸਿੰਘ ਜੀ, ਉਹਨਾਂ ਨੂੰ ਕਿਤੇ ਜ਼ਰੂਰੀ ਕੰਮ ਪੈ ਗਿਆ, ਦੂਰ ਸਨ ਐਮਰਜੈਂਸੀ ਕੰਮ, ਇਹਨਾਂ ਨੂੰ ਉਹਨਾਂ ਨੇ ਤਾਰ ਪਾਈ ਕਿ ਮੈਨੂੰ ਕੰਮ ਹੈ, ਵਾਪਸੀ ਤਾਰ ਇਹਨਾਂ ਪਾ ਦਿੱਤੀ ਤੇ ਆ ਜਾਓ। ਉਹ ਆ ਗਏ, 3 ਦਿਨ ਪੂਰੇ ਘਰ ਦੇ ਬਾਹਰ ਹੀ ਬੈਠੇ ਰਹੇ, ਆਪਣੇ ਕਮਰੇ ਚੋਂ ਹੀ ਨਹੀਂ ਨਿਕਲੇ, ਇਸ ਕੰਮ ਵਿੱਚ ਮਗਨ ਰਹੇ, ਖੋਜ ਦੇ ਕੰਮ ਵਿੱਚ। 3 ਦਿਨ ਪੂਰੇ ਆਪਣੇ ਭਾਈ ਸਾਹਿਬ ਨੂੰ ਬੁਲਾ ਕੇ ਵੀ ਨਹੀਂ ਮਿਲ ਸਕੇ, ਤੇ ਮੋਹ ਮਾਇਆ ਦਾ ਤਿਆਗ। ਤੇ ਅੰਤ ਵਿੱਚ ਅਸੀਂ ਇਹੀ ਗੱਲ ਕਹਿ ਸਕਦੇ ਹਾਂ ਕਿ ਜੇ ਤਨ ਮਨ ਧਨ ਇਹਨਾਂ ਵੀ ਦਿੱਤਾ ਹੈ, ਫਿਰ ਕੀ ਹੋਇਆ? ਜੇ ਸ਼ਸਤਰਾਂ ਦੇ ਬਾਹਰ ਨਹੀਂ ਚਲੇ, ਇਹ ਸਾਡਾ ਹੱਕ ਬਣਦਾ ਹੈ ਕਿ ਅਸੀਂ ਕਹੀਏ ਇਹ ਸਿੱਖ ਕੌਮ ਦੇ ਇੱਕ ਜਿੰਦਾ ਸ਼ਹੀਦ ਹੋਏ ਹਨ। ਸਾਨੂੰ ਇਹ ਕਹਿ ਲੈਣ ਦੇਣਾ ਚਾਹੀਦਾ ਹੈ ਦੁਨੀਆ ਨੇ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਜਿੰਦਾ ਸ਼ਹੀਦ ਹੋਏ ਹਨ ਆਪਣੇ ਸਮੇਂ ਦੇ। ਤੇ ਬਸ ਮੈਂ ਆਖਿਰ ਵਿੱਚ ਇਹ ਬੇਨਤੀ ਕਰਾਂ, ਅਸੀਂ ਘੱਟੋ ਘੱਟ ਜਿਵੇਂ ਕਿਸੇ ਪ੍ਰਤੀ ਪਿਆਰ ਸ਼ਰਧਾ ਹੁੰਦੀ ਹੈ ਜਾਂ ਸ਼ਰਧਾਂਜਲੀ ਦਿੰਦੇ ਹਾਂ, ਇੰਨਾ ਕੁ ਹੀ ਕਰ ਜਾਈਏ। ਉਹਨਾਂ ਨੇ ਤੇ ਪੂਰੀ ਉਮਰ ਲਗਾ ਕੇ ਟੀਕਾ ਤਿਆਰ ਕੀਤਾ, ਅਸੀਂ ਘੱਟੋ ਘੱਟ ਇੱਕ ਬੰਨਿਓ ਲੈ ਕੇ ਮੁੱਢ ਤੋਂ ਲੈ ਕੇ ਆਖਿਰ ਤੱਕ 10 ਭਾਗ ਟਰਾਂਸਲੇਟਡ ਫਾਰਮ ਵਿੱਚ ਇੱਕ ਵਾਰੀ ਪੜ੍ਹ ਕੇ ਦੀਦਾਰ ਹੀ ਕਰ ਲਈਏ, ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਇਹਨਾਂ ਦੀ ਜੀਵਨੀ ਤੇ ਜੋ ਹੋਰ ਵਿਸਤਾਰ ਸਹਿਤ ਜਾਣਾ ਮੈਂ ਬੇਨਤੀ ਕਰਾਂਗਾ। ਬਾਹਰ ਸਾਡੇ ਵੀਰ ਸਟਾਲ ਤੇ ਹਨ, ਸਿੱਖ ਧਰਮ ਦੇ ਮਹਾਨ ਵਿਦਵਾਨ, 3 ਵਿਦਵਾਨਾਂ ਦੀ ਉਹਦੇ ਵਿੱਚ ਹਿਸਟਰੀ ਹੈ। ਪ੍ਰੋਫੈਸਰ ਕਾਹਨ ਸਿੰਘ ਜੀ ਨਾਭਾ, ਕਰਮ ਸਿੰਘ ਜੀ ਹਿਸਟੋਰੀਅਨ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਪਾਸ ਹੈ ਮੁਬਾਰਕ ਵਾਲੀ ਗੱਲ ਹੈ, ਜਿਨ੍ਹਾਂ ਪਾਸ ਨਹੀਂ ਹੈ ਜਾਣ ਲੱਗਿਆ ਇੱਥੋਂ ਜ਼ਰੂਰ ਲੈ ਕੇ ਜਾਓ, ਆਪਣੇ ਘਰ ਦਾ ਸ਼ਿੰਗਾਰ ਬਣਾਓ, ਇਕਾਂਤ ਵਿੱਚ ਬੈਠ ਕੇ ਪੜ੍ਹੋ ਕਿ ਕਿਵੇਂ ਤਨ ਮਨ ਧਨ। ਅਸੀਂ ਇਸ ਪ੍ਰਚਾਰਕ ਸੰਸਥਾ ਦੇ ਮੈਂਬਰ ਹਾਂ, ਸਾਡੇ ਕੋਲ ਜੇ ਸਰੀਰ ਬਿਮਾਰ ਹੈ, ਕਿਤੇ ਬੁਖਾਰ ਹੈ, ਕੁਛ ਹੈ, ਅਸੀਂ ਆਖਦੇ ਹਾਂ ਕਿ ਸਰੀਰ ਠੀਕ ਨਹੀਂ, ਜਾਂ ਸਾਡੇ ਕੋਲ ਮਾਇਕ ਔਕੜ ਹੈ, ਸਮਾਂ ਨਹੀਂ। ਇਹ ਇੱਕ ਪ੍ਰਤੱਖ ਸਬੂਤ ਹਨ ਪ੍ਰੋਫੈਸਰ ਸਾਹਿਬ ਸਿੰਘ ਜੀ ਕਿ ਨਾ ਤੇ ਸਰੀਰ ਦੇ ਰੋਗ, ਨਾ ਮਾਇਕ ਔਕੜਾਂ, ਨਾ ਸਰਕਾਰਾਂ ਦਾ ਡਰ ਸਿੱਖ ਨੂੰ ਸਿੱਖੀ ਪ੍ਰਚਾਰ ਕਰਨ ਲਈ ਰੋਕ ਸਕਦਾ ਹੈ। ਅੰਤ ਵਿੱਚ ਮੈਂ ਇਹ ਕਹਾਂ, ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ, ਇਹਨਾਂ ਨੇ ਹੀ ਕਰਕੇ ਦਿਖਾਇਆ ਹੈ। ਅੰਮ੍ਰਿਤਧਾਰੀ ਕੌਮ ਹੋਣੀ, ਕਰਨਾ ਸਿੱਖੀ ਦਾ ਪ੍ਰਚਾਰ, ਸਾਰੀ ਦੁਨੀਆ ਦੇ ਵਿਚਕਾਰ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਮੈਂ ਸਤਿਕਾਰਯੋਗ ਵੀਰ ਹਰਜੀਤ ਸਿੰਘ ਜੀ ਪਾਸੋਂ ਖਿਮਾ ਦਾ ਜਾਚਕ ਹਾਂ, ਕਿਉਂਕਿ ਵਿਸ਼ਾ ਕਾਫੀ ਲੰਬਾ ਸਮਾਂ ਮੰਗਦਾ ਸੀ। ਬਹੁਤ ਹੀ ਮਹੱਤਵਪੂਰਨ ਸਾਡੀ ਕੌਮ ਦਾ ਇੱਕ ਹੀਰਾ ਵਿਅਕਤੀ ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਪ੍ਰਤੀ ਉਹਨਾਂ ਨੇ ਬੜੇ ਸੰਖੇਪ ਵਿੱਚ ਆਪਣੇ ਵਿਚਾਰ ਸਾਨੂੰ ਸਰਵਣ ਕਰਵਾਏ ਹਨ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜੋ ਟੀਕਾ ਹੈ, ਤਰਜਮਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਇਹ ਤੁਸੀਂ ਆਪਣੀ ਮੋਬਾਈਲ ਨੈੱਟ ਰਾਹੀਂ ਵੀ ਇਸ ਨੂੰ ਕਿਸੇ ਸਮੇਂ ਕਿਤੇ ਬੈਠੇ ਵੀ ਤੁਸੀਂ ਇਸ ਦਾ ਪੂਰਨ ਲਾਭ ਪ੍ਰਾਪਤ ਕਰ ਸਕਦੇ ਹੋ। ਤਾਂ ਮੈਂ ਅਗਲਾ ਜੋ ਵਿਸ਼ਾ ਹੈ, ਸਾਡੀਆਂ ਭੈਣਾਂ ਹਨ, ਭੈਣ ਗੁਨੀਤ ਕੌਰ, ਸਿਮਰਨਜੀਤ ਕੌਰ, ਜਸਮੀਤ ਕੌਰ, ਸਰਕਲ ਜੰਮੂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਵਾਰਤਾਲਾਪ ਦਾ ਵਿਸ਼ਾ ਹੈ ਫੈਸ਼ਨ ਛੱਡਦੇ ਭੈਣੇ ਨੀ, ਅੰਮ੍ਰਿਤ ਛਕ ਲੈ ਭੈਣੇ ਨੀ।
जिनी नाम ते आया गए मशक्कत काल नानक ते मुक्ति उचले केती छुट्टी नाल। सत श्री अकाल भैन जी। वाहिगुरू जी का खालसा वाहिगुरू जी की फतेह। आओ आओ भैन जी आओ बैठो। और सुनाओ की गल बड़े थके थके लग रहे हो। हाँ जी भैन जी सचमुच मैं तो बहुत ही थकी हुई हाँ। भैन जी अज बड़े ही दिनों पिछों घरों बाहर निकली हाँ, काफ़ी चिर ही हो गया। की दसा भैन जी घरे मेहमान आए हुए सन, बड़ी ही मुश्किल उन्होंने तो खड़ा छुटिया, शुक्र शुक्र करके उन्होंने तोड़िया ते घरों बाहर निकलिया। की दसा भैन जी मेहमानों ने तो मत ही मार रखी है, गुरुद्वारे जाने का टाइम ही नहीं मिलता सी। कल हो गए ते अज सवेरे हुंदियां ही 34 सेक्टर के गुरुद्वारा साहिब विखे गई। भैन जी कथा ते कीर्तन सुन के जो आनंद आया सीधा गुरुद्वारा साहिब ही गई हाँ। भैन जी नाले तुहानू पता ही है कि आजकल विआह शादियों का भी सीजन चलता पाया है। सैटरडे को भी मेहंदी रात है तो मैं ब्यूटी पार्लर भी जाना सी, नाले अपनी मोना ने जिन्ना शीना भी खरीदनिया सन। भैन जी बाजार गई सी, काफ़ी चिर ही हो गया तो सीधा तुहाडे वाली तुरी आई हाँ। भैन जी तुहाडे चंगे भाग कि गुरुद्वारे के नेड़े ही रहते हो। उत्थे तां बड़े चंगे चंगे कथाकार अते रागी आउंदे ही रहते हैं। उत्थे दे तां हैड ग्रंथी भी बड़े सियाणे हैं। की कहा भाई साहब ने अज की कथा विच? हाँ जी भैन जी बहुत ही सियाणे हैं। आज उन्होंने अमृत के बारे वचन किए, उन्होंने ऐसे तरीके लिए अमृत छकन लिए किया, मैनू तो लग्या असी तो अपना पूरा इतने साडे लोगों ने चक्कर बड़े पा के रखे हैं। जी तो बड़ा ही करता है कि अमृत छक लवा, पर छो हाँ ये जोड़ा कहते हैं ना कि ब्यूटी पार्लर जाना छो, ये काम नहीं होने साडे तो। भला दसो हाँ औरत आते नाम ही सुंदरता का है, जे औरत ने सोहना ही नहीं लगना फिर औरत औरत का दी। भैन जी 21वीं सदी आ चुकी है पर असी अज भी 17वीं सदी विच ही फसे बैठे हाँ। भैन जी 21वीं सदी आ चुकी है पर असी फिर भी 17वीं सदी दे विच ही फसे बैठे हाँ। भैन जी ये ਜਿਹੜੇ ब्यूटी कॉन्टेस्ट ਹਨ ਇਹਨਾਂ ਤੋਂ ਕੁੜੀਆਂ ਨੂੰ ਸਿੱਖਣ ਨੂੰ ਕੀ ਮਿਲਦਾ ਹੈ ਅਤੇ ਇਸ ਦੇ ਫਾਇਦੇ ਕੀ ਹਨ? लो भैन जी इन्होंने तो औरतों दी जिंदगी बदल के रख दी है। अज एक औरत ना सिर्फ अपने बलबूते ते शोहरत ते पैसा कमा सकती है, अज वो अपने आप से माण भी महसूस करती है। भैन जी अज वो अपने आप से माण भी महसूस करती है। भैन जी अच्छा भैन जी मैनू तो पता ही नहीं सी, मैं तो कुछ होर ही समझदी सा। मेरे ख्याल विच तां इन्हां मुकाबलियां विच केवल औरतां दी शरीर दी नुमाइश की जाती है। अगे कोठियां दियां औरतां दी शरीर दी नुमाइश हुंदी सी, हुण इन्हां फॉरवर्ड खाउंदियां फैमिली दियां कुड़ियां दी जिस्म दी हुंदी है। भैन जी ये तां एक तरीका है जिस नाल साबित किया जाता है कि औरत एक शो पीस है अते ये लोकां अगे अपनी नुमाइश करती है। भैन जी तुसी आप ही दसो इंसान इस फॉरवर्ड नहीं हुंदा। फॉरवर्ड होने का असल भाव है कि असी अपने बच्चों को वधिया तो वधिया विद्या दीए, बच्चों को ऐसी विद्या दीए जिस नाल वो अपना रुतबा सुचजा बना सकन, ऐसे गुण उन्हां विच भरीए जिस नाल वो अपने जीवन विच इज्जत प्राप्त करन अते स्वाभिमान नाल जीवन जीवन। पर मेरी भैणे साडा हाल तां उन्हां पठाणा दी बेगमां वाला हो चुका है जिसका जिक्र सतगुरु जी ने बाबा रवाणी विच कीता है। किथे साडा हाल भी ऐसा ही ना होवे। जिन सिर सोहन पट्टियां मांगी पाए संदूर से सिर काती मुनियन गल विच आवे तूर। नहीं भैन जी तुसी तां गल किसी होर पासे ही लै गए। भैन जी ये सब चीज़ां तां जमाने नाल अगे बढ़ने लिए जरूरी भी है। हुण असी समाज विच भी ते रहना है, कुछ स्टेटस भी ते बना के रखना है। भैन जी हुण साडा चंगा रुतबा है, असी पार्टियां विच भी जाते हैं, कुछ भी ना करिए लोग ते गवार ही समझते हैं। 2-4 गहने नक कान विच ना होण लोग ते कंगाल ही समझते हैं। भैन जी तरक्की करने लई वड्डे लोगों की सोसाइटी करनी पैंदी है। हुण सिक्खी ये तां नहीं कहती ना कि तरक्की ही ना करो। आप ठीक कहते हो भैन जी। सिख के समाज में रहंदियां होया तरक्की करके समाज का एक नमूना बनना है। जिथे समाजिक तौर पर अगे बढ़ना है उत्थे आत्मिक तौर पर भी अगे बढ़ना है। बाणी नाल अते
ਨਾਮ ਸਿਮਰਨ ਨਾਲ ਜੁੜਨਾ ਹੈ। ਇਹ ਨਹੀਂ ਭੁੱਲਣਾ ਕਿ ਸਾਡੇ ਸੰਸਾਰਿਕ ਜੀਵਨ ਦਾ ਮੁੱਖ ਮਨੋਰਥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੈ। ਫਿਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਕਿ ਸਰੀਰ ਨੂੰ ਸੋਹਣਾ ਬਣਾਉਣ ਨਾਲ ਹੀ ਕਿਸੇ ਦਾ ਸਟੇਟਸ ਕਿਵੇਂ ਉੱਚਾ ਹੋ ਸਕਦਾ ਹੈ। ਹਾਂ, ਐਸੀਆਂ ਇਸਤਰੀਆਂ ਦਾ ਸਟੇਟਸ ਗੁੰਡੇ, ਬਦਮਾਸ਼ਾਂ ਅਤੇ ਔਰਤ ਨੂੰ ਖਿਡੌਣਾ ਸਮਝਣ ਵਾਲਿਆਂ ਦੀਆਂ ਨਜ਼ਰਾਂ ਵਿੱਚ ਜ਼ਰੂਰ ਉੱਚਾ ਹੋ ਸਕਦਾ ਹੈ, ਹੋਰ ਕਿਸੇ ਦੀ ਨਜ਼ਰਾਂ ਵਿੱਚ ਨਹੀਂ। ਭੈਣ ਜੀ, ਇਸੀ ਦਾ ਸਟੇਟਸ ਤੇ ਤਾਂ ਹੀ ਉੱਚਾ ਹੁੰਦਾ ਹੈ ਜਦੋਂ ਉਹ ਵਿਦਿਆ, ਹੁਨਰ ਅਤੇ ਕਾਬਲੀਅਤ ਨਾਲ ਇੱਜ਼ਤ ਪ੍ਰਾਪਤ ਕਰਦੀ ਹੈ। ਸਿੱਖੀ ਜੀਵਨ ਵਾਲੀ ਬੀਬੀਆਂ ਆਪਣੇ ਪ੍ਰੋਫੈਸਰ, ਡਾਕਟਰ ਅਤੇ ਹੋਰ ਉੱਚੇ ਅਹੁਦੇ ਤੇ ਕੰਮ ਕਰਨ ਵਾਲੀਆਂ ਆਪਣੇ ਉੱਚੇ ਜੀਵਨ ਨਾਲ ਇੱਜ਼ਤ ਪ੍ਰਾਪਤ ਕਰਦੀਆਂ ਹਨ। ਤੁਸੀਂ ਆਪ ਹੀ ਦੱਸੋ ਭੈਣ ਜੀ, ਜੇਕਰ ਤੁਸੀਂ ਆਪਣਾ ਇਲਾਜ ਕਰਾਉਣਾ ਹੋਵੇ ਤਾਂ ਤੁਸੀਂ ਇੱਕ ਐਸੀ ਲੇਡੀ ਡਾਕਟਰ ਕੋਲ ਜਾਣਾ ਪਸੰਦ ਕਰੋਗੇ ਜੋ ਬੜੀ ਫੈਸ਼ਨੇਬਲ ਹੋਵੇ ਅਤੇ ਅੱਧ ਨੰਗੇ ਕੱਪੜੇ ਪਾਈ ਫਿਰਦੀ ਹੋਵੇ, ਜਾਂ ਫਿਰ ਐਸੀ ਡਾਕਟਰ ਕੋਲ ਜੋ ਗੁਰਸਿੱਖੇ ਜੀਵਨ ਬਾਣੇ ਵਾਲੀ ਹੋਵੇ? ਹਾਂਜੀ ਭੈਣੋ, ਤੁਸੀਂ ਬਿਲਕੁਲ ਠੀਕ ਕਹਿੰਦੀ ਹੋ। ਜਿੱਥੋਂ ਤੱਕ ਗੱਲ ਰਹੀ ਕੱਪੜਿਆਂ ਦੀ, ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਹਾਂ। ਗੁਰੂ ਸਾਹਿਬ ਵੀ ਕਹਿੰਦੇ ਹਨ, ਜਿੱਦ ਪੈਂਦੇ ਤਨ ਪੀੜੀ ਹੈ, ਮਨ ਮੇ ਚਲੇ ਵਿਕਾਰ। ਪਰ ਇੱਕ ਗੱਲ ਤਾਂ ਦੱਸੋ, ਤੁਸੀਂ ਨਾ ਬਿਊਟੀ ਪਾਰਲਰ ਤੋਂ ਇਤਨਾ ਖਿਲਾਫ ਕਿਉਂ ਹੋ? ਇੱਕ ਗੱਲ ਤਾਂ ਦੱਸੋ ਭੈਣ ਜੀ, ਬਿਊਟੀ ਪਾਰਲਰ ਵਿੱਚ ਕੋਈ ਐਸਾ ਕੰਮ ਵੀ ਹੁੰਦਾ ਹੈ ਜਿਸ ਵਿੱਚ ਸਰੀਰ ਦੇ ਕਿਸੇ ਨਾ ਕਿਸੇ ਕੇਸਾਂ ਦੀ ਬੇਅਦਬੀ ਨਾ ਹੁੰਦੀ ਹੋਵੇ? ਨਹੀਂ ਭੈਣ ਜੀ, ਉਹ ਤਾਂ ਕਰਨਾ ਹੀ ਪੈਂਦਾ ਹੈ। ਪਰ ਇੱਕ ਗੱਲ ਤਾਂ ਦੱਸੋ, ਸਿੱਖੀ ਦੀ ਪਹਿਚਾਣ ਤਾਂ ਸਿਰ ਦੇ ਕੇਸ ਹਨ, ਫਿਰ ਇਹ ਲੱਤਾਂ ਬਾਹਾਂ ਤੇ ਭਰਮੱਟੇ ਦੇ ਕੇਸ, ਇਹ ਤੇ ਸਿੱਖੀ ਦੇ ਚਿੰਨ੍ਹ ਨਹੀਂ ਹੋਏ। ਫਿਰ ਕੀ ਫਰਕ ਪੈਂਦਾ ਇਹਨਾਂ ਦੀ ਸਫਾਈ ਨਾਲ? ਮੇਰੀਏ ਭੈਣੇ, ਕੇਸ ਤਾਂ ਕੇਸ ਹੀ ਹਨ, ਭਾਵੇਂ ਉਹ ਸਰੀਰ ਦੇ ਕਿਸੇ ਵੀ ਹਿੱਸੇ ਦੇ ਹੋਣ। ਇਹ ਤਾਂ ਗੁਰੂ ਜੀ ਦੀ ਮੋਹਰ ਹਨ, ਇਹ ਤਾਂ ਗੁਰੂ ਜੀ ਵੱਲੋਂ ਬਖਸ਼ੀਸ਼ ਹਨ। ਐਸੇ ਗੁਰੂ ਦੀ ਜਿਸ ਨੇ ਸਾਨੂੰ ਮਾਣ ਭਰੀ ਜ਼ਿੰਦਗੀ ਦੇਣ ਲਈ ਆਪਣਾ ਪੂਰਾ ਸਰਬੰਸ ਸਵਾਰ ਦਿੱਤਾ। ਐਸੇ ਗੁਰੂ ਦੀ ਹੁਕਮ ਅਦੂਲੀ ਅਸੀਂ ਕਿੰਨਾ ਲੋਕਾਂ ਨੂੰ ਖੁਸ਼ ਕਰਨ ਲਈ ਕਰ ਰਹੇ ਹਾਂ। ਭੈਣ ਜੀ, ਕੇਸਾਂ ਦੇ ਮੁੱਲ ਦੱਸਣ ਦੇ ਯੋਗ ਅਸੀਂ ਕਿੱਥੇ? ਇਹ ਤਾਂ ਤੁਸੀਂ ਪੁੱਛੋ ਭਾਈ ਤਾਰੂ ਸਿੰਘ ਜੀ ਨੂੰ, ਬਾਬਾ ਬੰਦਾ ਸਿੰਘ ਬਹਾਦਰ ਨੂੰ, ਭਾਈ ਸੁਬੇਗ ਸਿੰਘ ਜੀ ਨੂੰ, ਸ਼ਾਹਬਾਜ਼ ਸਿੰਘ ਜੀ ਨੂੰ, ਜਾਂ ਪੁੱਛੋ ਮਾਤਾ ਭਾਗੂ ਅਤੇ ਮੰਨੂ ਦੇ ਪੀਸਣ ਪੀਸ ਗੱਲਾਂ ਵਿੱਚ ਬੱਚਿਆਂ ਦੇ ਹਾਰ ਪਾਉਣ ਵਾਲੀ ਬੀਬੀਆਂ ਨੂੰ। ਕੇਸਾਂ ਦੀ ਮੁਲਕ ਦਾਦ ਦੀ ਰਾਖੀ ਲਈ ਸਿੰਘਾਂ ਸਿੰਘਣੀਆਂ ਨੇ ਕੀ ਕੁਛ ਨਹੀਂ ਕੀਤਾ। ਭੈਣ ਜੀ, ਤੁਸੀਂ ਗੁਰਦੁਆਰੇ ਵੀ ਜਾਂਦੇ ਹੋ, ਪਾਠ ਵੀ ਕਰਦੇ ਹੋ, ਕਥਾ ਕੀਰਤਨ ਵੀ ਸੁਣਦੇ ਹੋ, ਗੁਰਬਾਣੀ ਦੀ ਸੂਝ ਵੀ ਰੱਖਦੇ ਹੋ, ਪਰ ਇੱਕ ਸਵਾਲ ਦਾ ਜਵਾਬ ਤਾਂ ਸਾਨੂੰ ਕਦੇ ਨਾ ਕਦੇ ਤਾਂ ਲੱਭਣਾ ਹੀ ਪਵੇਗਾ। ਕਿਸ ਸਵਾਲ ਦਾ ਭੈਣ ਜੀ? ਇਹੀ ਕਿ ਅਸੀਂ ਕਰਨਾ ਕੀ ਚਾਹੁੰਦੇ ਹਾਂ, ਅਸੀਂ ਜੀਵਨ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਕੀ ਅਸੀਂ ਉਹ ਵਸ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਬਾਰੇ ਬਚਨ ਹਨ, ਇਹ ਮਾਇਆ ਕੀ ਸ਼ੋਭਾ ਝਾੜ ਦਿਹਾੜੇ ਜਾਂਦੀ ਬਿਲਮ ਨਾ ਹੋਏ, ਜਾਂ ਫਿਰ ਉਹ ਸਦੀ ਵੀ ਸੁਖ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿਸ ਦਾ ਰਾਹ ਸਤਿਗੁਰੂ ਜੀ ਦੱਸਦੇ ਹਨ। ਕਿ ਅਸੀਂ ਗੁਰਸਿੱਖਾਂ ਦੀ ਸੱਚੀ ਸੰਗਤ ਦਾ ਆਨੰਦ ਮਾਣਨਾ ਚਾਹੁੰਦੇ ਹਾਂ, ਜਾਂ ਫਿਰ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਬਾਰੇ ਬਚਨ ਹਨ, ਆਪਨ ਸੁਹਾਏ ਕਰਹਿ ਗੋ ਬਾਤਾ ਤਿੰਨਾ ਕਵਿਸਾ ਕਿਆ ਕੀਜੈ, ਜਾਂ ਫਿਰ ਉਸ ਰਾਹ ਤੇ ਚੱਲਣਾ ਚਾਹੁੰਦੇ ਹਾਂ ਜਿਸ ਤੇ ਚੱਲ ਕੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਤੇ ਭਾਂਦੀ ਬਣਨਾ ਚਾਹੁੰਦੇ ਹਾਂ, ਜਾਂ ਫਿਰ ਉਸ ਰਾਹ ਤੇ ਚੱਲਣਾ ਚਾਹੁੰਦੇ ਹਾਂ ਕਿ ਮਨਮੁਖ ਚੱਲੈ ਮੂਲ ਗਵਾਏ ਜੀਓ। ਹਾਂਜੀ ਭੈਣ ਜੀ, ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਮੇਰੀਆਂ ਭੈਣਾਂ ਨੂੰ ਜੋ ਮੇਰੇ ਵਾਂਗ ਇੱਕ ਪੈਰ ਧਰਮ ਦੀ ਬੇੜੀ ਤੇ ਇੱਕ ਪੈਰ ਵਿਕਾਰਾਂ ਦੀ ਬੇੜੀ ਵਿੱਚ ਰੱਖ ਕੇ ਅੱਗੇ ਵਧਣਾ ਚਾਹੁੰਦੀਆਂ ਹਨ, ਜੋ ਇੱਕ ਪੈਰ ਧਰਮ ਦੀ ਬੇੜੀ ਤੇ ਇੱਕ ਪੈਰ ਵਿਕਾਰਾਂ ਦੀ ਬੇੜੀ ਵਿੱਚ ਰੱਖ ਕੇ ਅੱਗੇ ਵਧਣਾ ਚਾਹੁੰਦੀਆਂ ਹਨ। ਭੈਣ ਜੀ, ਇੱਕ ਨਾ ਇੱਕ ਦਿਨ ਦੇਰ ਜਾਂ ਸਵੇਰ ਸਾਨੂੰ ਇਹਨਾਂ ਸਵਾਲਾਂ ਦਾ ਜਵਾਬ ਤੇ ਲੱਭਣਾ ਹੀ ਪੈਣਾ ਹੈ। ਭੈਣ ਜੀ, ਅੱਜ ਅਸੀਂ ਸਰੀਰਕ ਸੁੰਦਰਤਾ ਦੇ ਵਿੱਚ ਇਤਨਾ ਫਸੀਆਂ ਬੈਠੀਆਂ ਹਾਂ ਕਿ ਅਸੀਂ ਆਪਣੇ ਅਸਲੇ ਤੋਂ ਬੇਮੁਖ ਹੋ ਰਹੀਆਂ ਹਾਂ। ਜੋ ਉੱਚਾ ਸੁੱਚਾ ਜੀਵਨ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ, ਅਸੀਂ ਉਸ ਤੋਂ ਬੇਮੁਖ ਹੋ ਰਹੀਆਂ ਹਾਂ। ਭੈਣ ਜੀ, ਗੁਰੂ ਸਾਹਿਬ ਸਾਡੇ ਉੱਤੇ ਬਖਸ਼ਿਸ਼ ਕਰਨ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਅਸੀਂ ਅੰਮ੍ਰਿਤ ਛਕ ਲਈਏ, ਗੁਰੂ ਵਾਲੇ ਬਣ ਕੇ ਅਸੀਂ ਆਪਣਾ ਜੀਵਨ ਸਫਲ ਕਰੀਏ। ਤੇਰੇ ਮਨ ਵਿੱਚ ਸ਼ੁਭ ਵਿਚਾਰ ਹੋਣ, ਤੇਰੇ ਕੋਲ ਪੰਜ ਕਕਾਰ ਹੋਣ, ਵਿਦਿਆ ਦਾ ਗਹਿਣਾ ਪਾ ਲੈਣੀ, ਬਾਣੀ ਨੂੰ ਮਨ ਬਸਾ ਲੈਣੀ, ਨਾਮ ਹੀ ਤੇਰਾ ਸ਼ਿੰਗਾਰ ਹੋਵੇ, ਸਿਰ ਤੇ ਸੋਹਣੀ ਦਸਤਾਰ ਹੋਵੇ, ਬਣ ਪੁੱਤਰੀ ਗੋਬਿੰਦ ਸਿੰਘ ਦੀ, ਬਹਿ ਝੋਲੀ ਸਾਹਿਬ ਕੋਰ ਦੀ, ਬਣ ਭੈਣ ਅਜੀਤ ਜੁਝਾਰ ਦੀ ਤੂੰ, ਫੜ ਉਂਗਲੀ ਜ਼ੋਰਾਵਰ ਦੀ ਤੂੰ ਫੈਸ਼ਨ ਛੱਡੇ ਭੈਣੇ ਨੀ, ਤੂੰ ਅੰਮ੍ਰਿਤ ਛਕ ਲੈ ਭੈਣੇ ਨੀ, ਤੂੰ ਫੈਸ਼ਨ ਛੱਡੇ ਭੈਣੇ ਨੀ, ਤੂੰ ਅੰਮ੍ਰਿਤ ਛਕ ਲੈ ਭੈਣੇ ਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀਓ, ਅਜੀਜ਼ ਭੈਣਾਂ ਨੇ ਬਹੁਤ ਗੰਭੀਰ
ਜੋ ਇਸ ਸਮੇਂ ਦੀ ਲੋੜ ਹੈ ਸਮਾਜਿਕ ਵਿਸ਼ਾ ਸੰਯਮ ਤੇ ਆਨੰਦ ਜੋ ਸੁਣਿਆ ਕੀਤਾ ਹੈ ਮੈਂ ਉਹ ਆਸ ਰੱਖਦਾ ਹਾਂ ਕਿ ਸਾਡੀਆਂ ਭੈਣਾਂ ਇਸ ਵਿਸ਼ੇ ਨੂੰ ਸਮਝ ਕਰਕੇ ਆਪਣੇ ਜੀਵਨ ਵਿੱਚ ਜ਼ਰੂਰ ਕੋਈ ਨਾ ਕੋਈ ਪਰਿਵਰਤਨ ਕਰਨਗੇ। ਮੈਂ ਕਹਿੰਦਾ ਹਾਂ ਕਿ ਮੇਰਾ ਗੁਰੂ ਕੇ ਦਰਬਾਰ ਅੰਦਰ ਵੀ ਸਾਡੀਆਂ ਭੈਣਾਂ ਜਦੋਂ ਬੱਚੀਆਂ ਕੇਸ ਖੁੱਲੇ ਜਦੋਂ ਸਿਰ ਉੱਪਰ ਦੁਪੱਟਾ ਕੇਸ ਥੋੜ੍ਹੇ ਖੁੱਲੇ ਹੁੰਦੇ ਹਨ ਸਭ ਨਾਲ ਸਿਰ ਝੁਕ ਜਾਂਦਾ ਹੈ। ਅਸੀਂ ਕੇਸ ਕੋਈ ਫੈਸ਼ਨ ਦੀ ਆਈਟਮ ਨਹੀਂ ਹੈ ਕਿ ਗੁਰੂ ਕੀ ਮੋਹਰ ਦਾ ਗੁਰੂ की मोहर की अपनी समाज सत्कार करके आओ हम सब उस तो बाद अरदास गुरु का पावन